कैप्टन रमन बाबा साडे विच मौजूद ने। बाबा जी तुहाडा स्वागत है डिबेट शामिल होने लई। ते इस तो बाद सीनियर जर्नलिस्ट जिहड़े कि हर तरह नाल पंजाब दे सियासी माहिर तां है ही है ने, सट्टा बाजार इसते की कह रहे हैं वो सानूं दस्सणगे। सीनियर पत्रकार बलजीत परमार पहुंचे ने। परमार साहब बहुत बहुत स्वागत करते हैं। ते कांग्रेस तो केवल सिंह ढींगरा साडे नाल मौजूद ने। सो ढींगरा साहब स्कूल पंजाब दे विहड़े च आउण ते स्वागत हैगा। सो तुसीं भी शायद वोट अपनी पा आए होंगे। बिल्कुल जी ढींगरा साहब पा आए हो वोट? ठीक है परमार साहब तुहाडी तां शायद इत्थे होएगी नहीं वोट है ना? मेरी वोट बॉम्बे, तुहाडी तां वोट बॉम्बे दी है, तां ही मैं कहा तुसीं तां शायद नहीं पा के आओगे। सो दर्शकों जिवें किसी ने तुहानूं दस्सिया गया हाले तक रुझान की आ रहा है, होर तुहानूं जे असीं अपडेट दे दईए हाले तक भदौड़ जिੱਥੋਂ कि चरणजीत सिंह सीएम फेस ने कांग्रेस दे लड़ रहे ने, उत्थे जिहड़े आम आदमी पार्टी दे हैगे ने उम्मीदवार लाभ सिंह उन्हां ते हमला होण दी जिहड़ी है खबर सामने आई है। गल्लां की उठ के आ रही ने कि शायद एसएसएम वालियां ने कराया हमला, भाव किसानां ने या कांग्रेस वालियां ने या भाजपा वालियां ने कराया। हाल तक खुल के नहीं सामने आया। पुलिस पड़ताल कर रही है, जिन्हें कीता सी ਉਹਨੂੰ ਫੜ ਵੀ ਲਿਆ ਗਿਆ। ਤੇ ਇਸ ਤੋਂ ਬਾਅਦ ਜਿਹੜੀ ਦੂਜੀ ਅਪਡੇਟ ਆਈ ਹੈ ਮੋਗੇ ਤੋਂ ਮਾਲਵਿਕਾ ਸੂਦ ਕਾਂਗਰਸ ਦੀ ਟਿਕਟ ਤੇ ਲੜ ਰਹੀ ਹੈ। ਉਹਨਾਂ ਦੇ ਭਰਾ ਜਿਹੜੇ ਹੈਗੇ ਨੇ ਆਪਣਾ ਐਕਟਰ ਨੇ ਫਿਲਮਾਂ ਦੇ ਸੋਨੂ ਸੂਦ, ਉਹਨਾਂ ਨੇ ਕੋਈ ਜਿਹੜਾ ਕਹਿ ਲੋ ਵੀ ਚੋਣ ਨਿਯਮਾਂ ਦੀ ਚੋਣ ਜ਼ਾਬਤੇ ਕੋਈ ਉਲੰਘਣਾ ਕੀਤੀ, ਇਸ ਕਰਕੇ ਉਹਨਾਂ ਦੀ ਗੱਡੀ ਜਿਹੜੀ ਹੈਗੀ ਹੈ ਕਾਰ ਉਹਨਾਂ ਦੀ ਜ਼ਬਤ ਕਰ ਲਈ ਗਈ ਹੈ। ਬਾਕੀ ਸਾਰਾ ਕੁਝ ਸ਼ਾਂਤਮਈ ਲਾਅ ਐਂਡ ਆਰਡਰ ਅੰਡਰ ਕੰਟਰੋਲ ਹੈ। ਅਮਨ ਸ਼ਾਂਤੀ ਦੇ ਹਾਲਾਤ ਪੰਜਾਬ 'ਚ ਬਰਕਰਾਰ ਨੇ। ਸੁੱਖੀ ਸਾਂਦੀ ਵੋਟਾਂ ਪੈ ਰਹੀਆਂ ਹੈਗੀਆਂ ਨੇ। ਸੋ ਹੁਣ ਚਰਚਾ ਆਪਾਂ ਅੱਜ ਦੇ ਸਿਨੈਰੀਓ ਤੇ ਕਰਦੇ ਹਾਂ। ਸੋ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ ਬਾਬਾ ਜੀ। ਸ਼੍ਰੋਮਣੀ ਅਕਾਲੀ ਦਲ ਬੜੇ ਚਿਰਾਂ ਤੋਂ ਤੁਹਾਡੇ ਦਾ ਸਰਵੇ ਤੱਕ ਆ ਗਏ ਸੀ, ਕਹਿੰਦੇ ਜੀ ਟਿਕਟਾਂ ਤਾਂ ਛੱਡੋ ਸੀਟਾਂ ਵੀ ਵੰਡਣ ਲੱਗ ਗਏ ਜੀ। ਤੁਸੀਂ ਇੰਨੇ ਓਵਰ ਕੌਨਫੀਡੈਂਸ ਕਿਉਂ ਚੱਲ ਰਹੇ ਹੋ? ਓਵਰ ਕੌਨਫੀਡੈਂਸ ਵਾਲੀ ਗੱਲ ਨਹੀਂ, ਉਹ ਤਾਂ ਗਰਾਊਂਡ ਵਰਕ। ਇਹਨੂੰ ਓਵਰ ਕੌਨਫੀਡੈਂਸ ਤਾਂ ਨਹੀਂ ਮੇਰੇ ਖਿਆਲ ਨਾਲ ਕਹਿੰਦੇ, ਇਹਨੂੰ ਕਹਿੰਦੇ ਕਿ ਟੀਮ ਵਰਕ। ਆਪਣੇ ਕੈਂਡੀਡੇਟਸ ਨੂੰ ਜਲਦੀ ਤੋਂ ਜਲਦੀ ਤੁਸੀਂ ਮੈਦਾਨ 'ਚ ਉਤਾਰੋਗੇ ਤਾਂ ਜੋ ਕਿ ਵੀ ਉਹ ਆਪਣੀ ਸਟ੍ਰੈਟਜੀ ਤੇ ਕੰਮ ਕਰ ਸਕਦਾ ਹੈ, ਆਪਣੀ ਜਿਹੜੀ ਉਹਨਾਂ ਦੇ ਅੱਗੇ ਟੀਮਾਂ ਸੈੱਟ ਕਰਨੀਆਂ ਉਹਦੇ ਤੇ ਕੰਮ ਕਰ ਸਕਦਾ। ਇਸ ਵਾਸਤੇ ਮੈਂ ਓਵਰ ਕੌਨਫੀਡੈਂਸ ਨਹੀਂ ਕਹੂੰਗਾ, ਇਹਨੂੰ ਟੀਮ ਵਰਕ ਹੈ ਇਹ। ਔਰ ਜਿਹੜਾ ਆਪਣੇ ਜਿਹਨੂੰ ਜ਼ਿੰਮੇਵਾਰੀ ਦੇਣੀ ਹੈ ਟਾਈਮ ਤੇ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਜਿਹੜਾ ਅੱਗੇ ਦੀ ਸਟ੍ਰੈਟਜੀ ਹੈ ਉਹ ਬਣਾ ਸਕੇ, ਅੱਗੇ ਦੀ ਲੜਾਈ ਹੈ ਜਿਹੜੀ ਉਹ ਤਰੀਕੇ ਨਾਲ ਲੜ ਸਕੇ। ਨਹੀਂ ਤਾਂ ਕੀ ਕਰਨੇ ਹੋ ਤੁਸੀਂ ਜਦੋਂ ਹਾਲੇ ਤੱਕ ਤੁਹਾਨੂੰ ਸ਼ਾਇਦ ਉਹ ਮਿਹਣੇ ਮਰਨ ਵੱਜਣੋਂ ਨਹੀਂ ਹਟੇ ਵੀ ਤੁਸੀਂ ਬੜੀ ਦੇਰ ਬਾਅਦ ਜਾ ਕੇ ਜਿਹੜਾ ਹੈ ਭਾਜਪਾ ਨਾਲ ਸਮਝੌਤਾ ਤੋੜਿਆ ਸੀਗਾ। ਕਿਤੇ ਨਾ ਕਿਤੇ ਅੱਜ ਸ਼ਾਇਦ ਜਨਤਾ ਤੁਹਾਨੂੰ ਪੁੱਛੇਗੀ ਆਪਣੇ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਕਿਸਾਨੀ ਨੂੰ ਲੈ ਕੇ, ਜਿਨ੍ਹਾਂ ਨੇ ਕਿਸਾਨਾਂ ਦੀ ਕਹਿ ਲੋ ਵੀ ਸਾਥ ਉਸ ਟਾਈਮ ਨਹੀਂ ਦਿੱਤਾ ਸੀਗਾ ਜਾਂ ਤੁਸੀਂ ਪਹਿਲਾਂ ਹੁੰਗਾਰਾ ਭਰਦੇ ਰਹੇ ਸੀ, ਉਸ ਚੀਜ਼ ਦਾ ਹਰਜਾਨਾ ਨਹੀਂ ਹੋਏਗਾ ਤੁਹਾਨੂੰ? ਬਿਲਕੁਲ ਨਹੀਂ ਜੀ, ਬਿਲਕੁਲ ਕੋਈ ਹਰਜਾਨਾ ਨਹੀਂ। ਜੇ ਕਿਸੇ ਨੇ ਇਸ ਕਿਸਾਨ ਅੰਦੋਲਨ 'ਚ ਸਭ ਤੋਂ ਬੜੀ ਕੁਰਬਾਨੀ ਦਿੱਤੀ ਹੈ ਤਾਂ ਅਕਾਲੀ ਦਲ ਨੇ ਦਿੱਤੀ ਹੈ। ਬਿਲਕੁਲ ਕੁਰਬਾਨੀ ਕਹਾਂਗੇ ਜਦੋਂ ਪਹਿਲਾਂ ਤਾਰੀਫਾਂ ਕਰਦੇ ਰਹੇ ਬਿਲਕੁਲ ਸੁਖਬੀਰ ਬਾਦਲ ਨੇ ਇਹਨਾਂ ਨੂੰ ਅੱਤਵਾਦੀ ਦੱਸਿਆ ਸੀਗਾ। ਜਦੋਂ ਕਿਸੇ ਚੀਜ਼ ਵਾਸਤੇ ਆਪਾਂ ਸੈਂਟਰ ਗਵਰਨਮੈਂਟ ਨੇ, ਸਾਡੇ ਭਾਈਵਾਲ ਸੀ, ਸੈਂਟਰ ਗਵਰਨਮੈਂਟ ਨੇ ਕੋਈ ਚੀਜ਼ ਪੋਰਟਰੇ ਕੀਤੀ ਸਾਡੇ ਅੱਗੇ, ਅਸੀਂ ਲੋਕਾਂ ਅੱਗੇ ਪੋਰਟਰੇ ਕਰਕੇ ਦੇਖੀ। ਜਦੋਂ ਨਹੀਂ ਆਈ ਤੇ ਅਸੀਂ ਉਹਦੇ ਨਾਲ ਸਟੈਂਡ ਕਰਕੇ ਕੁਰਬਾਨੀ ਆਪ ਦਿੱਤੀ ਹੈ। ਕੋਈ ਤਾਂ ਇੱਥੇ ਸਰਪੰਚ ਹੀ ਨਹੀਂ ਚੜਦਾ, ਇਹ ਤਾਂ ਫਿਰ ਵਜ਼ੀਰੀ ਛੱਡੀ ਹੈ ਜੀ। ਇਹ ਦੇਖੋ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ 1 ਸਾਲ ਦੇ ਆਸ-ਪਾਸ ਅਸੀਂ ਦਿੱਲੀ ਦੀ ਰੂਹਾਂ ਤੇ ਬੈਠੇ ਰਹੇ। ਮੈਕਸੀਮਮ ਸਾਡੇ ਆਪਦੇ ਅਕਾਲੀ ਦਲ ਦੇ ਜਿਹੜੇ ਵਰਕਰ ਹੈ, ਅਸੀਂ ਵੀ ਜਾ ਕੇ ਆਏ ਉੱਥੇ, ਸਾਨੂੰ ਜਦੋਂ ਜਾਂਦੇ ਸੀ ਨਾ ਮੈਕਸੀਮਮ ਅਕਾਲੀ ਦਲ ਦੇ ਵਰਕਰ ਉੱਥੇ ਨਾਲ ਬੈਠੇ ਹੋਏ ਧਰਨਿਆਂ ਤੇ ਬੈਠੇ ਹੋਏ ਮਿਲਦੇ ਹੁੰਦੇ ਸੀ। ਅਸੀਂ ਆਪ ਪੂਰਾ ਜਿੰਨਾ ਕੁ ਇਨਪੁਟ ਦੇ ਸਕਦੇ ਸੀ ਧਰਨੇ ਵਾਸਤੇ, ਅਸੀਂ ਜਿੰਨਾ ਕੁ ਧਰਨੇ ਕਿਸਾਨ ਅੰਦੋਲਨ 'ਚ ਜਿੰਨਾ ਕੁ ਅਸੀਂ ਆਪਣਾ ਯੋਗਦਾਨ ਪਾ ਸਕਦੇ ਸੀ ਉਹ ਤੋਂ ਵੱਧ ਚੜ ਕੇ ਪਾਇਆ ਅਕਾਲੀ ਦਲ ਨੇ। ਸੁਖਬੀਰ ਬਾਦਲ ਜਦੋਂ ਫਤਿਹਗੜ੍ਹ ਗੁਰਦੁਆਰੇ ਜਾਂਦੇ ਪਬਲਿਕ ਨਾਲ ਰੌਲਾ ਪਾ ਕੇ ਭਜਾ ਦਿੰਦੀ ਹੈ। ਇਹ ਤਾਂ ਗੱਲ ਇਹ ਹੈ ਕਿ ਜੀ ਹੁਣ ਨਹੀਂ ਇਹ ਆਪਾਂ ਮੈਂ ਉਸ ਬਾਰੇ ਗੱਲ ਕਰਦੇ ਨੇ, ਗੁੱਸਾ ਨਹੀਂ, ਇਹ ਤਾਂ ਸਿਆਸੀ ਕਰਨਾ ਹੈ। ਇਹ ਸਿੰਪਲ ਸਿਆਸੀ ਕਰਨਾ ਹੈ। ਮੈਂ ਇਹ ਬਹੁਤ ਸੌਖਾ ਹੈ ਅੱਜ ਦੇ ਦਿਨ 'ਚ ਕਰਨਾ। ਢਿੰਗਰਾ ਸਾਹਿਬ ਕਦੇ ਜਾਣਗੇ ਮੈਂ 4 ਮੁੰਡੇ ਖੜੇ ਕਰਕੇ ਨਾਰੇ ਲਵਾ ਦਾਂਗਾ, ਉਹ ਨਹੀਂ ਹੈ। ਉਹ ਵਿਦਰੋਹ ਨਹੀਂ ਹੈ। ਉਹ ਲੋਕਾਂ ਦੀ ਇਹ ਨਹੀਂ ਹੈ ਕਿ ਲੋਕ ਤੁਹਾਡਾ ਗੁੱਸਾ ਢਿੰਗਰਾ ਸਾਹਿਬ ਦਾ ਢਿੰਗਰਾ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ, ਢਿੰਗਰਾ ਸਾਹਿਬ ਦੇ ਖਿਲਾਫ ਜੇ ਮੈਂ 4 ਬੰਦੇ ਖੜ ਕੇ ਨਾਰੇ ਮਰਵਾ ਰਿਹਾ ਤਾਂ ਮੇਰਾ ਗੁੱਸਾ ਹੋ ਸਕਦਾ, ਉਹ ਲੋਕਾਂ ਦਾ ਗੁੱਸਾ ਨਹੀਂ ਹੈ। ਮੇਰੀ ਰਾਜਨੀਤੀ ਹੋ ਸਕਦੀ ਹੈ, ਰਾਜਨੀਤੀ ਹੋ ਸਕਦੀ, ਬਿਲਕੁਲ ਜੀ ਰਾਜਨੀਤੀ ਹੋ ਸਕਦੀ ਹੈ। ਉਹ ਨਹੀਂ, ਅਸੀਂ ਕਿਸੇ ਨੂੰ ਕਠਪੁਤਲੀ ਬਣਾਉਣ ਵਾਲੀ ਕੋਈ ਗੱਲ ਨਹੀਂ ਕਰੀ। ਅਕਾਲੀ ਦਲ ਦਾ ਤਾਂ ਸਾਫ਼ ਸੁਥਰਾ ਸਿਧਾਂਤ ਹੈ ਕਿ ਅਸੀਂ ਕਿਸੇ ਨਾਲ ਕਠਪੁਤਲੀ ਵਾਲੀ ਗੱਲ ਤਾਂ ਕਰਦੇ ਨਹੀਂ। ਅਸੀਂ ਤਾਂ ਜਿੰਨਾ ਕੁ ਇਤਿਹਾਸ ਜਾਣਦਾ ਹੈ, ਜਿੰਨਾ ਕੁ ਅਕਾਲੀ ਦਲ ਦੇ ਟਾਈਮ ਸਰਕਾਰਾਂ ਦੇ ਟਾਈਮ 'ਚ ਜਿੰਨਾ ਖੁੱਲਾ, ਜਿੰਨਾ ਕੁ ਓਪਨ ਹੈਂਡ ਸਾਰੇ ਲੋਕਾਂ ਨੂੰ ਦਿੱਤਾ ਗਿਆ, ਧੱਕੇ ਧੁੱਕੇ ਕੋਈ ਨਹੀਂ ਹੋਏ, ਓਪਨ ਹੈਂਡ ਆਪਣੇ ਵਰਕਰਾਂ ਨੂੰ ਦਿੱਤਾ ਗਿਆ। ਆਪਣੀ ਜਿੰਨੇ ਕਿ ਜਿੱਥੇ ਐਮਐਲਏ ਬਣੇ ਹੈ ਚਾਹੇ ਨਹੀਂ ਵੀ ਬਣੇ ਉੱਥੇ ਸਾਰਾ ਜਿੰਨਾ ਓਪਨ ਹੈਂਡ ਦਿੱਤਾ ਜਾਂਦਾ ਹੈ। 100 ਸਾਲ ਤੁਹਾਡੀ ਉਮਰ ਹੈਗੀ, ਤੁਸੀਂ ਇੱਕ ਪੰਜਾਬ ਜੇ ਆਪਾਂ
ਨੈਸ਼ਨਲ ਲੈਵਲ ਤੇ ਗੱਲ ਕਰੀਏ, ਜਿਵੇਂ 28-29 ਸਟੇਟਾਂ ਨੇ, ਉਹਦੇ ਚੋਂ ਇੱਕ ਸਟੇਟ ਹੈਗੀ ਹੈ, ਤੁਸੀਂ ਖੇਤਰੀ ਪਾਰਟੀ ਦੇ ਜਿਹੜਾ ਕਹਿੰਦੇ ਠੱਪਾ ਹੀ ਤੁਹਾਡੇ ਤੇ ਜਾਂ ਬੁਰਾ ਲੱਗਿਆ, ਤੁਸੀਂ ਪੰਜਾਬ ਤੋਂ ਬਾਹਰ ਨਿਕਲ ਕੇ ਪੈਰ ਹੀ ਜਮਾ ਪਾਏ, ਕਹਿਣਾ ਭਗਵੰਤ ਮਾਨ ਦਾ 1920 ਚ ਸ਼ੁਰੂ ਤੇ 2020 ਦੇ ਵਿੱਚ ਖਤਮ, ਉਹ ਤੁਹਾਡੇ ਤੇ ਚੀਜ਼ ਬੜੀ ਲਾਗੂ ਜੀ ਹੁੰਦੀ ਲੱਗ ਰਹੀ ਹੈ। ਜੋ ਆਪਾਂ ਜਨਤਾ ਦੇ ਵਿੱਚ ਜਾ ਕੇ ਦੇਖਿਆ, ਤੁਸੀਂ ਵੀ ਪੰਜਾਬ 'ਚ ਦੌਰੇ ਕੀਤੇ ਹੈਗੇ ਸੀਗੇ, ਤੁਹਾਡੇ ਖੇਤਰੀ ਤੋਂ ਤੁਸੀਂ ਬਾਹਰ ਨਹੀਂ ਨਿਕਲ ਪਾਏ, ਤੁਸੀਂ ਕਹਿੰਦੇ ਹੋ ਕਿ ਬੜੀ ਸਾਡੀ ਵਾਈਲਡ ਸੋਚ ਹੈਗੀ ਹੈ। ਨਹੀਂ, ਖੇਤਰੀ ਤੋਂ ਬਾਹਰ ਨਹੀਂ ਨਿਕਲ ਪਾਏ ਤਾਂ ਸਾਡਾ ਜਿਹੜਾ ਫਰਸਟ ਪ੍ਰੈਫਰੈਂਸ ਉਹ ਹਮੇਸ਼ਾ ਪੰਜਾਬ ਹੀ ਰਿਹਾ। ਸੈਕਿੰਡ ਥਿੰਗ ਇਜ਼ ਜਿਹੜਾ ਅਸੀਂ ਜਿੱਥੇ ਜਿੱਥੇ ਸਾਡੇ ਸਿੱਖ ਭਰਾ ਵਸਦੇ ਆ, ਜਿੱਥੇ ਜਿੱਥੇ ਸਾਡੀ ਸਿੱਖ ਕਮਿਊਨਿਟੀ ਵਸਦੀ ਹੈ, ਉੱਥੇ ਜਾ ਕੇ ਉਹਨਾਂ ਨਾਲ ਖੜਨਾ ਸਾਡੀ ਇੱਕ ਸੈਕਿੰਡ ਪ੍ਰੈਫਰੈਂਸ ਨਹੀਂ ਸੀ, ਇਹ ਫਰਸਟ ਪ੍ਰੈਫਰੈਂਸ ਸੀ। ਅੱਛਾ, ਇਸ ਦੇ ਬਾਵਜੂਦ ਤੁਸੀਂ ਭਾਜਪਾ ਦੇ ਬਿਨਾਂ ਨਹੀਂ ਚੱਲ ਸਕਦੇ, ਤੁਸੀਂ ਬਸਪਾ ਬਿਨਾਂ ਨਹੀਂ ਚੱਲ ਸਕਦੇ, ਸ਼ਿਵ ਸੈਨਾ ਪਾਰਟੀਆਂ ਵਰਗੀਆਂ ਤੁਹਾਨੂੰ ਸਮਝੌਤਾ ਨਹੀਂ ਦਿੰਦੀਆਂ, ਤੁਹਾਨੂੰ ਉਹਨਾਂ ਦੀ ਲੋੜ ਹੈਗੀ ਹੈ, ਇਹ ਮਤਲਬ ਲੜਖੜਾਈ ਹੋਈ ਸਥਿਤੀ ਨਹੀਂ ਹੈਗੀ? ਬਿਲਕੁਲ ਲੜਖੜਾਈ ਵੀ ਕੋਈ ਸਿਚੁਏਸ਼ਨ ਨਹੀਂ ਹੈ। ਜਦੋਂ ਅੱਜ ਅਕਾਲੀ ਦਲ ਨੇ ਬਸਪਾ ਦਾ ਹੱਥ ਫੜਿਆ, ਬਸਪਾ ਦਾ ਹੱਥ ਫੜਿਆ, ਇਹ ਨਹੀਂ ਸੀ ਕਿ ਸਾਡੀ ਪੋਜੀਸ਼ਨ ਖਰਾਬ ਸੀ ਜਾਂ ਸਾਨੂੰ ਕੋਈ ਹੋਰ ਪ੍ਰੋਬਲਮ ਸੀ, ਬਿਲਕੁਲ ਨਹੀਂ। ਅਸੀਂ ਇੱਕ ਪਾਰਟੀ ਨੂੰ ਨਾਲ ਜੋੜਿਆ ਕਿ ਵੀ ਜਿਹੜੇ ਉਹਨਾਂ ਦੇ ਵਰਕਰ ਸੀ ਜਾਂ ਜਿਹੜੀ ਉਹਨਾਂ ਦੀ ਕਮਿਊਨਿਟੀ ਸੀ, ਕਾਫੀ ਟਾਈਮ ਤੋਂ ਨੈਗਲੈਕਟਡ ਫੀਲ ਕਰ ਰਹੀ ਸੀ, ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕਰਨ ਦਾ ਉਹ ਹੈ ਕਿ ਉਹਨਾਂ ਦੀ ਕਮਿਊਨਿਟੀ ਨੂੰ ਉੱਪਰ ਲੈ ਜਾਣ ਦਾ ਉਹ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਉਣਾ। ਤੁਸੀਂ ਮੰਨਦੇ ਹੋ ਕਿ ਬਸਪਾ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ? ਬਿਲਕੁਲ ਹੋਏਗਾ ਜੀ। ਤੁਸੀਂ ਐਲਾਨ ਕਰ ਰਹੇ ਹੋ ਉਹਨਾਂ ਤੇ। ਭਰਾ ਭੈਣ ਦਾ ਰਿਸ਼ਤਾ ਹੁੰਦਾ ਹੈ ਜਿਹੜਾ, ਉਹ ਕਦੇ ਫਾਇਦੇ ਨੁਕਸਾਨ ਵਾਸਤੇ ਤਾਂ ਦੇਖਿਆ ਨਹੀਂ ਜਾਂਦਾ। ਭਰਾ ਭੈਣ ਦਾ ਜਿਹੜਾ ਰਿਸ਼ਤਾ ਹੈ ਉਹ ਫਾਇਦੇ ਨੁਕਸਾਨ ਵਾਸਤੇ ਨਹੀਂ ਦੇਖਿਆ ਜਾਂਦਾ, ਉਹ ਤਾਂ ਇਸ ਵਾਸਤੇ ਹੁੰਦਾ ਹੈ ਕਿ ਵੀ ਆਪਣੇ ਭਰਾ ਨੂੰ ਔਰ ਆਪਣੀ ਭੈਣ ਨੂੰ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ, ਬਣਦਾ ਉਹਨਾਂ ਨੂੰ ਇੱਜ਼ਤਮਾਨ ਦਿਵਾਇਆ ਜਾਵੇ। ਚਲੋ, ਸ਼੍ਰੋਮਣੀ ਅਕਾਲੀ ਦਲ ਤੁਸੀਂ ਪ੍ਰਤੀਨਿਧੀ ਹੈਗੇ ਹੋ, ਤੁਸੀਂ ਪੰਜਾਬ ਭਰ ਚ ਦੌਰੇ ਵੀ ਕਰਕੇ ਆਏ ਹੋ, ਕਿਹੜੀਆਂ ਸੀਟਾਂ ਤੁਹਾਨੂੰ ਲੱਗਦੀਆਂ ਤੁਹਾਡੇ ਖਾਤੇ 'ਚ ਪੈ ਸਕਦੀਆਂ? ਸੀਟਾਂ ਨੂੰ ਜੇ ਮੈਂ ਗਿਣਨ ਲੱਗਿਆ ਤਾਂ ਮੈਨੂੰ ਕਾਫੀ ਟਾਈਮ ਲੱਗ ਜਾਣਾ, ਪਰ ਸਰਕਾਰ ਬਣਾਵਾਂਗੇ ਜੀ, 100% ਬਣਾਵਾਂਗੇ, ਤੁਸੀਂ ਪਰਵਾਹ ਨਾ ਕਰੋ। 10 ਤਰੀਕ ਨੂੰ ਜਦੋਂ ਰਿਜ਼ਲਟ ਆਉਗੇ, ਓਵਰ ਕੌਨਫੀਡੈਂਟ ਨਹੀਂ ਜੀ, ਦੇਖੋ ਓਵਰ ਕੌਨਫੀਡੈਂਟ ਦੀ ਗੱਲ, ਕਾਨਫੀਡੈਂਸ ਦੀ ਗੱਲ ਮੈਂ ਤਾਂ ਕਰਦਾ ਜੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਨਹੀਂ ਜੀ ਨਹੀਂ ਅਸੀਂ ਤਾਂ 100 ਸੀਟਾਂ ਲਿਆ ਰਹੇ ਹਾਂ, ਅਸੀਂ ਤਾਂ ਮੈਜੋਰਟੀ ਨਾਲ ਸਰਕਾਰ ਬਣਾਵਾਂਗੇ, 110% ਸਰਕਾਰ ਬਣਾਵਾਂਗੇ। ਤੇ ਮੈਂ ਆਈ ਕੈਨ ਗਿਵ ਯੂ ਇਨ ਨੰਬਰਸ, ਜਿਹੜੇ ਨੰਬਰਸ ਹੈ ਮੈਂ ਉਹਨਾਂ ਚ ਵੀ ਦੱਸ ਸਕਦਾ ਕਿ ਵੋਟ ਪਰਸੈਂਟੇਜ ਦੇ ਨੰਬਰਸ ਦੀ ਗੱਲ ਕਰ ਰਹੇ, ਵੋਟ ਪਰਸੈਂਟੇਜ ਦੇ ਨੰਬਰ ਮੈਂ ਪਹਿਲਾਂ ਹਾਂ ਹੋ ਸਕਦਾ ਸੀ ਕਿ ਜਦੋਂ ਬੀਜੇਪੀ ਅਲੱਗ ਉਹਨਾਂ ਨੇ ਕੈਪਟਨ ਸਾਹਿਬ ਉਹਨਾਂ ਨਾਲ ਜੁੜ ਕੇ ਨਹੀਂ ਆ ਰਹੇ ਸੀ ਤਾਂ ਤੱਕ ਹੋ ਸਕਦਾ ਸੀ ਕਿ ਮੈਂ ਨੰਬਰਸ ਕੁਝ ਹੋਰ ਹੁੰਦੇ। ਜਦੋਂ ਤੱਕ ਆਮ ਆਦਮੀ ਪਾਰਟੀ ਝੂਠ ਦਾ ਪ੍ਰਚਾਰ ਜਿੱਦਾਂ ਕਰ ਰਹੀ ਸੀ ਤਾਂ ਤੱਕ ਹੋ ਸਕਦਾ ਸੀ ਨੰਬਰ ਹੋਰ ਹੁੰਦੇ, ਪਰ ਜਦੋਂ ਤੋਂ ਲੋਕਾਂ ਦੇ ਅੱਗੇ ਆਮ ਆਦਮੀ ਪਾਰਟੀ ਦੀ ਅਸਲੀਅਤ ਆਉਣ ਲੱਗੀ, ਜਦੋਂ ਤੋਂ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਆਉਣ ਲੱਗਾ ਆਮ ਆਦਮੀ ਪਾਰਟੀ ਦਾ, ਉਸ ਤੋਂ ਬਾਅਦ ਨੰਬਰਸ ਬਹੁਤ ਚੇਂਜ ਹੋਏ। ਵੋਟ ਪਰਸੈਂਟੇਜ ਪਿਛਲੀ ਵਾਰ ਨਾਲੋਂ ਵੀ ਐਤਕੀ ਵੱਧ ਕੇ ਆਏਗੀ ਅਕਾਲੀ ਦਲ ਦੀ। ਚਲੋ, ਢਿੰਗਰਾ ਸਾਹਿਬ ਤੁਹਾਡੇ ਵੱਲ ਆ ਰਹੇ ਆ। ਆਪਣਾ ਕੈਪਟਨ ਬਾਵਾ ਨੇ ਬੜੇ ਦਾਅਵੇ ਨਾਲ ਕਹਿੰਦੇ ਜੀ ਸਰਕਾਰ ਬਣਾ ਰਹੇ ਆ, ਕਹਿੰਦੇ ਮੈਂ ਨਹੀਂ ਕਹਿੰਦਾ ਵੀ 100 ਸੀਟਾਂ ਪਰ ਸਰਕਾਰ ਬਣਾ ਰਹੇ ਆ, ਕੀ ਮਤ ਰੱਖਦੇ ਹੋ? ਦੇਖੋ, ਗੱਲ ਇਹ ਹੈ ਜਿਹੜੀਆਂ ਪਾਰਟੀਆਂ ਅਕਾਲੀ ਦਲ ਲੋ, ਬੀਜੇਪੀ ਲੋ, ਪਹਿਲਾਂ ਕਿੰਨੇ ਮੁੱਦੇ ਸੀਗੇ ਜਿਹੜੇ 5 ਸਾਲਾਂ ਦੇ ਮੁੱਦੇ ਸੀਗੇ, ਉਹ ਜਦੋਂ ਇਹਨਾਂ ਨੇ ਕਿਸਾਨ ਕਾਨੂੰਨ ਰੱਦ ਕੀਤੇ ਸੀਗੇ, ਉਹ ਉਸ ਤੋਂ ਬਾਅਦ ਅਕਾਲੀ ਦਲ ਦਾ ਚਿਹਰਾ ਜਿਹੜਾ ਹੈ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਸੀਗਾ, ਨੰਗੇ ਹੋ ਗਏ, ਬਿਲਕੁਲ ਕਲੀਅਰ ਨੰਗੇ ਹੋ ਗਏ। ਔਰ ਉਸ ਤੋਂ ਬਾਅਦ ਜਦੋਂ ਹੁਣ ਬੀਜੇਪੀ ਦੀ ਵਾਰੀ ਆਈ, ਬੀਜੇਪੀ ਨੇ ਜੋ ਲੋਕਾਂ ਦੇ ਨਾਲ, ਪੰਜਾਬ ਦੇ ਲੋਕਾਂ ਨਾਲ ਕੀਤਾ ਉਹ ਤਾਂ ਹੈ ਹੀ ਹੈ, 750 ਸ਼ਹੀਦੀਆਂ ਹੋਈਆਂ ਕਿਸਾਨਾਂ ਦੀਆਂ, ਉਹਦੇ ਲਈ ਕੁਝ ਨਹੀਂ ਕੀਤਾ। ਔਰ ਦੂਸਰੀ ਗੱਲ, ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਦੂਸਰੇ ਹੈ, ਇਹਨਾਂ ਦੇ ਤਾਂ ਝੋਲੇ ਜਿਹੜੇ ਨੇ ਸਾਰੇ ਦੂਜੇ ਲੋਕ ਹੀ ਖੋਲ ਰਹੇ, ਆਪ ਦੇ ਲੋਕ ਖੋਲ ਰਹੇ ਹੈ। ਜਿਹੜੀ ਸਟੇਟਮੈਂਟ ਕੁਮਾਰ ਵਿਸ਼ਵਾਸ ਨੇ ਦਿੱਤੀਆਂ ਹੈਗੀਆਂ, ਇਹ ਗੱਲ ਪ੍ਰੂਵ ਵੀ ਹੁੰਦੀ ਹੈ ਕਿ 2017 ਦੇ ਵਿੱਚ ਮੋਗਾ ਦੇ ਉਸ ਘਰ ਦੇ ਵਿੱਚ ਜਾ ਕੇ ਕੌਣ ਠਹਿਰਿਆ ਸੀ, ਉੱਥੇ ਕੇਜਰੀਵਾਲ ਖੁਦ ਠਹਿਰਿਆ ਸੀ। ਔਰ ਜਿਹੜੀਆਂ ਗੱਲਾਂ ਕੁਮਾਰ ਵਿਸ਼ਵਾਸ ਨੇ ਕੀਤੀਆਂ ਉਸ ਦੇ ਉੱਤੇ ਬਿਲਕੁਲ ਚਰਚਾ ਦੇ ਵਿੱਚ ਆਹ ਕਲੈਰਿਟੀ ਆਈ ਕਿ ਇਹ ਲੋਕ ਉਮਾਦ ਫੈਲਾਣਾ ਚਾਹੁੰਦੇ ਪੰਜਾਬ ਦੇ ਅੰਦਰ, ਔਰ ਪੰਜਾਬ ਦੇ ਅੰਦਰ ਅਗਰ ਉਮਾਦ ਫੈਲੇਗਾ ਤਾਂ ਉਸ ਦੇ ਨਾਲ ਪੰਜਾਬ ਦਾ ਨੁਕਸਾਨ ਹੋਏਗਾ। ਨਹੀਂ, ਪਰ ਇਸ ਵਜ੍ਹਾ ਰੋਕ ਰਿਹਾ ਮੈਂ, ਜਿਹੜੇ ਖਾਲਿਸਤਾਨੀ ਪੱਖ ਦੇ ਸੋਚ ਦੇ ਮਾਲਕ ਨੇ, ਹਾਂ ਪੱਖੀ ਖਾਲਿਸਤਾਨ ਦੀ ਗੱਲ ਕਰ ਰਹੇ ਨੇ, ਉਹ ਫਿਰ ਕੇਜਰੀਵਾਲ ਦਾ ਸਾਥ ਨਹੀਂ ਦੇਣਗੇ ਇਸ ਚੀਜ਼ ਨਾਲ? ਨਹੀਂ, ਦੇਖੋ, ਅਗਰ ਇਹ ਹਾਂ ਜਾਂ ਨਾ ਦਾ ਜਵਾਬ ਦੇ ਦੇਵੇ ਤਾਂ ਗੱਲ ਕਲੈਰਿਟੀ ਚ ਆ ਜਾਂਦੀ ਹੈ, ਲੇਕਿਨ ਉਹ ਇਸ ਗੱਲ ਤੋਂ ਭੱਜ ਰਹੇ ਨੇ ਹੁਣ। ਲੇਕਿਨ ਕੁਮਾਰ ਵਿਸ਼ਵਾਸ ਨੇ ਆਹ ਗੱਲ ਕਲੀਅਰ ਕਰਤੀ ਕਿ ਇਹਨਾਂ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਆਪਸ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ, ਇੰਗਲੈਂਡ ਹੋਵੇ ਕੈਨੇਡਾ ਹੋਵੇ, ਉਹ ਸਾਰਿਆਂ ਨਾਲ ਇਹਦੀ ਗੱਲਬਾਤ ਹੋਈ ਸੀ। ਅਗਰ ਇਹ ਹੋਈ ਹੈ ਜਾਂ ਨਹੀਂ ਹੋਈ ਹੈ, ਆਪਾਂ ਕਿਉਂ ਕਹੀਏ ਵੀ ਇਹ ਹੋਈ ਹੈ ਕਿ ਨਹੀਂ ਹੋਈ ਹੈ? ਇਹਨਾਂ ਨੂੰ ਹੀ ਕਹਿਣਾ ਚਾਹੀਦਾ ਵੀ ਹੋਈ ਹੈ ਕਿ ਨਹੀਂ ਹੋਈ। ਭੱਜ ਕਿਉਂ ਰਹੇ ਹੈ ਆਮ ਆਦਮੀ ਵਾਲੇ, ਭੱਜ ਕਿਉਂ ਰਹੇ ਹੈ, ਇੱਧਰ ਉੱਧਰ ਭੱਜ ਰਹੇ, ਇਹਦਾ ਮਤਲਬ ਹੋਈ ਹੈ। ਗੱਲ ਤਾਂ ਇਹ ਹੈ। ਔਰ ਦੂਸਰੀ ਗੱਲ, ਜੇ ਅਗਰ ਆਮ ਆਦਮੀ ਪਾਰਟੀ ਇੰਨੀ ਹੋਈ ਤਕੜੀ ਹੁੰਦੀ ਤਾਂ ਆਮ ਆਦਮੀ ਪਾਰਟੀ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕਰੀ ਹੈ ਇਸ ਗੱਲ ਤੇ। ਮਤਲਬ ਕਿ ਉਹ ਜਿਹੜੀ ਨਾ ਹੁੰਦੀ ਹੈ ਹਾਂ ਦਾ ਇਸ਼ਾਰਾ ਹੈ, ਬਿਲਕੁਲ ਸਿੱਧੀ ਗੱਲ।
ਸਿੱਧੀ ਗੱਲ ਇਹ ਹੈ, ਪਬਲਿਕ ਦੇ ਵਿੱਚ ਹਾਂ ਵਾਲਾ ਇਸ਼ਾਰਾ ਸਿੱਧਾ ਦੇ ਰਹੇ ਨੇ। ਉਸ ਤੋਂ ਬਾਅਦ ਵੀ ਪਬਲਿਕ ਹੁਣ ਵੋਟ ਪਾਊਗੀ, ਉਹ ਕਿਸ ਤਰ੍ਹਾਂ ਪਾਊਗੀ ਉਹ ਸਮਝ ਦੀ ਗੱਲ ਹੈ। ਲੇਕਿਨ ਮੈਂ ਇੱਕ ਚੀਜ਼ ਕਹਿੰਦਾ ਵੀ ਜਿਹੜਾ ਇਹਨਾਂ ਦੀ ਪੋਲ ਸਾਰੀ ਪਾਰਟੀਆਂ ਦੀ ਖੁੱਲ ਗਈ ਔਰ ਕਾਂਗਰਸ ਪਾਰਟੀ ਦੇ ਜਿਹੜੇ ਕੰਮ ਸੀਗੇ ਉਹ ਹੁਣ ਸਾਹਮਣੇ ਆਣਗੇ। 111 ਦਿਨਾਂ ਦੇ ਵਿੱਚ ਵੀ ਜਿਹੜੇ ਚੰਨੀ ਸਾਹਿਬ ਨੇ ਕੰਮ ਕੀਤੇ ਆ, ਉਹਦੇ ਚ ਉਹਨਾਂ ਨੇ ਇੱਕ ਗਰੀਬ ਆਦਮੀ, ਆਮ ਆਦਮੀ ਦੇ ਹੱਕ ਦੇ ਜਿਹੜੇ ਕੰਮ ਕੀਤੇ ਆ, ਲੋਕ ਉਸ ਨੂੰ 111 ਦਿਨਾਂ ਦੇ ਵਿੱਚ 111 ਦਿਨਾਂ ਦੇ ਵਿੱਚ 1 ਮਹੀਨੇ ਤੋਂ ਕਰੀਬ ਜਾਂ 20-25 ਦਿਨ ਹੋ ਗਏ ਸੀ ਜਿਹੜੇ ਬਲਾਈਂਡ ਨੇ ਸੀਐਮ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ ਨੇ। ਸੜਕ ਤੇ ਆਂਗਨਵਾੜੀ ਵਰਕਰਾਂ ਨੇ ਹਾਈਵੇ ਜਾਮ ਕੀਤਾ, ਕਾਂਗਰਸ ਜੀ ਉਹਨਾਂ ਨੂੰ ਫਿਜ਼ੀਕਲੀ ਥ੍ਰੈਟ ਕਰਕੇ ਭਜਾ ਕੇ ਆਏ। 111 ਦਿਨਾਂ ਕੰਮਾਂ 'ਚ ਇਹ ਵੀ ਆਏਗਾ ਕਿ ਕਹਿ ਜਾ ਸੀਐਮ ਜਿਹਦੇ ਘਰ ਦੇ ਬਾਹਰ ਸਭ ਤੋਂ ਜ਼ਿਆਦਾ ਧਰਨੇ ਲੱਗੇ। ਨਹੀਂ, ਦੇਖੋ ਧਰਨੇ ਲਾਣਾ ਤਾਂ ਔਰ ਆਪਣੀ ਗੱਲ ਰੱਖਣਾ ਲੋਕਾਂ ਦਾ ਕੰਮ ਹੈਗਾ। ਇਹ ਤਾਂ ਲੱਗੇ ਜਦੋਂ ਚੰਨੀ ਕਹਿੰਦਾ ਸੀ ਕਿ ਮੈਂ ਵਾਅਦੇ ਨਹੀਂ ਕਰ ਰਿਹਾ, ਮੈਂ ਫੈਸਲੇ ਕਰ ਰਿਹਾ। ਉਹਦੇ ਕੀਤੇ ਹੋਏ ਫੈਸਲੇ ਨੂੰ ਲੈ ਕੇ ਲੱਗੇ। ਕੱਚੇ ਮੁਲਾਜ਼ਮ ਪੱਕੇ ਕਰਨ ਦੀ ਫਾਈਲ ਗਵਰਨਰ ਕੋਲ ਜਾਂਦੀ ਹੈ, ਗਵਰਨਰ ਫਾਈਲ ਮੋੜ ਦਿੰਦਾ। ਇਹ ਵੀ ਉਪਲਬਧੀ 111 ਦਿਨਾਂ ਚਰਨਜੀਤ ਦੀ। ਦੇਖੋ ਗਵਰਨਰ ਕੌਣ ਹੈ ਉਹ ਸਾਰਿਆਂ ਨੂੰ ਪਤਾ ਹੈ, ਗਵਰਨਰ ਕਿੱਧਰੋਂ ਦੀ ਆ ਰਿਹਾ ਉਹ ਸਾਰਿਆਂ ਨੂੰ ਪਤਾ ਹੈ। ਜਦੋਂ ਫਾਈਲ ਜਾਣ ਦਾ ਮਤਲਬ ਇਹ ਹੁੰਦਾ ਹੈ ਕਿ ਚੰਨੀ ਦਾ ਮਨ ਸੀਗਾ ਫਾਈਲ ਦੇਣ ਦਾ, ਅੱਗੇ ਅਗਰ ਕੋਈ ਮੋੜਦਾ ਹੈ ਤਾਂ ਗਵਰਨਰ ਦੀ ਐਰਰ ਇਹ ਲੱਗਿਆ ਸੀ ਕਿ ਸੀਐਮ ਨੇ ਚੀਫ ਮਿਨਿਸਟਰ ਆਫਿਸ ਪੰਜਾਬ ਨੇ ਟੈਕਨੀਕਲੀ ਫਾਈਲ ਪੂਰੀ ਕਰਕੇ ਨਹੀਂ ਭੇਜੀ। ਦੇਖੋ ਗੱਲ ਇਹ ਹੈ, ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਚੰਨੀ ਸਾਹਿਬ ਨੇ ਇੱਕ ਗੱਲ ਕਹੀ ਹੈ, ਜਿੰਨੇ ਕੰਮ ਮੈਂ 111 ਦਿਨਾਂ ਚ ਕਰ ਪਾਇਆ, ਜੇ ਅਗਲਾ 5 ਸਾਲ ਦਾ ਮੌਕਾ ਮਿਲੂਗਾ ਤਾਂ ਪੂਰੇ ਕੰਮ ਹੋਣਗੇ। ਜਿਹੜੇ ਕੰਮ ਰੁਕ ਗਏ, ਜਿਹੜੀ ਭਰਤੀਆਂ ਦੀ ਗੱਲ ਉਹਨਾਂ ਨੇ ਕਹੀ ਹੈ, ਜਿਹੜੇ ਰੁਕੇ ਹੋਏ ਕੰਮਾਂ ਦੀ ਗੱਲ ਕਹੀ ਹੈ, ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਕਹੀ ਹੈ, ਜਿਹੜੇ ਇਲਾਕਿਆਂ ਦੇ ਮੇਨ ਵੱਡੇ ਕੰਮ ਹੈ ਉਹਨਾਂ ਦੀ ਗੱਲ ਕਹੀ ਹੈ। ਹੁਣ ਮੈਨੂੰ ਇੱਕ ਗੱਲ ਦੱਸੋ, ਚੰਨੀ ਸਾਹਿਬ ਨੇ ਤਾਂ ਆਪਣੀ ਗੱਲ ਕੀਤੀ ਵੀ ਔਰ ਕਰਕੇ ਵੀ ਦਿਖਾਈ ਹੈ। ਕੇਜਰੀਵਾਲ ਜੀ ਇਹ ਕਹਿੰਦੇ ਆ ਦਿੱਲੀ 'ਚ ਕਿ ਮੈਂ ਜਿਹੜਾ SYL ਦਾ ਪਾਣੀ ਹੈ ਉਹ ਮੈਨੂੰ ਚਾਹੀਦਾ ਦਿੱਲੀ 'ਚ, ਔਰ ਪੰਜਾਬ ਆ ਕੇ ਕਹਿੰਦੇ ਆ ਮੈਂ ਹਰਿਆਣਾ ਨੂੰ ਇੱਕ ਬੂੰਦ ਨਹੀਂ ਦਿਆਂਗਾ ਪਾਣੀ ਦੀ। ਤੁਸੀਂ ਦੱਸੋ ਨਾ, ਆਪ ਦੀ ਗੱਲ ਦੇ ਵਿੱਚ ਆਪ ਹੀ ਫਸ ਜਾਂਦੇ ਨੇ। ਉਹ ਦੱਸਣ ਕਿ ਪੰਜਾਬ SYL ਦਾ ਪਾਣੀ ਹਰਿਆਣਾ 'ਚ ਦਊਗਾ ਜਾਂ ਨਹੀਂ ਦਊਗਾ, ਇੱਥੇ ਕਲੈਰਿਟੀ ਕਰਨ। ਕੇਜਰੀਵਾਲ ਦਾ ਸਟੈਂਡ ਔਰ ਉੱਥੋਂ ਕਹਿੰਦੇ ਨੇ ਦਿੱਲੀ ਤੋਂ ਆਵਾਜ਼ ਕਰਦੇ ਨੇ ਕਿ ਪਾਣੀ ਲੈ ਕੇ ਰਹੂੰਗਾ, ਇੱਧਰ ਆ ਕੇ ਕਹਿੰਦੇ ਅਸੀਂ ਹਰਿਆਣਾ ਨੂੰ ਬੂੰਦ ਨਹੀਂ ਦੇਵਾਂਗੇ, ਤੇ ਪਾਣੀ ਹਵਾ 'ਚੋਂ ਜਾਊਗਾ ਉੱਥੇ। ਜੀ ਚਲੋ, ਕਲੈਰਿਟੀ ਨਹੀਂ ਹੈ ਨਾ ਕੋਈ ਵੀ ਗੱਲ। ਸੋ ਬਲਜੀਤ ਪਰਮਾਰ ਸੀਨੀਅਰ ਪੱਤਰਕਾਰ ਵੀ ਸਾਡੇ ਨਾਲ ਮੌਜੂਦ ਹੈਗੇ ਨੇ। ਪਰਮਾਰ ਸਾਹਿਬ ਦੀ ਰਾਏ ਇਸ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਜਦੋਂ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਬਣਾਈ ਨਹੀਂ ਸੀ ਨਾ, ਕਾਂਗਰਸ 'ਚ ਹੀ ਸੀਗੇ, ਮੁੱਖ ਮੰਤਰੀ ਉਹ ਸੀਗੇ, ਉਹਨਾਂ ਦੇ ਹੁੰਦਿਆਂ 4 ਮਹੀਨੇ ਪਹਿਲਾਂ ਇਹਨਾਂ ਨੇ ਕਹਿਤਾ ਸੀਗਾ ਪਰਮਾਰ ਸਾਹਿਬ ਨੇ, ਜਿਨ੍ਹਾਂ ਦੀ ਜ਼ਿੰਦਗੀ ਦਾ ਤਜਰਬਾ ਪੱਤਰਕਾਰਤਾ ਦਾ, ਕਿ ਕੈਪਟਨ ਕਾਂਗਰਸ ਛੱਡੇਗਾ। 4 ਮਹੀਨੇ ਬਾਅਦ ਉਹ ਚੀਜ਼ ਹੋਈ ਸੀ। ਤੇ ਇੱਕ ਹੋਰ ਗੱਲ ਆਪਣੇ ਪੱਤਰਕਾਰਤਾ ਦੇ ਲਹਿਜੇ ਨਾਲ ਪਰਮਾਰ ਸਾਹਿਬ ਨੇ ਕੀਤੀ ਹੋਈ ਹੈ ਕਿ ਭਾਜਪਾ ਤੇ ਜਿਹੇ ਮਰਜ਼ੀ ਦੋਸ਼ ਲੱਗਣ, ਪਰ ਆਉਣ ਵਾਲਾ ਦੇਸ਼ ਦਾ ਰਾਸ਼ਟਰਪਤੀ ਮੁਸਲਿਮ ਹੋਏਗਾ। ਸੋ ਇੱਕ ਵਾਰ ਫਿਰ ਅਸੀਂ ਸਕਰੀਨ ਤੇ ਇਸ ਚੀਜ਼ ਦਾ ਦਾਅਵਾ ਕਰ ਰਹੇ ਹਾਂ ਕਿ ਪਰਮਾਰ ਸਾਹਿਬ ਦਾ ਦਾਅਵਾ ਹੈ। ਸੋ ਇਸ ਕਰਕੇ ਅੱਜ ਪੰਜਾਬ ਦਾ ਸਿਨੈਰੀਓ ਕੀ ਹੈ, ਪੰਜਾਬ 'ਚ ਕਿਹੜੀ ਰਾਜਨੀਤਿਕ ਦਲ ਹੈ ਜਿਹੜਾ ਮੈਂਡੇਟ ਲੈ ਕੇ ਆ ਸਕਦਾ, ਸੱਤਾ ਬਾਜ਼ਾਰ ਕੀ ਕਹਿ ਰਿਹਾ ਹੈ, ਕਿਉਂਕਿ ਕ੍ਰਾਈਮ ਤੇ ਅਪਰਾਧ ਤੇ ਨੈਸ਼ਨਲ ਕ੍ਰਾਈਮ ਸੱਤਾ ਬਾਜ਼ਾਰ ਕਿੱਧਰ ਜਾ ਰਿਹਾ ਅੱਜ ਦੀ ਵੋਟਿੰਗ ਲੈ ਕੇ, ਤੇ ਕਿਹੜੀ ਪਾਰਟੀ ਪੰਜਾਬ 'ਚ ਹੁਣ ਸੱਤਾ ਸੰਭਾਲ ਸਕਦੀ ਹੈ। ਦੇਖੋ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ 21 ਵਾਰੀ ਪਿਛਲੇ 7 ਦਿਨਾਂ 'ਚ ਇਹ ਬਿਆਨ ਦਿੱਤਾ ਕਿ ਪੰਜਾਬ ਵਿੱਚ ਸਰਕਾਰ BJP ਦੀ ਬਣੇਗੀ। ਜਦੋਂ ਇੱਕ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਸਰਕਾਰ ਸਾਡੀ ਬਣੇਗੀ ਤੇ ਉਹਦੇ ਪਿੱਛੇ ਕੋਈ ਮਾਣਾ ਹੁੰਦਾ, ਕੋਈ ਉਹਦੇ ਪਿੱਛੇ ਉਹਨਾਂ ਦੀ ਸਟ੍ਰੈਟਜੀ ਹੋਏਗੀ ਜੀ, ਕੋਈ ਉਹਦੇ ਪਿੱਛੇ ਉਹਨਾਂ ਦੀ ਚਾਲ ਹੋਏਗੀ, ਕੋਈ ਮੈਨੂਪੂਲੇਸ਼ਨ ਹੋਏਗੀ, ਕੋਈ ਮੈਨੂਵਰਿੰਗ ਹੋਏਗੀ। ਪਬਲਿਕ ਨਹੀਂ ਹੋਏਗੀ ਪਿੱਛੇ, ਕੁਝ ਪਬਲਿਕ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ। ਉਹਨਾਂ ਦੀ ਆਪਣੀ ਮੈਨੂਵਰਿੰਗ ਇੰਨੀ ਸਟਰੋਂਗ। ਦੇਖੋ ਨਾ ਤੁਸੀਂ ਪਿਛਲੇ ਲੈ ਲਓ ਕਿ ਮਿਜ਼ੋਰਮ ਵੱਲ ਨਾਰਥ ਈਸਟ 'ਚ ਇਹਨਾਂ ਦੇ 3 MLA ਸੀ ਤੇ 28 ਕਾਂਗਰਸ ਦੇ ਸੀਗੇ। ਉਹ ਤੋੜ ਕੇ 31 ਕਾਂਗਰਸ ਦੇ ਸੀ, 28 ਤੋੜ ਕੇ ਆਪਣੀ ਸਰਕਾਰ ਬਣਾ ਕੇ 3 ਇਹਨਾਂ ਦੇ ਤੇ 28 ਕਾਂਗਰਸ ਦੇ ਲੈ ਲਏ। ਕਰਨਾਟਕਾ 'ਚ ਇਹਨਾਂ ਨੇ ਕਾਂਗਰਸ ਦੇ MLA ਨੂੰ ਅਸਤੀਫਾ ਦਵਾ ਕੇ ਦੁਬਾਰਾ ਇਲੈਕਸ਼ਨ ਲੜਾ ਕੇ ਨਕਲੀ ਮੈਜੋਰਟੀ ਕ੍ਰੀਏਟ ਕਰਕੇ ਕਰਾ ਕੇ ਉੱਥੇ ਆਪਣੀ ਸਰਕਾਰ ਬਣਾ ਲਈ। ਬਿਲਕੁਲ ਜੀ, ਇਸ ਤਰ੍ਹਾਂ ਹੀ ਇਹਨਾਂ ਦਾ ਕੰਮ ਹੈ। ਇਹ ਗੋਆ 'ਚ ਇਹਨਾਂ ਨੇ ਪਹਿਲਾਂ ਜਿਹੜੀ ਸਰਕਾਰ ਚਲਾਈ ਜੀ, 14 ਬੰਦੇ ਕਾਂਗਰਸ ਦੇ ਤੋੜੇ, 18 ਚੋਂ ਤੇ ਆਪਣੀ ਸਰਕਾਰ ਬਣਾ ਲਈ ਜੀ। ਕਿਤੇ ਨਾ ਕਿਤੇ BJP ਦੀ ਜਿਹੜੀ ਤੋੜ ਮਰੋੜ ਦੀ ਕਾਰਵਾਈ ਹੈ ਉਹ ਸਰਕਾਰੀ ਸੰਰਕਸ਼ਣ 'ਚ ਚਲਾਈ ਜਾਂਦੀ ਹੈ ਔਰ BJP 'ਚ ਕਾਮਯਾਬ ਹੋ ਜਾਂਦੀ ਹੈ ਕਿਉਂਕਿ ਸੈਂਟਰ 'ਚ ਸੱਤਾ ਤੇ ਕਾਬਜ਼ ਹੈ।
ਠੀਕ ਹੈ। ਦੇਸ਼ ਦੀਆਂ ਸਾਰੀਆਂ ਏਜੰਸੀਆਂ ਦੇਸ਼ ਲਈ ਨਹੀਂ ਕੰਮ ਕਰ ਰਹੀਆਂ, ਉਹ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਹੀਆਂ। ਜਾਂ ਕਹਿ ਦਈਏ ਕਿ ਰੂਲਿੰਗ ਲਈ ਪਾਰਟੀ ਲਈ ਕੰਮ ਕਰਦੀ ਹੈ ਕਿ ਭਾਜਪਾ ਲਈ ਕਰ ਰਹੀ ਹੈ? ਭਾਜਪਾ ਅੱਛਾ, ਰੂਲਿੰਗ ਪਾਰਟੀਆਂ ਲਈ ਨਹੀਂ ਕਰਦੀਆਂ। ਈਡੀ, ਸੀਬੀਆਈ, ਇਨਕਮ ਟੈਕਸ, ਇਹ ਸਾਰੀਆਂ ਏਜੰਸੀਆਂ ਜਿਹੜੀਆਂ ਨੇ, ਐਨਸੀਬੀ ਨਾਰਕੋਟਿਕਸ ਕੰਟਰੋਲ ਬਿਊਰੋ ਹੋਇਆ, ਸੀਰੀਅਸ ਫਰਾਡ ਕਮਿਸ਼ਨ ਹੋਇਆ, ਇਹ ਸਾਰੀਆਂ ਏਜੰਸੀਆਂ ਜਿਹੜੀਆਂ ਇਹ ਬੀਜੇਪੀ ਲਈ ਕੰਮ ਕਰਦੀਆਂ, ਸਰਕਾਰ ਲਈ ਨਹੀਂ ਕਰ ਰਹੀਆਂ, ਕੇਂਦਰ ਸਰਕਾਰ ਲਈ ਨਹੀਂ। ਮਤਲਬ ਕੀ ਕਹੀਏ, ਭਾਜਪਾ ਚ ਨਹੀਂ ਕਾਬਲੀਅਤ ਹੈਗੀ ਹੈ, ਇਹਨਾਂ ਨੂੰ ਲਾ ਲੈਂਦੀ ਆਪਣੇ ਨਾਲ? ਹਾਂ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ, ਹੈ। ਉਹ ਉਹਨਾਂ ਦੇ ਬੜੇ ਸਟਰੋਂਗ ਆਰਮ ਟੈਕਟਿਕਸ ਨੇ ਆਰਐਸਐਸ ਦੇ, ਤੁਸੀਂ ਸਟੱਡੀ ਨਹੀਂ ਕੀਤੀ ਬਰਾਬਰ। ਅੱਜ ਲੋਕ ਬੋਲਣ ਲੱਗੇ ਆ, ਜਿਹੜੇ ਬੀਜੇਪੀ ਨੂੰ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਛੱਡ ਕੇ ਦੂਜੇ ਪਾਸੇ ਗਏ, ਜਾਂ ਅਕਾਲੀ ਇੰਨੀ ਦੇਰ ਤੱਕ ਬੀਜੇਪੀ ਨਾਲ ਮਿਲੇ ਹੋਏ ਸੀ। 1967 ਤੋਂ ਸਮਝੌਤੇ ਹੁੰਦੇ ਆ ਰਹੇ ਆ ਤਕਰੀਬਨ ਅਕਾਲੀਆਂ ਦੇ ਤੇ ਸੰਤ ਫਤਿਹ ਸਿੰਘ ਦੇ ਟਾਈਮ ਤੇ ਪਹਿਲਾ ਅਲਾਇੰਸ ਹੋਇਆ ਸੀ ਡਾਕਟਰ ਬਲਦੇਵ ਪ੍ਰਕਾਸ਼ ਦਾ ਭਾਰਤੀ ਜਨਤਾ ਪਾਰਟੀ। ਤੁਹਾਡੇ ਜਵਾਬ ਲਵਾਂਗੇ। ਤੇ ਉਦੋਂ ਤੋਂ ਅਲਾਇੰਸ ਚੱਲ ਰਿਹਾ, ਔਰ ਗੱਲ ਤੇ ਹੁੰਦਾ ਸੀ ਕਿ ਅਕਾਲੀ ਪਲੱਸ ਜਨਸੰਘ ਹਕੂਮਤ ਤੇ ਇਕੱਠੇ ਹੋ ਗਏ ਤਾਂ ਕਾਂਗਰਸ ਆਊਟ, ਜੇ ਇਕੱਠੇ ਨਹੀਂ ਹੋਏ ਤਾਂ ਕਾਂਗਰਸ ਇਨ। ਇਹ ਪਹਿਲਾ ਨਾਰਾ ਇਹ ਸੀਗਾ ਜਦੋਂ ਇਹ ਗੱਠਜੋੜ ਹੋਇਆ, ਕੋਈ ਮਾੜੀ ਗੱਲ ਨਹੀਂ ਸੀ। ਠੀਕ ਹੈ। ਹਿੰਦੂ ਸਿੱਖ ਪਾਰਟੀ, ਕੁਝ ਧਰਮ ਨੂੰ ਮੰਨਣ ਵਾਲੇ ਲੋਕ, ਇੱਕ ਰੱਬ 'ਚ ਫੇਥ, ਕਈ ਗੱਲਾਂ ਕਾਮਨ ਵੀ ਸੀਗੀਆਂ, ਉਸ ਵੇਲੇ ਜ਼ਰੂਰਤ ਵੀ ਸੀ, ਕਿਉਂਕਿ ਪੰਜਾਬੀ ਸੂਬੇ 'ਚ ਥੋੜ੍ਹਾ ਜਿਹਾ ਮਾਹੌਲ ਬਣਿਆ ਸੀ ਕਿ ਇੱਕ ਤਬਕੇ ਨੇ ਪੰਜਾਬੀ ਨੂੰ ਆਪਣੀ ਮਾਂ ਭਾਸ਼ਾ ਮੰਨਣ ਤੋਂ ਇਨਕਾਰ ਕਰਤਾ ਸੀ, ਤੇ ਉਹ ਜਿਹੜਾ ਇੱਕ ਕੜਤਣ ਸਮਾਜ ਚਾਈ ਸੀ, ਉਹਨੂੰ ਬਚਣ ਲਈ ਇਹ ਅਕਾਲੀ ਦਲ ਦਾ ਫੈਸਲਾ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਸੀ ਕਿ ਆਪਣੇ ਇਹ ਜਿਹੜੇ ਸਾਡੇ ਘੱਟ ਗਿਣਤੀ ਦੇ ਭਰਾ ਨੇ ਉਹ ਨਾਲ ਲੈ ਕੇ ਚੱਲੀਏ। ਤੇ ਸਾਡੀ ਗੁਰੂ ਗੁਰਬਾਣੀ ਵੀ ਸੱਟਾ ਕਿੱਧਰ ਜਾ ਰਿਹਾ ਪਰਮਾਰ ਸਾਹਿਬ? ਸੱਟਾ ਬਾਜ਼ਾਰ ਕਿੱਧਰ ਜਾ ਰਿਹਾ? ਸੱਟਾ ਬਾਜ਼ਾਰ ਜਿਹੜਾ ਨਾ, ਇਹ ਮੈਨੂੰ ਲੱਗਦਾ ਪੰਜਾਬ 'ਚ ਥੋੜਾ ਜਿਹਾ ਉਹਨਾਂ ਦਾ ਸੱਟਾ ਗਲਤ ਲੱਗ ਰਿਹਾ। ਅੱਛਾ, ਸੱਟਾ ਬਾਜ਼ਾਰ ਅੱਜ ਕਹਿੰਦਾ ਕਿ ਆਮ ਪਾਰਟੀ ਨੂੰ 58 ਸੀਟਾਂ ਦੇ ਰਹੇ ਨੇ। ਅੱਛਾ ਜੀ। ਤੇ 58 ਸੀਟਾਂ ਤੇ ਉਹਨਾਂ ਦਾ ਭਾਅ ਈਵਨ ਹੈ, 1 ਰੁਪਈਆ ਹੀ ਹੈ ਨਾ, ਹਾਂ, ਤੁਸੀਂ 1 ਰੁਪਈਆ ਲਾਇਆ ਤੇ ਰੁਪਈਆ ਮਿਲਣਾ। ਠੀਕ ਹੈ। ਇਹਦਾ ਮਤਲਬ ਸੱਟਾ ਬਾਜ਼ਾਰ 100% ਸ਼ੋਰ ਹੈ ਕਿ ਆਪ ਨੂੰ ਇੰਨੀਆਂ ਸੀਟਾਂ ਮਿਲਣਗੀਆਂ। ਜੇ ਸੱਟਾ ਬਾਜ਼ਾਰ ਸ਼ੋਰ ਨਾ ਹੁੰਦਾ, ਭਾਅ ਅਗਰ 70 ਪੈਸੇ ਹੁੰਦਾ 58 ਸੀਟਾਂ ਤੇ ਅਗਰ 50,000 ਦੀਆਂ 58 ਸੀਟਾਂ ਆ ਜਾਂਦੀਆਂ ਆਪ ਦੀਆਂ, ਤੇ ਉਹਨਾਂ ਨੂੰ 70 ਪੈਸੇ ਵਿੱਚ 1 ਰੁਪਏ ਦੇਣਾ ਪੈਣਾ, ਫਿਰ 70 ਬਾਜ਼ਾਰ ਵਾਲਿਆਂ ਦਾ 30 ਪੈਸੇ 1 ਰੁਪਏ ਦੇ ਵਿੱਚ ਨੁਕਸਾਨ ਹੋਊਗਾ। ਸਮਝ ਗਏ। ਤੇ ਜੇ ਉਹ ਕਹਿੰਦੇ ਵੀ 60 ਆਉਂਦੀਆਂ ਤੇ 1 ਰੁਪਏ 30 ਪੈਸੇ ਦਾ ਭਾਅ ਦਿੰਦੇ ਆ, ਤੇ 60 ਆ ਜਾਂਦੀਆਂ, ਉਹਨੂੰ 1 ਰੁਪਏ ਦੇ 1 ਰੁਪਏ 30 ਪੈਸੇ ਦੇਣੇ ਪੈਣੇ ਆ। ਇਹ ਬੜਾ ਕੰਪਲੀਕੇਟਡ ਸਿਸਟਮ ਹੁੰਦਾ। ਕਾਂਗਰਸ ਕੀ ਕਹਿ ਰਹੀ? ਹਾਂ, ਪਰ ਜਿਹੜਾ ਉਹਨਾਂ ਨੇ ਇਹ ਕਹਿਤਾ ਕਿ 1 ਰੁਪਏ ਦਾ ਭਾਈ ਆ, ਉੱਪਰ ਥੱਲੇ ਨਹੀਂ ਆ, ਆਪ ਦਾ 58 ਸੀਟਾਂ ਲਈ, ਇਹਦਾ ਮਤਲਬ ਮੰਨ ਕੇ ਚੱਲ ਰਹੇ ਨੇ ਕਿ ਆਪ ਨੂੰ 58 ਸੀਟਾਂ ਮਿਲਣਗੀਆਂ। ਕਾਂਗਰਸ ਨੂੰ 37 ਸੀਟਾਂ ਦੇ ਰਿਹਾ, 35 ਤੋਂ 37 ਸੀਟਾਂ। ਠੀਕ ਹੈ ਜੀ। ਤੇ 2 ਦਾ ਉਹਨਾਂ ਨੇ ਡਿਫਰੈਂਸ ਰੱਖਿਆ, ਉਹ ਵੀ ਈਵਨ ਹੈ। ਉਹ ਵੀ ਤੁਸੀਂ ਰੁਪਈਆ ਲਾਓਗੇ ਕਾਂਗਰਸ ਤੇ ਰੁਪਈਆ ਮਿਲਣਾ, ਇਹਦਾ ਮਤਲਬ ਸ਼ੋਰ ਨੇ ਕਿ 37 ਤੋਂ ਜ਼ਿਆਦਾ ਨਹੀਂ ਆਉਣੀਆਂ। ਠੀਕ ਹੈ। ਕਿਉਂ, ਜੇ ਉਹ ਤੋਂ ਜ਼ਿਆਦਾ ਆ ਗਈਆਂ ਫਿਰ ਸੱਟਾ ਬਾਜ਼ਾਰ ਦਾ ਨੁਕਸਾਨ ਹੋਊਗਾ, ਆਪਣਾ ਨੁਕਸਾਨ ਕੋਈ ਨਹੀਂ ਕਰਵਾਉਂਦਾ। ਜੇ ਘੱਟ ਆਈਆਂ, ਸੱਟਾ ਬਾਜ਼ਾਰ ਦੀ ਟਿੰਗਰਾ ਸਾਹਿਬ ਤੁਹਾਡੀ ਪਾਰਟੀ ਦੀ ਸਥਿਤੀ ਇਹ ਹੈ, ਸੱਟਾ ਬਾਜ਼ਾਰ ਦੀ ਨਹੀਂ, ਮੈਂ ਉਹ ਆਉਣਾ ਉਸ ਗੱਲ ਤੇ। ਕਦੇ ਸੱਟਾ ਬਾਜ਼ਾਰ ਵਾਲੇ ਗਲਤੀ ਇਸ ਕਰਕੇ ਕਰ ਜਾਂਦੇ ਆ ਕਿ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਫਿਲਟਰ ਹੋ ਕੇ ਮਿਲਦੀ ਹੈ, ਉਹਨਾਂ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਹੈ। ਉਹ ਪੰਜਾਬ ਦੇ ਪੋਲੀਟੀਕਲ ਲੀਡਰਾਂ ਨਾਲ ਗੱਲ ਕਰਦੇ ਆ, ਉਹਨਾਂ ਦੇ ਅੱਗੇ ਜਿਹੜੇ ਏਜੰਟ ਨੇ, ਮਤਲਬ ਪੱਤਰਕਾਰਾਂ ਨਾਲ ਗੱਲ ਕਰਦੇ ਆ, ਪੁਲਿਸ ਵਾਲਿਆਂ ਨਾਲ ਗੱਲ ਕਰਦੇ ਆ, ਨਾਲ ਗੱਲ ਕਰਦੇ ਆ, ਉਹ ਉਹਨਾਂ ਡਿਫਰੈਂਟ ਸੋਰਸਸ ਆ। ਉਹ ਫਿਰ ਆਮ ਆਦਮੀ ਨਾਲ ਵੀ ਗੱਲ ਕਰਦੇ ਆ, ਜਿਵੇਂ ਇੱਕ ਅਨਆਫੀਸ਼ੀਅਲ ਕਿਸਮ ਦਾ ਸਰਵੇ ਹੁੰਦਾ, ਉਹ ਪਬਲਿਕ ਵਿਊ ਕਹਿ ਲਓ, ਪਬਲਿਕ ਵਿਊ ਉਹਦੇ ਤੇ ਬੇਸ ਕਰਕੇ ਉਹ ਆਪਣਾ ਭਾਅ ਖੋਲਦੇ ਆ। ਤੇ ਪੰਜਾਬ 'ਚ ਕੀ ਹੈ, ਪੰਜਾਬ ਦੇ ਲੋਕ ਬੜੇ ਸਿਆਣੇ ਆ, ਤੇ ਜੇ ਤਾਂ ਤੁਹਾਡੇ ਨਾਲ ਕੋਈ ਬੀਜੇਪੀ ਦਾ ਬੰਦਾ ਖੜਾ ਹੋਵੇ ਤੇ ਉਹ ਬੰਦੇ ਨੇ ਕਹਿਣਾ ਮੈਂ ਤਾਂ ਬੀਜੇਪੀ ਨੂੰ ਵੋਟ ਪਾਉਣੀ ਆ। ਜੇ ਤੁਹਾਡੀ ਗੱਲ ਕੋਈ ਕਾਂਗਰਸ ਵਾਲਾ ਸੁਣ ਰਿਹਾ ਤਾਂ ਉਹਨੇ ਕਹਿੰਦੇ ਆਪਾਂ ਤਾਂ ਕਾਂਗਰਸ ਨਾਲ ਆ, ਤੇ ਵੋਟ ਉਹਨੇ ਜਾ ਕੇ ਪਾ ਦੇਣੀ ਹੈ ਕਿਸੇ ਹੋਰ ਨੂੰ, ਭਾਵੇਂ ਇੰਡੀਪੈਂਡੈਂਟ ਨਹੀਂ ਪਾ ਦੇ। ਠੀਕ ਹੈ। ਇਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਕਲਚਰ ਹੈ ਸਾਡਾ, ਅਸੀਂ ਕਿਸੇ ਨੂੰ ਨਾਰਾਜ਼ ਘੱਟ ਕਰਨਾ ਚਾਹੁੰਦੇ ਆ, ਅਨਲੈਸ ਕਿ ਲੜਾਈ ਹੋ ਉਦੋਂ ਪਹਿਲਾਂ ਸਭ ਨੂੰ ਖੁਸ਼ ਰੱਖਣ ਦੀ ਆਦਤ ਹੈ, ਸਾਰਿਆਂ ਨੂੰ ਖੁਸ਼ ਰੱਖਣਾ। ਉੱਥੇ ਕਿਤੇ ਸੱਟਾ ਬਾਜ਼ਾਰ ਵਾਲੇ ਥੋੜੀ ਜਿਹੀ ਗਲਤੀ ਕਰ ਰਹੇ ਨੇ। ਤੇ ਜਦੋਂ
ਪ੍ਰਾਈਮ ਮਿਨਿਸਟਰ ਮੋਦੀ ਦੀ ਗੱਲ ਤੇ ਤੁਸੀਂ ਆ ਜਾਓਗੇ ਸਰਕਾਰ ਸਾਡੀ ਹੋਏਗੀ, ਉਹਦਾ ਮੈਨੂੰ ਮਤਲਬ ਇਹ ਲੱਗਦਾ ਕਿ ਉਹਨਾਂ ਨੇ ਆਪ ਦੀ ਸਰਕਾਰ ਨਹੀਂ ਬਣਨ ਦੇਣੀ। ਇਹ ਮੇਨ ਮੁੱਦਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਬਾਬਾ ਜੀ ਕਹਿ ਰਹੇ ਨੇ, ਕਹਿੰਦੇ ਜੀ ਅਸੀਂ ਸਰਕਾਰ ਬਣਾ ਰਹੇ ਹਾਂ, ਸੱਤਾ ਬਾਜ਼ਾਰ ਕੀ ਕਹਿ ਰਹੇ ਅਕਾਲੀ ਦਲ ਬਾਰੇ ਕੀ ਕਹਿੰਦੇ? ਇਹ ਮੇਰੇ ਹਿਸਾਬ ਨਾਲ ਆਪ ਪਾਰਟੀ ਨੂੰ 51-52 ਸੀਟਾਂ ਲੱਗਦੀਆਂ। ਠੀਕ ਹੈ, ਜੇ ਤੁਸੀਂ ਪੂਰਾ ਗੜਤ ਲਾਓ ਤਾਂ ਮੇਰੇ ਤੁਹਾਨੂੰ ਜੋ ਮੈਂ ਸਟੱਡੀ ਕੀਤੀ ਹੈ 3 ਮਹੀਨਿਆਂ 'ਚ, ਹਾਂਜੀ 51-52 ਸੀਟਾਂ ਉਹਨਾਂ ਨੂੰ ਮਿਲਣਗੀਆਂ ਤੇ 7 ਸੀਟਾਂ ਸਮਝੋ ਜਾਂ 8 ਲੈ ਲਓ ਟੂ ਬੀ ਵੈਰੀ ਸ਼ੋਰ ਸਰਕਾਰ ਬਣਾਉਣ ਲਈ। ਜੀ ਜੀ, ਉਹਦੇ 'ਚ ਫਿਰ ਤੋੜ ਫੋੜ ਨਹੀਂ ਹੋਣੀ। ਠੀਕ ਹੈ, ਫਿਰ ਕੀ ਆ, ਆਪ ਦੇ ਐਮਐਲਏ ਦੇ ਅੰਦਰ ਫਰਸਟ੍ਰੇਸ਼ਨ ਹੋਣੀ ਆ। ਠੀਕ ਹੈ ਜੀ, ਉਹਨਾਂ 'ਚ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਖਰੀਦੇ ਜਾ ਸਕਦੇ, ਠੀਕ ਹੈ, ਡਰਾਏ ਜਾ ਸਕਦੇ ਆ, ਧਮਕਾਏ ਜਾ ਸਕਦੇ ਆ। ਠੀਕ ਹੈ, ਤੁਸੀਂ ਦੇਖੋ ਕਿ ਹਰ ਪੋਲੀਟਿਕ ਪਾਰਟੀ 'ਚ 40% ਬੰਦੇ ਜਿਹੜੇ ਹੁੰਦੇ ਉਹ ਦਾਗੀ ਹੁੰਦੇ ਆ। ਹਰ ਪੋਲੀਟੀਕਲ ਜਾਂ ਕੋਈ ਇਹੋ ਜਿਹੇ ਹੋਣਗੇ ਜਿਹੜੇ ਪੈਸੇ ਦੇ ਕੇ ਟਿਕਟ ਮਿਲਦੀ ਹੈ ਜਿਹਨਾਂ ਨੂੰ, ਕਿਸੇ ਦੇ ਕੇਸ ਬਣੇ ਹੁੰਦੇ ਆ, ਕਿਸੇ ਦੇ ਕੋਈ ਨਾ ਕੋਈ ਉਹਨੇ ਇਨਕਮ ਸ਼ਿਕੰਜਾ ਕੱਸਿਆ ਜਾ ਸਕਦਾ ਜਾਂ ਕੋਈ ਹੇਰਾ ਫੇਰੀਆਂ ਦੇ ਕੇ ਕੋਈ ਨਾ ਕੋਈ ਜਾਂ ਕਿਸੇ ਬਦਮਾਸ਼ਾਂ ਨਾਲ ਤਾਲੁਕ ਹੋਊਗਾ, ਕੋਈ ਨਾ ਕੋਈ ਕਮੀ ਹੁੰਦੀ ਹੈ ਬਿਲਕੁਲ, ਜਿਹਦਾ ਸਰਕਾਰ ਪੈਦਾ ਉਠਾ ਲੈਂਦੀ ਹੈ ਏਜੰਸੀਆਂ ਦਾ ਇਸਤੇਮਾਲ ਕਰਕੇ। ਠੀਕ ਹੈ, ਆ ਜਿੰਨੇ ਬੰਦੇ ਕਾਂਗਰਸ ਨੂੰ ਛੱਡ ਕੇ ਗਏ ਆ ਦੂਜੀਆਂ ਪਾਰਟੀਆਂ 'ਚ, ਕਿਸੇ 'ਚ ਵੀ ਗਏ, ਜ਼ਿਆਦਾ ਬੀਜੇਪੀ 'ਚ ਗਏ, ਉਹਨਾਂ 'ਚੋਂ 90% ਬੰਦੇ ਉਹ ਆ ਜਿਹੜੇ ਈਡੀ ਤੋਂ ਡਰਦੇ ਸੀ। ਠੀਕ ਹੈ ਜੀ, ਉਹ ਸਰਕਾਰ ਤੋਂ ਡਰ ਕੇ ਗਏ ਆ। ਕੋਈ ਉਹਨਾਂ ਦਾ ਇਹ ਨਹੀਂ ਸੀ ਕਿ ਉਹਨਾਂ ਨੂੰ ਨਵੇਂ ਵਫਾਦਾਰੀ ਲੱਭ ਗਈ ਕਿਤੇ, ਇਸ ਕਰਕੇ ਮੇਰਾ ਜਿਹੜਾ ਮੇਨ ਮੁੱਦਾ ਕਿ ਜਦੋਂ ਆਪ ਪਾਰਟੀ ਦੇ 50-52 ਬੰਦੇ ਆ ਗਏ, 8 ਉਹਨਾਂ ਨੂੰ ਮਿਲਣੇ ਨਹੀਂ, ਫਿਰ ਉਹ 15-20 ਦਿਨ ਦੀ ਤੋੜ ਫੋੜ ਤੋਂ ਬਾਅਦ ਕੋਈ ਰਿਜ਼ਲਟ ਨਿਕਲਣਾ ਨਹੀਂ। ਉਸ ਤੋਂ ਬਾਅਦ ਬੀਜੇਪੀ ਨੇ ਲਾ ਦੇਣਾ ਪ੍ਰੈਜ਼ੀਡੈਂਟ ਰੂਲ ਸੈਂਟਰ ਨੇ, ਠੀਕ ਹੈ, ਤੇ 6 ਮਹੀਨੇ ਬੀਜੇਪੀ ਦੀ ਸਰਕਾਰ ਚੱਲੂਗੀ ਪੰਜਾਬ 'ਚ। ਠੀਕ ਹੈ, ਮੋਦੀ ਜੀ ਦਾ ਪੱਖ ਵੀ ਪੂਰਾ ਹੋ ਜਾਣਾ ਠੀਕ ਹੈ, ਤੇ ਸਾਡੀ ਸਰਕਾਰ ਬਣੇਗੀ, ਸੈਂਟਰ ਰੂਲ ਲੱਗ ਗਿਆ ਤੇ ਸੈਂਟਰ ਸਰਕਾਰ ਬਣ ਗਈ। ਠੀਕ ਹੈ, 6 ਮਹੀਨੇ 'ਚ ਫਿਰ ਹਾਊਸ ਟ੍ਰੇਡਿੰਗ ਹੋਊਗੀ। ਠੀਕ ਹੈ ਜੀ, ਫਿਰ ਜਿਹੜੇ ਗਧੇ ਨੇ ਉਹ ਘੋੜਿਆਂ ਦੇ ਮੁੱਲ ਵਿਕਣਗੇ, ਖੱਚਰ ਘੋੜੇ ਸਭ ਇੱਕੋ ਉਸਤੇ ਹੋ ਜਾਣਗੇ। ਉਹ ਘੋੜਿਆਂ ਦੇ ਮੁੱਲ ਵਿਕਣਗੇ। ਫਿਰ ਉਹਨਾਂ ਨੇ ਕਹਿਣਾ ਹਾਂ ਭਾਈ ਤੂੰ ਮੋਗੇ ਤੋਂ ਐਮਐਲਏ ਬਣੀ ਆ ਬੀਬਾ, ਤੂੰ ਕਿੰਨੇ 5 ਕਰੋੜ ਖਰਚ ਹੋਇਆ ਤੇਰਾ, 3 ਕਰੋੜ ਹੋਇਆ ਜਾਂ 1 ਕਰੋੜ ਹੋਇਆ, ਆਹ ਫੜ ਸਾਡੇ ਕੋਲ 12 ਕਰੋੜ ਤੂੰ ਸਾਡੇ ਨਾਲ ਆ ਜਾ। ਠੀਕ ਹੈ, ਫਿਰ ਬੰਦਿਆਂ ਨੇ ਵੀ ਸੋਚਣਾ ਐਮਐਲਏ ਨੇ ਸਾਡੇ ਕੀ ਲੈਣਾ, ਕੀ ਆ, ਪੈਸੇ ਮਿਲਦੇ, ਤਨਖਾਹ ਵੀ ਮਿਲਦੀ, ਐਮਐਲਏ ਵੀ ਰਹਿਣਾ, ਛੱਡੋ ਇੱਧਰ ਉੱਧਰ ਹੀ ਜਾਓ। ਉਧਰ ਹੀ ਜਾਓ। ਉਹ ਜਿਹੜੇ 6 ਮਹੀਨੇ 'ਚ ਬੀਜੇਪੀ ਨੇ ਤੋੜ ਫੋੜ ਕਰਨੀ ਆ ਚੱਕ ਲੋ ਏਜੰਸੀਆਂ ਦੀ ਮਦਦ ਨਾਲ, ਉਹਦੇ 'ਚ ਸਭ ਤੋਂ ਵੱਡੀ ਮਦਦ ਉਹਨਾਂ ਦੀ ਅਕਾਲੀ ਦਲ ਕਰੇਗਾ। ਅੱਛਾ ਜੀ, ਇਹ ਇਸ ਕਰਕੇ ਅਕਾਲੀ ਦਲ ਸਰਕਾਰ ਬਣਾਏਗਾ ਅਲਟੀਮੇਟਲੀ। ਅਕਾਲੀ ਦਲ ਦਾ ਜਿਹੜਾ ਅਕਾਲੀ ਦਲ ਦਾ ਹੁਣ ਸਾਥ ਨਹੀਂ ਆ, ਉਹ ਭਾਜਪਾ ਸਾਰੇ ਇਕੱਠੇ ਨੇ ਅੰਦਰੋਂ, ਬੀਜੇਪੀ ਅਕਾਲੀ ਦਲ ਭਾਜਪਾ ਇਕੱਠੀ ਹੈ ਜੀ। ਨੇ। ਠੀਕ ਹੈ, ਉਹ ਜਦੋਂ 30-35 48 ਬੰਦੇ ਬੀਜੇਪੀ ਨੇ ਇਕੱਠੇ ਕਰ ਲਏ ਤੋੜ ਮਰੋੜ ਕਰਕੇ, ਉਦੋਂ ਅਕਾਲੀ ਦਲ ਦੀ ਭੂਮਿਕਾ ਹੋਏਗੀ ਵੱਡੀ। ਅੱਛਾ ਜੀ, ਉਹਦੇ 'ਚ ਬੀਜੇਪੀ ਰਹਿ ਤੇ ਕਰ ਦੇਗੀ ਚਲੋ ਜੀ ਇੱਕ ਵਾਰੀ ਫਿਰ ਸੀਐਮ ਅਕਾਲੀ ਦਲ ਦਾ ਤੇ ਡਿਪਟੀ ਸੀਐਮ ਸਾਡਾ, ਜਾਂ 2 ਡਿਪਟੀ ਸੀਐਮ ਕਿਹੜੇ ਟੁੱਟ ਫੁੱਟ ਕੇ ਆਉਣਗੇ ਉਹਨਾਂ ਨੂੰ ਬਣਾ ਦੇਣਗੇ। ਤੁਸੀਂ ਗੱਲ ਕੀਤੀ ਨਾ, ਮੈਨੂੰ ਵੀਡੀਓ 'ਚ ਇੱਥੇ ਆ ਗਿਆ ਬਿੱਲ ਫੜਨ ਤੋਂ ਬਾਅਦ, ਕਹਿੰਦੇ ਇੱਕ ਵਾਰ ਜਦੋਂ ਸੁਖਬੀਰ ਬਾਦਲ ਖੜੇ ਅਸੀਂ ਸੰਸਦ ਦੇ ਬਾਅਦ, ਮੋਦੀ ਆਇਆ ਤੇ ਖੜ ਗਏ ਸੀਗੇ, ਮੈਨੂੰ ਉਹ ਵੀਡੀਓ 'ਚ ਇੱਥੇ ਆ ਗਿਆ ਤੁਹਾਡਾ, ਸ਼ਾਇਦ ਦੁਬਾਰਾ ਕੱਢ ਦੇਣਗੇ ਏਦਾਂ ਇਹ ਜੀ। ਅੱਛਾ, ਫਿਰ ਬਾਜ਼ਾਰ 'ਚ ਭਾਜਪਾ ਤੇ ਕੋਈ ਦਾ ਲੱਗ ਰਿਹਾ ਜਾਂ ਕਿਸਾਨਾਂ ਤੇ ਐਸਐਸਐਮ ਦੀ ਕੀ ਪੋਜੀਸ਼ਨ ਹੈ? ਨਹੀਂ, ਸੱਟਾ ਬਾਜ਼ਾਰ 'ਚ ਬੀਜੇਪੀ ਦਾ ਕਰੇਟ ਹੀ ਨਹੀਂ ਖੁੱਲਿਆ। ਇਹਦਾ ਮਤਲਬ ਪੰਜਾਬ 'ਚ ਬੀਜੇਪੀ ਦਾ ਆਪਣਾ ਖਾਤਾ ਨਹੀਂ ਖੋਲਣਾ, ਤੇ ਨਾ ਸੱਟਾ ਬਾਜ਼ਾਰ ਨੇ ਕਿਸਾਨਾਂ ਦਾ ਰੇਟ ਖੋਲਿਆ। ਇਹਦਾ ਮਤਲਬ ਉਹਨਾਂ ਦੀ ਵੀ ਹਾਲਤ ਜ਼ਿਆਦਾ ਅੱਛੀ ਨਹੀਂ ਹੈ ਜੀ। ਸੋ ਕੈਪਟਨ ਬਾਵਾ ਤੋਂ ਸਵਾਲ ਲੈ ਲੈਣੇ। ਬਾਵਾ ਜੀ, ਤੁਹਾਡੀ ਗੱਲ ਸਹੀ ਸਾਬਤ ਕਰਤੀ ਹੈ ਕਿ ਤੁਸੀਂ ਸਰਕਾਰ ਬਣਾ ਰਹੇ ਹੋ ਪਰ ਭਾਜਪਾ ਦੀ ਬਣਾ ਰਹੇ ਹੋ, ਆਪਣੀ ਨਹੀਂ ਬਣਾ ਰਹੇ। ਦੇਖੋ ਮੈਂ ਅੰਕਲ ਦੀ ਬਹੁਤ ਰਿਸਪੈਕਟ ਕਰਦਾ, ਪਰਮਾਰ ਸਾਹਿਬ ਦੀ ਬਹੁਤ ਰਿਸਪੈਕਟ ਕਰਦਾ ਜੀ, ਤੇ ਪਰ ਜਿਹੜੀ ਅੰਕਲ ਦੇ ਸਟੈਟਸ ਹੈ ਨਾ, ਉਹ ਸਾਰੇ ਸੱਟਾ ਬਾਜ਼ਾਰ ਦੇ ਉੱਤੇ ਡਿਪੈਂਡ ਕਰਕੇ ਇਹਨਾਂ ਨੇ ਦੱਸੇ। ਮੈਂ ਤੁਹਾਨੂੰ ਦੱਸਦਾ ਜਿਹੜੀ ਅੱਜ ਦੀ ਕਰੰਟ ਪੋਜੀਸ਼ਨ ਹੈ, ਕਰੰਟ ਪੋਜੀਸ਼ਨ 'ਚ ਆਪਾਂ ਚਲੋ ਰੋਪੜ ਤੋਂ ਸ਼ੁਰੂ ਕਰ ਲਈਏ। ਠੀਕ ਹੈ, ਰੋਪੜ ਤੋਂ ਸ਼ੁਰੂ ਕਰੀਏ। ਬੀਜੇਪੀ ਉੱਥੇ ਲੜਾਈ 'ਚ ਬਿਲਕੁਲ ਨਹੀਂ ਹੈ, ਢਿੱਲੋਂ ਉੱਥੇ ਲੜਾਈ 'ਚ ਬਿਲਕੁਲ ਨਹੀਂ ਹੈ। ਕਾਂਗਰਸ ਵਰਿੰਦਰ ਢਿੱਲੋਂ ਸਾਡੇ ਨਾਲ ਯੂਨੀਵਰਸਿਟੀ ਪੜ੍ਹੇ ਭਰਾ ਸਾਡਾ, ਠੀਕ ਹੈ, ਉਹ ਬਿਲਕੁਲ ਲੜਾਈ 'ਚ ਨਹੀਂ ਹੈ। ਚੀਮਾ ਸਾਹਿਬ ਔਰ ਆਪ ਦੀ ਉੱਥੇ ਟੱਕਰ ਸੀ। ਪਿਛਲੇ 3-4 ਦਿਨਾਂ ਤੋਂ ਆਪ ਡਾਊਨ ਹੋਈ ਹੈ, ਚੀਮਾ ਸਾਹਿਬ ਉੱਥੇ ਬਹੁਤ ਅਪ ਹੋਏ ਆ। ਮੈਂ ਇੱਧਰ ਨੂੰ ਆਉਂਦੇ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ। ਅਕਾਲੀ ਦਲ ਦਾ ਵਰਕਰ ਬੋਲ ਰਿਹਾ? ਨਹੀਂ ਵਰਕਰ ਨਹੀਂ ਬੋਲ ਰਿਹਾ ਮੈਂ। ਹੁਣ ਜਿਹੜੀ ਮੈਂ ਤੁਹਾਨੂੰ ਮੇਰੇ ਤੋਂ ਜੇ ਗੱਲ ਪੁੱਛੀ ਹੈ ਐਜ਼ ਅ ਲੇਮੈਨ ਦੱਸ ਰਿਹਾ ਮੈਂ ਤੁਹਾਨੂੰ ਕੀ ਆ। ਠੀਕ ਹੈ, ਉੱਥੋਂ ਤੁਸੀਂ ਆ ਜਾਓ ਖਰੜ ਵਾਲਾ ਜੋ ਖਰੜ ਆ ਜਾਓ। ਇਹ ਖਰੜ ਦੇ ਹਰ ਵਾਸੀ ਨੂੰ ਪਤਾ ਹੈ ਕਿ ਗਿੱਲ ਸਾਹਿਬ ਕਲੀਅਰ ਜਿੱਤਣ ਜਾ ਰਹੇ ਹੈ। ਮੋਹਾਲੀ ਵਿੱਚ ਪੂਰਾ ਟੱਕਰਾ ਹੈ, ਪੂਰੇ
ਮਤਲਬ ਇਹ ਮੋਹਾਲੀ ਚ ਵੈਸੇ ਤੁਹਾਡਾ ਸਹਿਮਤ ਨਹੀਂ ਹੈਗਾ ਕਿਉਂਕਿ ਵਿਧਾਨ ਸਭਾ ਹਲਕਾ ਮੋਹਾਲੀ ਵੀ ਮੇਰਾ ਹੈਗਾ, ਉੱਥੇ ਤਾਂ ਪਹਿਲੇ ਦਿਨ ਤੋਂ ਹੀ ਆਪ ਤੇ ਕਾਂਗਰਸ ਦਾ ਚੱਲ ਰਿਹਾ ਹਾਂ ਮੈਂ ਦੱਸਦਾ ਜਿਹੜਾ ਚੱਲ ਰਿਹਾ ਬਿਲਕੁਲ ਬਿਲਕੁਲ ਦੱਸਦਾ ਮੈਂ ਐਗਜ਼ੈਕਟ ਉਹ ਦੱਸਾਂਗਾ ਮੈਂ ਹੁਣ ਜੇ ਤੁਸੀਂ ਸਮੀਕਰਨ ਬਦਲੇ ਕਿਉਂ ਬਦਲੇ ਹਾਂ ਪਹਿਲਾਂ ਸੀਗਾ ਜਦੋਂ ਤੋਂ ਪਰਮਿੰਦਰ ਜੀ ਨੂੰ ਇੱਕ ਲੇਟ ਟਿਕਟ ਮਿਲੀ ਉਦੋਂ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਬਿਲਕੁਲ ਟੱਕਰ ਸੀ, ਬੀਜੇਪੀ ਨੂੰ ਤਾਂ ਤੱਕ ਟਿਕਟ ਅਨਾਉਂਸ ਨਹੀਂ ਸੀ ਹੋਈ। ਜਦੋਂ ਬੀਜੇਪੀ ਨੂੰ ਟਿਕਟ ਅਨਾਉਂਸ ਹੋਈ ਇਹ ਸਾਰੇ ਸੋਚ ਰਹੇ ਸੀ ਕਿ ਉਹ ਹੀ ਇਜ਼ ਅ ਮਾਈਨਰ ਪਲੇਅਰ, ਉਹ 4-5 ਹਜ਼ਾਰ ਵੋਟ ਦੇ ਆਸ-ਪਾਸ ਰਹੇਗਾ, ਪਰ ਵਿਦਿਨ ਡੇਜ਼ ਜਿਹੜਾ ਉਹਨਾਂ ਨੇ ਰਾਈਜ਼ ਕੀਤਾ ਉਹਦਾ ਬਹੁਤ ਮੇਜਰ ਡੈਂਟ ਸਿੱਧੂ ਸਾਹਿਬ ਨੂੰ ਵੀ ਪਹੁੰਚਿਆ ਕਾਂਗਰਸ ਨੂੰ ਔਰ ਕੁਲਵੰਤ ਜੀ ਨੂੰ ਵੀ ਪਹੁੰਚਿਆ ਆਪ ਨੂੰ, ਮੇਜਰ ਡੈਂਟ ਪਹੁੰਚਿਆ ਜਿਹੜਾ ਪਰਮਿੰਦਰ ਨੇ ਕੀ ਰਾਈਜ਼ ਕੀਤਾ ਨਹੀਂ ਪਰਮਿੰਦਰ ਨੇ ਰਾਈਜ਼ ਨਹੀਂ ਜਿਹੜਾ ਬੀਜੇਪੀ ਨੇ ਰਾਈਜ਼ ਕੀਤਾ, ਮੈਂ ਪਰਮਿੰਦਰ ਦੀ ਗੱਲ ਅੱਗੇ ਦੱਸਦਾ। ਠੀਕ ਹੈ, ਉਸ ਦੇ ਕਾਰਨ ਕੀ ਹੋਇਆ ਕੁਲਵੰਤ ਜੀ ਦੀ ਪਿੰਡਾਂ 'ਚ ਪੋਜੀਸ਼ਨ ਬਹੁਤੀ ਅੱਛੀ ਨਹੀਂ ਸੀ, ਉਹਦੀ ਸ਼ਹਿਰ 'ਚ ਅੱਛੀ ਸੀ ਪੋਜੀਸ਼ਨ, ਸ਼ਹਿਰ 'ਚ ਉਹਨਾਂ ਨੂੰ ਡੈਂਟ ਪਾਇਆ ਬੀਜੇਪੀ ਨੇ। ਬਲਬੀਰ ਸਿੱਧੂ ਦੀ ਵੀ ਸ਼ਹਿਰ 'ਚ ਪੋਜੀਸ਼ਨ ਅੱਛੀ ਸੀ, ਪਿੰਡਾਂ 'ਚ ਥੋੜੀ ਹਲਕੀ ਸੀ, ਉਹਨੂੰ ਡੈਂਟ ਪਾਇਆ ਬੀਜੇਪੀ ਨੇ, ਪਿੰਡਾਂ 'ਚ ਕਹੀ ਜਾਂਦੀ ਪਕੜ ਹੈ ਠੀਕ ਠਾਕ ਸੀ। ਹੁਣ ਜਿਹੜੇ ਪਰਚੇ ਕਰਾਏ ਨੇ ਪਿਛਲੇ 5 ਸਾਲਾਂ 'ਚ ਉਹਨਾਂ ਨੇ ਪੈਰ ਚਕਾਤੇ ਉਹਨਾਂ ਦੇ। ਹਾਂ ਪਰਮਿੰਦਰ ਦੀ ਸ਼ਹਿਰ 'ਚ ਪੋਜੀਸ਼ਨ ਥੋੜੀ ਠੀਕ ਸੀ, ਪਿੰਡਾਂ 'ਚ ਬਹੁਤ ਅੱਛੀ ਪੋਜੀਸ਼ਨ ਸੀ। ਇਹ ਆਪੇ ਤੁਹਾਨੂੰ ਹੁਣ ਤੁਸੀਂ ਸਟੈਟਸ ਜੇ ਗਿਣੋ ਤਾਂ ਤੁਹਾਨੂੰ ਆਪ ਪਤਾ ਲੱਗੇਗਾ ਕਿ ਪੂਰਾ ਸਿਰਫ ਅਸਮਾਨ ਮੁਕਾਬਲਾ ਹੈ ਮੋਹਾਲੀ 'ਚ। ਠੀਕ ਹੈ, ਇਨ ਨੰਬਰਸ ਜੇ ਹੁਣ ਤੁਸੀਂ ਚਲੇ ਜਾਓ ਜੀਰਕਪੁਰ ਐਨਕੇ ਸ਼ਰਮਾ, ਕੋਈ ਕਿਸੇ ਨੂੰ ਵੀ ਪਤਾ ਹੈ ਐਨਕੇ ਸ਼ਰਮਾ ਜੀ ਔਰ ਢਿੱਲੋਂ ਸਾਹਿਬ 'ਚ ਕਿਸੇ ਤਰ੍ਹਾਂ ਦਾ ਉਹ ਨਹੀਂ ਸੀ, ਆਮ ਆਦਮੀ ਪਾਰਟੀ ਨਾਲ ਥੋੜੀ ਫਾਈਟ ਸੀ, ਪਰ ਪਿਛਲੇ ਦਿਨਾਂ 'ਚ ਜਿਵੇਂ ਆਮ ਆਦਮੀ ਪਾਰਟੀ ਪਿਛਲੇ 3 ਦਿਨਾਂ 'ਚ ਹਾਂ ਉਹ ਗਿਰੇ ਹੈ, ਉਸ ਹਿਸਾਬ ਨਾਲ ਸ਼ਰਮਾ ਜੀ ਦੀ ਵੀ ਸੀਟ ਕਲੀਅਰ ਹੋ ਗਈ। ਮੈਂ ਹੁਣ ਆਪਣੀ ਬਹੁਤੀ ਦੂਰ ਨਹੀਂ ਨਾ ਗਿਆ, ਮੈਂ ਆਪਣੇ ਆਸ-ਪਾਸ ਦੀ 4 ਸੀਟਾਂ 'ਚ ਤੁਹਾਨੂੰ ਦੱਸਦਾ ਕਿ ਕੀ ਹਾਲ ਹੈ। ਸੰਧੂ ਮਾਜਰਾ ਪਿਓ ਪੁੱਤਰ ਦੋਨੋਂ ਜਿੱਤਣਗੇ, ਦੋਨੋਂ ਜਿੱਤਣਗੇ। ਚਲੋ ਹਰਿੰਦਰ ਤੁਸੀਂ ਕਹਿ ਰਹੇ ਹੋ ਵੀ ਰਿਪੀਟ ਹਰਿੰਦਰ 100% ਜਿੱਤੇਗਾ, ਪ੍ਰੋਫੈਸਰ ਸਾਹਿਬ ਵੀ 100% ਜਿੱਤਣਗੇ। ਮਦਨ ਲਾਲ ਜੀ ਦਾ ਪੋਜੀਸ਼ਨ ਤੁਹਾਨੂੰ ਪਤਾ ਹੈ ਕਿਆ ਮਾੜੇ ਹਾਲ ਆ ਉਹਨਾਂ ਦੇ। ਮੈਂ ਗਰਲਾਲ ਦੀ ਮੰਨ ਸਕਦਾ ਸੀ ਜਦੋਂ ਤੱਕ ਉਹਨਾਂ ਦੇ ਇੱਕ ਡਰੱਗ ਪੈਡਲਰ ਨਾਲ ਉਹ ਨਹੀਂ ਆਏ ਸੀ, ਕਨੈਕਸ਼ਨ ਨਹੀਂ ਆਏ ਸੀ, ਜਨਤਕ ਨਹੀਂ ਹੋਏ ਸੀ। ਉਹ ਜਦੋਂ ਦੇ ਉਹ ਜਨਤਕ ਹੋਇਆ ਦੋਨੋਂ ਸੀਟਾਂ ਪਿਓ ਪੁੱਤ ਕੱਢਣਗੇ। ਅੱਜ ਮੈਂ ਤੁਹਾਨੂੰ ਇਹ ਤੁਹਾਡੇ ਸਾਹਮਣੇ ਕਹਿ ਕੇ ਚੱਲਿਆ, 10 ਤਰੀਕ ਨੂੰ ਆਪਾਂ ਦੁਬਾਰਾ ਗੱਲ ਕਰਾਂਗੇ। ਰਾਜਪੁਰਾ ਬਰਾੜ ਸਾਹਿਬ ਔਰ ਜੱਗੇ 'ਚ ਪੂਰੀ ਫਸਵੀਂ ਫਾਈਟ ਸੀ, ਉਹ ਮੈਨੂੰ ਅਪਰ ਹੈਂਡ ਬਰਾੜ ਸਾਹਿਬ ਦਾ ਲੱਗਦਾ ਗੱਲ ਹੋ ਜਾਏਗੀ। ਪਰ ਸਟਰੋਂਗ ਤਾਂ ਜੇ ਕਹੀਏ ਜੇ ਬਹਾਲਪੁਰੀਆ ਕਮਿਊਨਿਟੀ ਹੈਗੀ ਉੱਥੇ ਡਿਸਾਈਡਿੰਗ ਅਥਾਰਟੀ ਹੁੰਦੀ ਹੈ ਤੇ ਉਹ ਭਾਜਪਾ ਦਾ ਰਾਜ ਖੁਰਾਨਾ ਜਿਵੇਂ ਉੱਥੇ ਰਾਜ ਕਰਦੇ ਰਹੇ ਨੇ। ਬਿਲਕੁਲ। ਹਾਲਾਂਕਿ ਹਰਜੀਤ ਗਰੇਵਾਲ ਨੂੰ ਸਫਲਤਾ ਨਹੀਂ ਮਿਲੀ ਸੀ ਉੱਥੋਂ। ਮੈਂ ਉਹੀ ਗੱਲ ਕਹਿ ਰਿਹਾ ਜੀ, ਭਾਜਪਾ ਦਾ ਜੱਗੇ ਨੂੰ ਬਹੁਤ ਵਧੀਆ ਨਹੀਂ ਪੈਰਾਸ਼ੂਟ ਨਹੀਂ ਕਹਿ ਰਹੇ ਉੱਥੇ ਲੋਕਲ ਨਹੀਂ, ਪੈਰਾਸ਼ੂਟ ਪਹਿਲਾਂ ਸ਼ੁਰੂ 'ਚ ਗੱਲ ਚੱਲੀ ਸੀ, ਪਰ ਹੁਣ ਲੋਕਾਂ ਨੇ ਜਿੰਨਾ ਕਿ ਲੋਕ ਲੋਕਲ ਅਕਾਲੀ ਉਹ ਸੀ ਧੜਾ ਸੀ ਪਹਿਲਾਂ ਚੱਲ ਰਿਹਾ, ਹੁਣ ਮੈਂ ਕਹਿੰਦਾ ਕੱਲਾ ਧੜਾ ਨਾਲ ਤੁਰਿਆ ਹੋਇਆ। ਇੱਕ ਦੋ ਬੰਦੇ ਅਕਾਲੀ ਦਲ ਛੱਡ ਕੇ ਵੀ ਗਏ, ਪਰ ਉਹਨਾਂ ਨਾਲ ਜੋ ਐਕਸਪੈਕਟਡ ਸੀ ਕਿ ਬਹੁਤ ਜ਼ਿਆਦਾ ਨੁਕਸਾਨ ਹੋਏਗਾ, ਐਸਾ ਕੁਝ ਨਹੀਂ ਹੋਇਆ ਮੇਰੇ ਹਿਸਾਬ ਨਾਲ ਫਾਈਟ 'ਚ। ਹੁਣ ਤੁਸੀਂ ਆਪ ਦੱਸੋ ਨੇੜੇ ਤੇੜੇ 'ਚ ਕਿੰਨਾ ਵਧੀਆ ਉਹ ਸਿਸਟਮ ਬਣ ਰਿਹਾ। ਸੁਰਜੀਤ ਰਖੜਾ ਕੈਪਟਨ 100% ਰਖੜਾ ਸਾਹਿਬ ਦਾ ਦੇਖੋ ਜੀ, ਮੈਂ ਬਹੁਤਾ ਉਧਰ ਜਾ ਕੇ ਮੈਂ ਬਹੁਤਾ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਮੈਂ ਮਤਲਬ ਕਿ ਨੋਮੀਨੇਸ਼ਨ ਉਸ ਤੋਂ ਪਹਿਲਾਂ ਤਾਂ ਮੈਂ ਜਾਂਦਾ ਆਂਦਾ ਰਿਹਾ, ਪਰ ਰਖੜਾ ਸਾਹਿਬ ਦਾ ਇਹ ਹੈ ਕਿ ਮੈਂ ਪਰਸਨਲ ਉਹਨਾਂ ਕੋਲ ਆਂਦਾ ਜਾਂਦਾ, ਮੈਨੂੰ ਰਖੜਾ ਸਾਹਿਬ ਦਾ ਕਨਫਰਮ ਹੈ ਕਿ ਉਹ ਜਿੱਤਣਗੇ। ਬਾਕੀ ਹੋਰ ਸੀਟਾਂ ਦਾ ਮੈਨੂੰ ਇੰਨਾ ਨਹੀਂ ਪਤਾ, ਇਹ ਸੀਟਾਂ 'ਚ ਮੈਂ ਰੈਗੂਲਰ ਵਿਚਰਦਾ ਤਾਂ ਕਰਕੇ ਪਤਾ। ਟਿਗਰਾ ਸਾਹਿਬ ਨੇ ਕਿਹਾ ਸੀ, ਕਹਿੰਦੇ ਚੰਨੀ ਉਹਨਾਂ ਨੇ 111 ਦਿਨਾਂ ਦਾ ਕੰਮ ਕਰਤੇ, ਤੁਸੀਂ 10 ਸਾਲਾਂ 'ਚ ਨਹੀਂ ਕੀਤੇ। ਬਿਲਕੁਲ 111 ਦਿਨਾਂ 'ਚ ਜਿੰਨੇ ਉਹਨਾਂ ਨੇ ਰੋਟੇ ਮਾਰਤੇ, ਜਿੰਨੇ ਉਹਨਾਂ ਨੇ ਗੱਪਾਂ ਮਾਰਤੀਆਂ, ਮੈਂ ਜਾਣਿਆ ਉਹ ਅਸੀਂ 10 ਸਾਲ ਕਰ ਹੀ ਨਹੀਂ ਸਕੇ, ਪ੍ਰਧਾਨ ਦੀ ਰਾਜਨੀਤੀ ਨਹੀਂ ਕਰ ਸਕੇ। ਦੂਜੀ ਗੱਲ ਦੱਸਣਾ, ਜੇ 111 ਦਿਨਾਂ ਦੇ ਬੇਸ ਤੇ ਅਗਰ ਵੋਟ ਮੰਗਦੀ ਹੈ ਨਾ ਕਾਂਗਰਸ, ਮੈਂ ਤਾਂ ਹਰ ਜਗ੍ਹਾ ਇਹ ਕਹਿਣਾ ਕਿ ਜੇ ਕਾਂਗਰਸ ਸਰਕਾਰ 111 ਦਿਨਾਂ ਦੇ ਬਿਹਾਫ ਤੇ ਵੋਟ ਮੰਗਦੀ ਹੈ ਤਾਂ ਇਸੇ ਕਾਂਗਰਸ ਸਰਕਾਰ ਨੂੰ 4.5 ਸਾਲ ਬਰਬਾਦ ਕੀਤੇ ਦਾ ਮਤਲਬ ਇਹਨਾਂ ਨੇ ਪੰਜਾਬ ਦੇ, ਉਹਦੇ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ, ਫਿਰ 111 ਦਿਨਾਂ ਦੇ ਵਾਸਤੇ ਵੋਟ ਮੰਗਣੀ ਚਾਹੀਦੀ ਹੈ। ਇੱਕ ਮਿੰਟ ਛੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਕਿ ਮਨਸ਼ਾ ਸੀ ਸਾਡੀ ਕੰਮ ਕਰਨ ਦੀ, ਮਨਸ਼ਾ ਸੀ ਹਾਂਜੀ, ਜਿਹੜੀ ਕਿ ਨੌਕਰੀਆਂ ਪੱਕੀਆਂ ਕਰਾਉਣ ਵਾਸਤੇ ਲੋਕਾਂ ਕੋਲ ਭੇਜੀ, ਫਾਈਲ ਇਨਕੰਪਲੀਟ ਭੇਜਤੀ। ਮੈਂ ਢਿੰਗਰਾ ਸਾਹਿਬ ਨੂੰ 1 ਕਰੋੜ ਰੁਪਏ ਦਾ ਚੈੱਕ ਦੇਣਾ, ਸਾਈਨ ਕਰਕੇ ਨਹੀਂ ਦਿੰਦਾ, ਮਤਲਬ ਮੇਰੀ ਤਾਂ ਮਨਸ਼ਾ ਸੀ ਨਾ ਜੀ 1 ਕਰੋੜ ਰੁਪਏ ਦੇਣਾ, ਸਾਈਨ ਨਹੀਂ ਕੀਤਾ ਤਾਂ ਉਹ ਤਾਂ ਮੇਰੇ ਜੀ ਬੈਂਕ ਵਾਲਿਆਂ ਨੇ ਉਹ ਕਰਤਾ, ਉਹ ਬੀਜੇਪੀ ਦਾ ਬੈਂਕ, ਉਹਨੇ ਬੈਂਕ ਵਾਲਿਆਂ ਨੇ ਨਹੀਂ ਕਰਤਾ। ਗੱਲ ਇਹਨਾਂ ਨੇ ਉਹ ਕਰੀ ਕਿ ਸਾਡੀ ਮਨਸ਼ਾ ਸੀਗੀ, ਪਰ ਤਾਂ ਜੀ ਅਸੀਂ ਕਾਗਜ਼ ਪੂਰੇ ਕਰਕੇ ਨਹੀਂ ਭੇਜੇ। ਬਿਲਕੁਲ। ਤੀਸਰੀ ਗੱਲ ਢਿੰਗਰਾ ਸਾਹਿਬ ਨੇ ਕਿਹਾ ਕਿ ਅਸੀਂ ਬੜੇ ਕੰਮ ਕੀਤੇ 111 ਦਿਨਾਂ ਦਾ, ਪਿਛਲੇ 5 ਸਾਲ ਦੀ ਪਹਿਲਾਂ ਆਪਾਂ ਗੱਲ ਕਰ ਲਈ, ਚਲੋ 5 ਸਾਲ 'ਚ 4.5 ਸਾਲ ਤੋਂ ਤੁਸੀਂ ਮਾਫੀ ਮੰਗ ਲੈਣੀ ਹੈ। ਜਿਹੜੇ ਪਿਛਲੇ 111 ਦਿਨ ਹੈ ਨਾ, 111 ਦਿਨਾਂ ਸਿਰਫ ਤੁਸੀਂ ਇੱਕ ਦੱਸੋ ਜਿਹੜੀ 2018 'ਚ ਇੰਡਸਟਰੀਅਲ ਪਾਲਿਸੀਜ਼ ਬਣਾਈਆਂ ਸੀ ਇਹਨਾਂ ਨੇ ਕਾਂਗਰਸ ਸਰਕਾਰ ਨੇ, ਉਹਦੇ ਬਾਅਦ ਇੱਕ ਨਵੀਂ ਫੈਕਟਰੀ ਪੰਜਾਬ ਪੂਰੇ 'ਚ
मोहाली छड्डो जी, पूरे पंजाब च दसो जी आई होवे, ਕਈ ਜ਼ਿਲ੍ਹਿਆਂ ਚ ਕਿਸੇ ਇੱਕ ਜ਼ਿਲ੍ਹੇ किसे च आई होवे? नहीं आई। 111 ਦਿਨਾਂ ਚ ਐਲਾਨਜੀਤ ਸਿੰਘ ਜੀ ਇੱਕ ਕੰਮ ਤਾਂ ਕਰ ਸਕਦੇ ਸੀ, ਉਹ ਪਾਲਿਸੀ ਤਾਂ ਚੇਂਜ ਕਰ ਸਕਦੇ ਸੀ। ਇੰਡਸਟਰੀਲਿਸਟ ਚੀਕਾਂ ਮਾਰ ਮਾਰ ਕੇ ਰੋ ਰਹੇ ਹੈ। ਇੰਡਸਟਰੀਲਿਸਟ ਇਹ ਕਹਿ ਰਹੇ ਕਿ ਸਾਨੂੰ ਐਕਸਪੈਂਸ਼ਨ ਤਾਂ ਚਲੋ ਛੱਡ ਦੋ, ਕਹਿੰਦਾ ਇਹਨਾਂ ਨੇ ਸਾਡਾ ਬੇੜਾ ਗਰਕ ਕਰਤਾ, ਐਕਸਪੈਂਸ਼ਨ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ। ਤਾਂ ਸਾਨੂੰ ਜਿਹੜੀ ਬੇਸਿਕ ਫੈਸਿਲਿਟੀਜ਼ ਹੈ ਨਾ, ਬੇਸਿਕ ਰਿਕੁਆਇਰਮੈਂਟਸ ਹੈ, ਉਹਨਾਂ ਨੂੰ ਮੀਟ ਕਰਨ ਵਾਸਤੇ ਸਾਨੂੰ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਹੇ ਆ। ਇਹਨਾਂ ਨੇ ਇੱਕ ਪਾਲਿਸੀ ਬਣਾਤੀ ਕਿ ਤੁਸੀਂ ਜਿੰਨੀ ਤੁਹਾਡੇ ਕੋਲ ਲੇਬਰ ਕੈਟਾਗਰੀ ਹੈ ਸਭ ਵਾਸਤੇ ਕਾਰ ਪਾਰਕਿੰਗ ਚਾਹੀਦੀ ਹੈ। ਬਿਲਕੁਲ ਹੁਣ ਤੁਸੀਂ ਇਹ ਦੱਸੋ, ਲੇਬਰ ਕਲਾਸ ਵਾਸਤੇ ਅਗਰ ਬੰਦਾ ਕਾਰ ਇੱਕ ਨਾਲ ਦਾ ਪਲਾਟ ਹੈ, 66% ਏਰੀਆ ਉਹ ਕਾਰ ਪਾਰਕਿੰਗ ਚਲੇ ਜਾਏਗਾ, 33% ਜੋ ਬੰਦਾ ਫੈਕਟਰੀ ਚਲਾਏਗਾ, ਆਪਣਾ ਦਫ਼ਤਰ ਬਣਾਏਗਾ ਕਿ ਆਪਣਾ ਗੋਦਾਮ ਬਣਾਏਗਾ। ਬਸ ਮੈਨੂੰ ਇੰਨੀ ਗੱਲ ਦੱਸੋ, ਖਾਏਗਾ ਕੀ ਤੇ ਖਾਏਗਾ ਕੀ? ਖਾਏਗਾ ਕਿ ਇੱਕ ਕਨਾਲ ਦੀ ਫੈਕਟਰੀ ਵਾਲਾ ਸਮਾਲ ਸਕੇਲ ਚ ਆਂਦਾ, ਉਹ ਜੇ ਇੰਨੀ ਤੁਹਾਨੂੰ ਕਾਰ ਪਾਰਕਿੰਗ ਦੇ ਦੇਗਾ। ਮਤਲਬ ਮੈਂ ਇੱਕ ਕਲੌਜ਼ ਦੱਸਿਆ ਤੁਹਾਨੂੰ ਇੰਡਸਟਰੀਅਲ ਪਾਲਿਸੀਜ਼ ਦਾ, ਅੱਗੇ ਜਿਹੜੇ ਕਲੌਜ਼ ਹੈ ਤੁਸੀਂ ਨਵੀਂ ਫੈਕਟਰੀ ਲਾ ਨਹੀਂ ਸਕਦੇ। ਚਲੋ ਢੀਂਗਰਾ ਸਾਹਿਬ ਤੋਂ ਜਵਾਬ ਲੈਣ। ਢੀਂਗਰਾ ਸਾਹਿਬ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਗਿਆ, ਤੁਹਾਡੇ ਕੋਲ ਹੀ ਆ ਰਿਹਾ ਮਾਈਕ। ਜਿਹੜੀ ਯੂਪੀ ਬਿਹਾਰ ਵਾਲੀ ਕੰਟਰੋਵਰਸ਼ੀਅਲ ਸਟੇਟਮੈਂਟ ਸੀਗੀ ਚਰਨਜੀਤ ਦੀ, ਉਹਦਾ ਕੋਈ ਲਾਭ ਨੁਕਸਾਨ ਤੁਹਾਨੂੰ ਕੀ ਹੈ? ਹਾਲਾਂਕਿ ਮਾਫੀ ਮੰਗੇ ਸੀ ਉਹ। ਨਹੀਂ ਉਹਨਾਂ ਨੇ ਆਪਣੀ ਗੱਲ ਕਲੀਅਰ ਕਰਤੀ ਹੈ ਕਿ ਮੈਂ ਉਹ ਗੱਲ ਜਿਹੜੀ ਹੈ ਉਹ ਕੇਜਰੀਵਾਲ ਜੀ ਔਰ ਉਹਨਾਂ ਵਾਸਤੇ ਕਹੀ ਸੀ, ਉਹ ਦੂਸਰੇ ਕਿਸੇ ਹੋਰ ਵਾਸਤੇ ਨਹੀਂ ਕਹੀ ਸੀ। ਔਰ ਉਹਨਾਂ ਨੇ ਆ ਵੀ ਕਿਹਾ ਯੂਪੀ ਦੇ ਨਾ ਬਿਹਾਰ ਦੇ, ਉਹ ਤਾਂ ਨਹੀਂ, ਉਹ ਦੇਖੋ ਗੱਲ ਕੀ ਹੈਗਾ ਕਿ ਤੁਹਾਡੀ ਹੋਮ ਉਹਨਾਂ ਨੇ ਅਤੀ ਉਤਸ਼ਾਹ ਦੇ ਵਿੱਚ ਜਿਹੜੀ ਗੱਲ ਕਹੀ, ਉਹਨਾਂ ਨੇ ਉਹਦੀ ਕਲੈਰਿਟੀ ਵੀ ਦਿੱਤੀ। ਔਰ ਇਸ ਗੱਲ ਨਾਲ ਕੋਈ ਉਹ ਨਹੀਂ ਹੁੰਦਾ ਕਿ ਕਿਸੇ ਨੇ ਕੋਈ ਗੱਲ ਕਹਿਤੀ ਔਰ ਵਾਪਸ ਲੈ ਲਈ ਤੇ ਉਸ ਗੱਲ ਨੂੰ ਆਪਾਂ ਦੁਬਾਰਾ ਉਂਘਾਰਿਆ ਜਾਏ, ਕਿਉਂਕਿ ਜਦੋਂ ਬੰਦਾ ਆਪਦੀ ਕੋਈ ਗੱਲ ਕਹਿ ਕੇ ਵਾਪਸ ਲੈ ਲੈਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਗੱਲ ਖਤਮ ਹੋ ਜਾਂਦੀ ਹੈ ਔਰ ਕਦਮ ਕਰ ਦੇਣੀ ਵੀ ਚਾਹੀਦੀ ਹੈ। ਨਹੀਂ, ਸਿੱਧੂ ਨੇ ਵੀ ਕਰ ਲਈ ਸੀ ਨਜ਼ਰ, ਸਿੱਧੂ ਨੇ ਪੈਂਟ ਗਿੱਲੀ ਵਾਲੀ, ਉਹ ਤਾਂ ਹਾਲ ਤੱਕ ਘੜੀਸੀ ਫਿਰਦੇ ਆ, ਉਹ ਕਈ ਕਾਂਗਰਸੀ ਚੱਕੀ ਫਿਰਦੇ ਆ। ਸੁਣੋ, ਬੀਜੇਪੀ ਦੇ ਕਈ ਬਿਆਨ ਹੈ, ਮੋਦੀ ਜੀ ਦੇ ਬਿਆਨ ਤੁਹਾਨੂੰ ਦੱਸ ਦਿੰਨਾ, ਕੱਪੜਿਆਂ ਤੋਂ ਲੋਕ ਪਛਾਣੇ ਜਾਂਦੇ ਆ, ਕਿਆ ਵਾਪਸ ਲਿਆ ਤੁਸੀਂ? ਮੈਂ ਤਾਂ ਛੋਟੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਮੋਦੀ ਜੀ ਦੀ ਗੱਲ ਕਰ ਰਿਹਾ ਕਿ ਜਿਹੜੇ ਇਹ ਵਰਡ ਦੀ ਉਹ ਗੱਲ ਕਰਦੇ ਨੇ ਕਦੀ ਵਾਪਸ ਨਹੀਂ ਲੈਂਦੇ। ਔਰ ਜਿੱਥੇ ਤੱਕ ਹੁਣ ਆਪਾਂ ਗੱਲ ਪੰਜਾਬ ਦੀ ਕਰਦੇ ਆ ਨਾ, ਕਾਨੂੰਨਾਂ ਦੀ ਜਿਹੜੀ ਗੱਲ ਸੀਗੀ, ਇਹ ਕਹਿ ਰਹੇ ਸੀ ਵੀ 4.5 ਸਾਲ ਕੋਈ ਕੰਮ ਨਹੀਂ ਹੋਇਆ। ਮੈਂ ਕਹਿੰਦਾ ਕਿ ਅਮਰਿੰਦਰ ਸਿੰਘ ਜੀ ਨੇ ਵੀ ਕੰਮ ਕੀਤੇ ਨੇ ਕਾਂਗਰਸ ਦੇ, ਕਿਉਂ ਨਹੀਂ ਕੀਤੇ? ਪਹਿਲੇ ਕੰਮ ਸੁਣੋ, ਜਿਹੜੀ ਜਦੋਂ ਕਿਸਾਨ ਬੈਠੇ ਸੀ ਧਰਨਿਆਂ 'ਚ, ਜਿਹੜੇ ਕਾਨੂੰਨ ਕਾਲੇ ਕਾਨੂੰਨ ਬਣੇ ਸੀ, ਪੰਜਾਬ ਵਿਧਾਨ ਸਭਾ ਦੇ ਵਿੱਚ ਰੱਦ ਕਿਹਨੇ ਕਰਾਏ ਸੀ? ਦੱਸੋ ਜੀ। ਅਮਰਿੰਦਰ ਸਿੰਘ ਜੀ ਨੇ ਕਰੇ ਰੱਦ, ਉਹ ਗਵਰਨਰ ਕੋਲ ਭੇਜੇ। ਦੂਜੀ ਗੱਲ, ਕੰਮ ਜਿਹੜੇ ਨੇ ਉਹ ਬਹੁਤ ਸਾਰੇ ਹੋਏ, ਲੇਕਿਨ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੀ ਗੱਲ ਚੰਨੀ ਸਾਹਿਬ ਵੀ ਕਹਿੰਦੇ ਆ ਔਰ ਜਿਹੜੀ ਗੱਲ ਸਾਰੇ ਕਹਿੰਦੇ ਨੇ ਪੰਜਾਬ 'ਚ, ਵੀ ਉਹਨਾਂ ਦੇ ਕਿਤੇ ਨਾ ਕਿਤੇ ਲਿੰਕ ਅੰਦਰੋਂ ਦੀ ਬੀਜੇਪੀ ਦੇ ਨਾਲ ਜਾਂ ਇਹਨਾਂ ਦੇ ਨਾਲ ਮਿਲੇ ਹੋਏ ਸੀ। ਚਲੋ ਆਪਾਂ ਇਸ ਗੱਲ ਨੂੰ ਬਹੁਤ ਜ਼ਿਆਦਾ ਉਹ ਉੱਤੇ ਨਹੀਂ ਲੈ ਕੇ ਜਾਂਦੇ, ਪਰ ਇਹ ਨਹੀਂ ਹੈ ਕਿ ਪੰਜਾਬ ਨੇ ਕੰਮ, ਅਮਰਿੰਦਰ ਸਿੰਘ ਦੀ ਸਰਕਾਰ ਨੇ 4.5 ਸਾਲ ਕੰਮ ਨਹੀਂ ਕਰਿਆ, ਐ ਨਹੀਂ ਹੋਇਆ, ਕੰਮ ਕਰੇ। ਲੇਕਿਨ ਚੰਨੀ ਸਾਹਿਬ ਨੇ ਆ ਕੇ 111 ਦਿਨਾਂ ਦੇ ਵਿੱਚ ਜੋ ਆਮ ਲੋਕਾਂ ਦੇ ਕੰਮ, ਜਿਹੜੇ ਗਰੀਬਾਂ ਦੇ ਔਰ ਨੀਚੇ ਜਿਹੜੇ ਪੱਧਰ ਤੇ ਕੰਮ ਹੋਣੇ ਚਾਹੀਦੇ ਸੀ, ਉਹ ਕਰਨੇ ਦੀ ਗੱਲ ਕੀਤੀ ਹੈ। ਔਰ ਉਹੀ ਕੰਮ ਉਹਨਾਂ ਨੇ ਕਰਕੇ ਵੀ ਦਿਖਾਏ ਆ, ਜਿਸ ਤਰ੍ਹਾਂ 3 ਰੁਪਏ ਯੂਨਿਟ ਬਿਜਲੀ ਦਾ ਘਟਾਤਾ, ਜਿਹੜਾ ਨਾਰਮਲ ਆਦਮੀ ਨੂੰ ਉਹਦਾ ਫਾਇਦਾ ਹੁੰਦਾ। ਦੂਸਰੀ ਗੱਲਾਂ, ਆਹ ਜਿਹੜੀ ਪੰਜਾਬ ਦਾ ਜਿਹੜਾ ਹੁਣ ਇਸ ਟਾਈਮ ਇਲੈਕਸ਼ਨ ਦਾ ਮੁੱਦਾ ਹੈ, ਇਲੈਕਸ਼ਨ ਦਾ ਵੇਲਾ ਹੈ, ਜਿਹੜੀਆਂ ਗੱਲਾਂ ਅੱਜ ਵੋਟਾਂ ਵੀ ਪੈ ਰਹੀ ਹੈ, ਇਸ ਮੁੱਦੇ ਦੇ ਉੱਤੇ ਲੋਕ ਇਹ ਗੱਲ ਵਿਚਾਰਨਗੇ ਕਿ ਜਿਹੜੇ ਦੇਖੋ ਅਕਾਲੀ ਦਲ ਔਰ ਬੀਜੇਪੀ ਇਹ ਆਪਸ ਦੇ ਵਿੱਚ ਸਾਂਝੀਦਾਰ ਹੋ ਕੇ ਤਾਂ ਜਿੱਦੇ ਰਹੇ। ਹੁਣੇ ਵਰਿਸ਼ਟ ਪੱਤਰਕਾਰ ਨੇ ਇਹਨਾਂ ਨੇ ਕਿਹਾ ਵੀ ਪਰਮਾਰ ਸਾਹਿਬ ਨੇ ਕਿ ਉਹ ਤੱਤ ਜਿੱਦੇ ਰਹੇ, ਅਲੱਗ-ਅਲੱਗ ਹੋ ਜਾਂਦੇ ਆ ਤਾਂ ਇਹਨਾਂ ਦਾ ਕੰਮ ਖਤਮ ਹੋ ਜਾਂਦਾ, ਕਿਉਂਕਿ ਅਕਾਲੀ ਦਲ ਔਰ ਜਿਹੜਾ ਪਿੰਡੂ ਭਾਈਚਾਰਾ ਔਰ ਦੂਸਰਾ ਜਿਹੜਾ ਸ਼ਹਿਰੀ ਲੋਕ ਹੈ, ਉਹਨਾਂ ਦੀ ਆਪਸ ਦੇ ਵਿੱਚ ਇਹਨਾਂ ਦੀ ਆਪਸ ਦੀ ਸਾਂਝ-ਗਾਂਠ ਖਤਮ ਹੋ ਗਈ। ਔਰ ਇਸ ਦੇ ਨਾਲ ਇੱਕ ਦੂਜੀ ਚੀਜ਼ ਹੋਰ ਵੀ ਹੈ, ਤੁਸੀਂ ਕਿੰਨੀ ਦੇਰ ਤੱਕ ਲੋਕਾਂ ਨੂੰ ਭੁਸਲਾ ਸਕਦੇ ਹੋ? ਅਸਲ ਦੇ ਵਿੱਚ ਲੋਕਾਂ ਨੂੰ ਕੰਮ ਚਾਹੀਦੇ ਹੈ। ਬੀਜੇਪੀ ਨੇ ਜਿਹੜਾ ਕੰਮ ਅੱਜ ਤੱਕ ਕੀਤਾ, ਉਹ ਸਿਰਫ ਆਪਸ ਦੇ ਵਿੱਚ ਲੋਕਾਂ ਨੂੰ ਲੜਾ ਕੇ ਵੋਟ ਲੈਣ ਦਾ ਕੰਮ ਕੀਤਾ। ਅਕਾਲੀ ਦਲ ਨੇ ਵੀ ਆਹੀ ਕੰਮ ਕੀਤਾ, ਉਹਨਾਂ ਦੇ ਨਾਲ ਸਾਂਝ ਪਾ ਕੇ ਕੰਮ ਕੀਤਾ। ਸੱਟਾ ਬਾਜ਼ਾਰ ਦੀ ਗੱਲ ਚੱਲਦੀ, ਸੱਟਾ ਬਾਜ਼ਾਰ ਬੜਾ ਸਟਰੋਂਗ ਹੁੰਦਾ, ਤੁਹਾਨੂੰ 37 ਸੀਟਾਂ ਦੇ ਰਿਹਾ ਸੱਟਾ ਬਾਜ਼ਾਰ, ਕੀ ਕਹਿੰਦੇ ਹੋ? ਹੁਣ ਗੱਲ ਸੱਟਾ ਬਾਜ਼ਾਰ ਦੀ ਦੇਖੋ, ਪਿਛਲੀ ਵਾਰ ਵੀ ਸੱਟਾ ਬਾਜ਼ਾਰ ਜਿਹੜੇ ਪਹਿਲੇ ਇਲੈਕਸ਼ਨ ਹੋਏ ਸੀ, ਤਮਿਲਨਾਡੂ ਦਾ ਇਲੈਕਸ਼ਨ ਸੀ, ਪੱਛਮੀ ਬੰਗਾਲ ਦਾ ਇਲੈਕਸ਼ਨ ਸੀ, ਇਹ ਜਿਹੜੇ ਪਹਿਲੇ ਇਲੈਕਸ਼ਨ ਵੀ ਸੀ, ਸੱਟਾ ਬਾਜ਼ਾਰ ਨੇ ਬੜੇ ਦਾਅਵੇ ਕੀਤੇ ਸੀਗੇ, ਉਹ ਸਾਰੇ ਫੇਲ ਹੋ ਗਏ ਸੀ ਔਰ ਸੱਟਾ ਬਾਜ਼ਾਰ ਹੀ ਧਰਾਮਦੜੀ ਗਿਰਿਆ ਸੀ। ਤੁਹਾਨੂੰ ਯਾਦ ਹੋਣਾ। ਔਰ ਇਸ ਵਾਰ ਵੀ ਧਰਾਮ ਕਰਕੇ ਗਿਰੇਗਾ ਸੱਟਾ ਬਾਜ਼ਾਰ, ਇਹ ਤੁਹਾਨੂੰ ਮੈਂ ਦੱਸ ਰਿਹਾ। ਇਲੈਕਸ਼ਨ ਦਾ ਰਿਜ਼ਲਟ ਜੋ 10 ਮਾਰਚ ਨੂੰ ਆਊਗਾ, ਸੱਟਾ ਬਾਜ਼ਾਰ ਸਭ ਤੋਂ ਨੀਚੇ ਗਿਰਿਆ ਵਾ ਮਿਲੇਗਾ। ਉਹ ਗੱਲ ਪਰਮਾਰ ਸਾਹਿਬ ਨੇ ਕਹਿ ਵੀ ਦਿੱਤੀ ਹੈ ਕਿ ਸੱਟਾ ਬਾਜ਼ਾਰ ਦੀ ਜਿਹੜੀ ਹੈ ਇਸ ਵਾਰੀ ਵਿਸ਼ਵਸਨੀयता ਜਿਹੜੀ ਹੈ ਪਿਛਲੀ ਵਾਰ ਵੀ ਨਹੀਂ ਸੀ ਔਰ ਇਸ ਵਾਰ ਵੀ ਨਹੀਂ ਹੈ। ਔਰ ਪਿਛਲੀ ਵਾਰ ਵੀ ਤੁਸੀਂ ਦੇਖਣਾ ਹੈ ਕਿ ਜਦੋਂ ਪੱਛਮੀ ਬੰਗਾਲ ਦੇ ਦਾਅਵੇ ਮੋਦੀ ਜੀ ਨੇ ਬੜੇ ਜ਼ੋਰਦਾਰ ਹੁੰਗਾਰਾ ਭਰ ਕੇ ਉੱਥੇ ਕੀਤੇ ਸੀਗੇ, ਉੱਥੇ ਕਿੱਥੇ ਗਏ?
ਔਰ ਉਸ ਤੋਂ ਬਾਅਦ ਉਹਨਾਂ ਨੂੰ ਮੂੰਹ ਦਿਖਾਣੀ ਪਈ। ਔਰ ਤਮਿਲਨਾਡੂ 'ਚ ਵੀ ਇਸ ਤਰ੍ਹਾਂ ਹੀ ਸੀ, ਕੇਰਲ 'ਚ ਵੀ ਇਸ ਤਰ੍ਹਾਂ ਹੀ ਸੀਗਾ, ਔਰ ਸਾਰੀ ਸਟੇਟਾਂ ਦੇ ਵਿੱਚ ਆਹੀ ਹੈ ਕਿ ਸੱਤਾ ਬਾਜ਼ਾਰ ਇਸ ਟਾਈਮ ਗਿਰੂਗਾ ਔਰ ਕਾਂਗਰਸ ਜਿਹੜੀ ਹੈ 77 ਤੋਂ ਵੀ ਵੱਧ ਸੀਟਾਂ ਲੈ ਕੇ ਜਾਊਗੀ। ਇਹ ਤੁਹਾਨੂੰ ਦੱਸਣਾ ਮੈਂ। ਪਰਮਾਰ ਸਾਹਿਬ ਤੁਹਾਡੇ ਵੱਲ ਆ ਰਿਹਾ, ਮੇਰੇ ਮਨ ਚ ਆ ਰਿਹਾ ਵੀ ਜਿਹੜਾ ਸੁਖਬੀਰ ਬਾਦਲ, ਭਗਵੰਤ ਮਾਨ, ਚਰਨਜੀਤ ਚੰਨੀ, ਇਹ ਸੀਐਮ ਫੇਸ ਪਾਰਟੀ ਨੂੰ ਜਿਤਾਉਣ ਚ ਕਿੰਨੇ ਮਾਇਨੇ ਰੱਖਦੇ ਨੇ, ਕਿੰਨੇ ਕੁ ਇੰਪੋਰਟੈਂਟ ਹੋ ਜਾਂਦੇ ਨੇ ਕਿ ਵਾਕਈ ਇਹਨਾਂ ਦੇ ਚਿਹਰੇ ਨੂੰ ਦੇਖ ਕੇ ਪਬਲਿਕ ਕਿੰਨੇ ਕੁ ਨਾਲ ਜੁੜਦੀ ਹੈ, ਵੋਟ ਕਰਦੀ ਹੈ? ਔਰ ਇਹਨਾਂ ਤਿੰਨਾਂ ਵਿਅਕਤੀਆਂ ਬਾਰੇ ਵੀ ਜਾਣਨਾ ਚਾਹਾਂਗੇ। ਨਹੀਂ ਦੇਖੋ, ਮੈਂ ਸਭ ਤੋਂ ਪਹਿਲੀ ਗੱਲ ਤੇ ਇਹਨਾਂ ਦੀ ਮੈਂ ਗੱਲ ਤੇ ਆਉਣਾ। ਕਾਂਗਰਸ ਨੇ ਇਲੈਕਸ਼ਨਸ ਤੋਂ ਪਹਿਲਾਂ 2-3 ਵੱਡੀਆਂ ਸਟ੍ਰੈਟੇਜਿਕ ਗਲਤੀਆਂ ਕੀਤੀਆਂ ਜਿਹੜੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ, ਜਾਂ ਉਹ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰਨ ਲਈ ਕੁਝ ਨਵਾਂ ਕਰ ਸਕਦੇ ਸੀ ਜਿਹੜਾ ਨਹੀਂ ਕੀਤਾ। ਉਹਦੀਆਂ ਵੀ ਉਹ ਮਜਬੂਰੀਆਂ ਦੇਖੀਆਂ ਨਹੀਂ ਨਾ ਭੁੱਲਣ ਜੋ ਗਤੀਵਿਧੀਆਂ ਹੋ ਗਈਆਂ ਉਹ। ਮੈਂ ਤਾਂ ਇਹ ਕਾਂਗਰਸ ਦਾ ਸਭ ਤੋਂ ਵੱਡਾ ਦੁਸ਼ਮਣ ਕਾਂਗਰਸ ਆਪ ਹੀ ਹੈ। ਅੱਛਾ, ਇਹ ਉਸੇ ਟਾਹਣੀ ਤੇ ਬੈਠਦੇ ਆ ਜਿਹੜੀ ਟਾਹਣੀ ਨੂੰ ਕੱਟਣਾ ਹੁੰਦਾ। ਅੱਛਾ, ਆਰੀ ਵੀ ਇਹਨਾਂ ਦੀ ਹੁੰਦੀ ਹੈ ਤੇ ਪੈਰ ਵੀ ਇਹਨਾਂ ਦੇ ਹੁੰਦੇ ਆ, ਟਾਹਣੀ ਕਿਸੇ ਹੋਰ ਦੀ ਹੁੰਦੀ ਹੈ, ਗਿਰਨਾ ਆਪ ਹੁੰਦਾ। ਗਿਰਨਾ ਆਪ ਹੁੰਦਾ। ਅੱਛਾ, ਸਭ ਤੋਂ ਪਹਿਲਾਂ ਤਾਂ ਜਿੰਨੇ ਦਾਗੀ ਬੰਦੇ ਰਾਜੇ ਨਾਲ ਜੁੜੇ ਹੋਏ ਤੇ ਰਾਜਾ ਗਿਆ ਛੱਡ ਕੇ ਤੇ ਤੁਸੀਂ ਕਾਹਦੀਆਂ ਰਿਸ਼ਤੇਦਾਰੀਆਂ ਨਿਭਾਉਣੀਆਂ ਉਹਦੇ ਨਾਲ? ਜਿਹਦੇ 10-15-20 ਚਮਚੇ ਸੀ ਉਹਦੇ ਖਾਸ ਸਰਦਾਰੜੇ ਜਿਹੜੇ ਸੀ, ਵੱਡੇ ਵੱਡੇ ਉਦਯੋਗਪਤੀ, ਬਲੈਕ ਕਰਨ ਵਾਲੇ, ਨਕਲੀ ਸ਼ਰਾਬਾਂ ਵੇਚਣੀਆਂ, ਰੇਤੇ 'ਚ ਵੀ ਮਿਲਾਵਟ ਕਰਕੇ ਵੇਚੀ ਜਾਂਦੇ ਸੀ, ਉਹਨਾਂ ਨੂੰ ਤੁਸੀਂ ਨਾਲ ਰੱਖ ਲਿਆ ਔਰ ਟਿਕਟਾਂ ਵੀ ਦੇਤੀਆਂ। ਔਰ ਤੁਸੀਂ ਦੇਖਣਾ ਕੱਲ ਨੂੰ ਜੇ ਕਿਤੇ ਕਾਂਗਰਸ ਇੱਕ ਵਾਰੀ ਫੇਰ ਟੁੱਟੀ, ਉਹੀ 18 ਬੰਦੇ ਜਿਹੜੇ ਰਾਜੇ ਤੁਸੀਂ ਚੱਕਦੇ ਸਭ ਤੋਂ ਪਹਿਲਾਂ ਉਹ ਭੱਜਣਗੇ। ਠੀਕ ਹੈ, ਜਦੋਂ ਜਹਾਜ਼ ਡੁੱਬਣ ਵਾਲਾ ਹੁੰਦਾ ਚੂਹਾ ਸਭ ਤੋਂ ਪਹਿਲਾਂ ਭੱਜਦਾ। ਠੀਕ ਹੈ, ਤੇ ਇਹ ਜਿਹੜੇ ਬੰਦਿਆਂ ਨੂੰ ਤੁਸੀਂ ਟਿਕਟਾਂ ਦੇਤੀਆਂ ਭੱਜਣ ਵਾਲਿਆਂ ਨੂੰ, ਪਹਿਲਾਂ ਤਾਂ ਤੁਸੀਂ ਉਹ ਜਿਹੜੀ ਇੱਕ ਤੁਹਾਡੇ ਇੱਕ ਕਿਸੇ ਦੇ ਬਾਗੀ ਦਾਗੀ ਬੰਦੇ ਸੀ, ਬਾਗੀ ਵੀ ਸੀ ਦਾਗੀ ਵੀ ਸੀ, ਦੋਨੋਂ, ਉਹਨਾਂ ਨੂੰ ਤੁਸੀਂ ਇਨਾਮ ਦੇ ਰਹੇ ਹੋ ਟਿਕਟਾਂ ਦੇ ਕੇ। ਫਿਰ 15 ਕੁ ਬੰਦੇ ਕਾਂਗਰਸ ਨੇ ਇੰਨੇ ਕਮਜ਼ੋਰ ਖੜੇ ਕੀਤੇ ਵਿਚਾਰੇ ਮਾਤੜ, ਜਿਨ੍ਹਾਂ ਨੂੰ ਉਹਨਾਂ ਦਾ ਪਿੰਡ ਵੋਟਾਂ ਨਾ ਪਾਵੇ, ਤੁਸੀਂ ਐਮਐਲਏ ਕੋਈ ਨਾ ਮੰਨਦਾ ਜਿੱਤੇ ਨਾ ਮੰਨਦਾ ਨਾ ਜਾਣਦੇ ਨਹੀਂ। ਉਹ ਇਹ ਅੰਦਰ ਖਾਤੇ ਕਿਤੇ ਕਾਂਗਰਸ ਆਪਣਾ ਨੁਕਸਾਨ ਖੁਦ ਹੀ ਕਰ ਰਹੀ ਹੈ, ਆਪਣੇ ਘਰ ਨੂੰ ਆਪ ਹੀ ਸਨ ਲਾ ਰਹੇ ਨੇ। ਠੀਕ ਹੈ, ਹੁਣ ਉਹ 15 ਜਿਹੜੇ ਕਮਜ਼ੋਰ ਖੜੇ ਕੀਤੇ ਆ ਉਹਨਾਂ ਨੇ ਹਾਰ ਜਲਾ 17 ਤੁਹਾਡੇ 15 ਤੋਂ ਘਟ ਗਏ। ਚਲੋ 70 ਲਾ ਮੰਨ ਲਓ ਤੁਸੀਂ, ਉਹਨਾਂ ਚ ਜਿਹੜੇ 18 ਨੇ ਉਹਨਾਂ ਨੇ ਭੱਜਣਾ, ਕੱਲ ਨੂੰ ਬੀਜੇਪੀ ਨਾਲ ਚਲੇ ਜਾਣਾ ਜਾਂ ਅਕਾਲੀਆਂ ਨਾਲ ਵੀ ਜਾ ਸਕਦੇ, ਜਿਹੜਾ ਸਰਕਾਰ 25 ਦਾ ਫਰਕ ਪੈ ਗਿਆ। ਉਹ ਭੱਜੇ ਨੇ। ਤੋਂ 15 ਤੇ 18 33 ਨਿਕਲ ਕੇ ਬਾਕੀ 35 ਬਚੇ, ਤੁਹਾਡੇ ਕੋਲੇ ਬਚਿਆ ਕੀ ਆ? ਉਹਨੇ ਖਾ ਜਾਣੇ ਆ। तो ਇਹ ਸਟ੍ਰੈਟਜੀ ਕਾਂਗਰਸ ਨੂੰ ਐਤਕੀ ਚਾਹੀਦਾ ਹੈ ਸੀ। ਮੈਨੂੰ ਕਿਸੇ ਨੇ ਪੁੱਛਿਆ ਵੀ ਸੀ, ਕਿਤੇ ਬਹੁਤ ਵੱਡਾ ਲੀਡਰ ਆਇਆ ਚੁੱਤਰਗੜ੍ਹ ਤੋਂ ਮੈਨੂੰ ਮਿਲਣ, 2 ਘੰਟੇ ਮੇਰੇ ਨਾਲ ਆ ਕੇ ਗਿਆ। ਮੈਂ ਇੱਕੋ ਹੀ ਸਲਾਹ ਦਿੱਤੀ ਸੀ, ਮੈਂ ਕਿਸੇ ਪਾਰਟੀ ਨਾਲ ਅਟੈਚ ਨਹੀਂ ਹਾਂ, ਮੈਂ ਨਾ ਮੇਰੇ 'ਚ ਹਿੰਮਤ ਹੈ ਕੋਈ, ਨਾ ਮੈਨੂੰ ਕੋਈ ਚਾਹੀਦਾ ਕਿਸੇ ਤੋਂ। ਠੀਕ ਹੈ। ਤੇ ਮੈਂ ਉਹਨੂੰ ਕਿਹਾ ਤੁਸੀਂ ਕੰਮ ਕਰੋ, ਘੱਟੋ ਘੱਟ 50% ਕੈਂਡੀਡੇਟ ਨਵੇਂ ਖੜੇ ਕਰੋ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੋਵੇ। ਯੰਗ ਤਬਕਾ ਤੁਹਾਡੇ ਕੋਲ ਇਹੋ ਜਿਹੇ ਹਜ਼ਾਰਾਂ ਵਰਕਰ ਨੇ ਕਾਂਗਰਸ ਕੋਲੇ ਜਿਹੜੇ 15-15 20 ਸਾਲ ਤੋਂ ਵਿਚਾਰੇ ਸਟੂਡੈਂਟ ਲਾਈਫ ਚੋਂ ਨਿਕਲ ਕੇ, ਟ੍ਰੇਡ ਯੂਨੀਅਨ ਚੋਂ ਨਿਕਲ ਕੇ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ MBA ਹੈ, ਕੋਈ ਕਿਸ ਕੇ, ਉਹ ਜਿਹੇ ਬੰਦੇ ਥੋੜਾ ਕਾਂਗਰਸ ਦਾ ਚਿਹਰਾ ਬਦਲੋ। ਬਿਲਕੁਲ 50% ਨਵਿਆਂ ਨੂੰ ਲੈ ਕੇ ਆਓ, 50% ਜਿਹੜੇ ਆ ਉਹ ਜਿਹੜੇ ਤੁਹਾਡੇ ਪੁਰਾਣੇ ਕਾਂਗਰਸ ਜਿਨ੍ਹਾਂ ਨੇ ਕੰਟਰੀਬਿਊਸ਼ਨ ਕੀਤੀ ਆ ਕਾਂਗਰਸ ਲਈ, ਉਹ ਨਹੀਂ ਜਿਹੜੇ ਕੱਲ BJP ਛੱਡ ਕੇ ਆਏ ਸੀ ਉਹਨੂੰ ਦੇ ਦਿਓ। ਠੀਕ ਹੈ, ਸਿੱਧੂ ਵਰਗੇ, ਤੇ ਜਾਂ ਕੋਈ ਅਕਾਲੀ ਦਲ ਚੋਂ ਛੱਡ ਕੇ ਆ ਗਿਆ, ਕੋਈ ਜਿਹਨੂੰ ਕਿਤੇ ਹੋਰ ਟਿਕਟ ਨਹੀਂ ਮਿਲੀ। ਮਤਲਬ ਮੈਨੂੰ ਇਹ ਦੱਸੋ ਕਿਹੜਾ ਅਸੂਲ ਹੈ ਜਿਹਨੂੰ ਇੱਕ ਪਾਰਟੀ ਆਪ ਤਾਂ ਟਿਕਟ ਦਿੰਦੀ ਹੀ ਨਹੀਂ, ਉਹ ਛੱਡ ਕੇ ਤੁਹਾਡੇ ਕੋਲ ਆਂਦਾ ਤੁਸੀਂ ਦੇ ਦਿੰਦੇ ਹੋ। ਇਹ ਸਾਰੀਆਂ ਕਰਦੀਆਂ ਵੀ ਤਕਰੀਬਨ ਸਾਰੀਆਂ ਗਲਤੀਆਂ ਸਾਰੀਆਂ ਕਰ ਰਹੀਆਂ। ਇਹ ਮੇਨ ਕਾਂਗਰਸ ਦਾ ਐਤਕੀ ਜੇ ਕਾਂਗਰਸ ਦੀ ਸਰਕਾਰ ਨਹੀਂ ਬਣ ਰਹੀ ਇਹਨਾਂ ਇਲੈਕਸ਼ਨਾਂ 'ਚ, ਜਿਹੜੀ ਮੈਨੂੰ ਲੱਗਦਾ ਨਹੀਂ ਬਣਨੀ, ਉਹ ਇਹਨਾਂ ਦੀ ਆਪਣੀਆਂ ਗਲਤੀਆਂ ਕਰਕੇ ਨਹੀਂ ਬਣਨੀ। ਚੰਨੀ CM ਫੇਸ ਕੀ ਕਹਿੰਦੇ ਹੋ? ਉਹਦਾ ਕੋਈ ਫਾਇਦਾ ਹੈ ਨਹੀਂ? ਚੰਨੀ ਨੂੰ ਨਵਜੋਤ ਸਿੱਧੂ ਕੋਈ ਦਵਾਣਗੇ ਫਾਇਦਾ? ਚੰਨੀ ਨੂੰ CM ਫੇਸ ਕਰਕੇ ਬਣਾਇਆ ਕਿ ਚੰਨੀ ਦੀ ਕਾਬਲੀਅਤ ਦੇਖ ਕੇ ਨਹੀਂ ਬਣਾਇਆ ਗਿਆ। ਹਾਂਜੀ, ਉਹ ਚੰਨੀ ਨੂੰ CM ਫੇਸ ਕਰਕੇ ਬਣਾਇਆ ਗਿਆ। ਉਹਦੇ ਸਿਰ ਤੇ ਪੱਗ ਵੀ ਹੈ ਤੇ ਉਹ ਦਲਿਤ ਵੀ ਹੈ। ਦਲਿਤ, ਠੀਕ ਹੈ। ਉਹਦੀ ਕਾਬਲੀਅਤ ਕਰਕੇ ਨਹੀਂ ਬਣਾਇਆ ਉਹਨੂੰ। ਕਾਬਲਾ ਬੰਦਾ ਮੈਂ ਨਹੀਂ ਕਹਿੰਦਾ ਨਾਕਾਬਲ ਹੈ, ਪਰ ਤੁਸੀਂ ਜਿਹੜਾ 450 ਕੋਲ ਕੀਤਾ ਨਹੀਂ, 111 ਦਿਨਾਂ 'ਚ ਕੀ ਤੁਸੀਂ ਭਾਲ ਲਓਗੇ? ਕੀ ਕਰ ਲਓਗੇ? ਮਤਲਬ ਜਦੋਂ ਦਰਖਤ ਨਾਲੋਂ ਅੰਬ ਮੁੱਕ ਗਏ ਉਦੋਂ ਫਿਰ ਉਹ ਦਰਖਤ ਤੋਂ ਕੀ ਲੈਣਾ? ਸਹੀ ਹੈ, ਉਹ ਤਾਂ ਰਹਿ ਹੀ ਨਹੀਂ ਸੀ, ਕੁਛ ਖਾਲੀ ਹੋ ਗਿਆ ਸੀ ਉਦੋਂ, ਪੱਤੇ ਝੜਨੇ ਸੀਗੇ ਬਸ। ਇਹ ਇਸ ਕਰਕੇ 111 ਦਿਨਾਂ 'ਚ ਨਾ ਤਾਂ ਕੰਮ ਹੋ ਸਕਦਾ ਤੇ ਨਾ ਕੋਈ ਉਹ 111 ਦਿਨਾਂ 'ਚ ਕੁਛ ਆਦੇ ਚੋਣ ਜਾਬਤੇ 'ਚ ਜਵਾਬ ਦੇਣਾ ਚਾਹ ਰਹੇ। ਤੁਹਾਡੀ ਗੱਲ ਦਾ ਢੀਂਗਰਾ ਸਾਹਿਬ ਜਵਾਬ ਦੇਣਾ ਚਾਹ ਰਹੇ ਨੇ। ਹਾਂਜੀ, देखो गल ये है, ये वरिष्ठ पत्रकार ने परमार साहब, पर लेकिन एक चीज है मैं तुहानू आ जरूर कहना चाहना, चन्नी साहब डबल MA ने
PhD ਕਰ ਰਹੇ ਨੇ, ਇੰਟੈਲੀਜੈਂਟ ਆਦਮੀ ਹੈ, ਪੋਲੀਟੀਕਲ ਕੈਲੀਬਰ ਦੀ ਗੱਲ ਕਰ ਰਹੇ ਆ, ਪੋਲੀਟੀਕਲ ਕੈਲੀਬਰ, ਉਹ ਵਿਪਕਸ਼ ਦੇ ਨੇਤਾ ਰਹੇ ਨੇ, ਟੈਕਨੀਕਲ ਐਜੂਕੇਸ਼ਨ ਮਿਨਿਸਟਰ ਰਹੇ ਨੇ। ਤੁਹਾਨੂੰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਵੱਡਾ ਸ਼ਾਹੀ ਖਤਮ ਹੋਈ, ਵੱਡਾ ਸ਼ਾਹੀ ਦਾ ਮਤਲਬ ਤੁਸੀਂ ਸਮਝ ਗਏ ਹੋ, ਜਦੋਂ ਖਤਮ ਹੋਈ, ਹੁਣ ਜਿਹੜੀ ਅੱਜ ਦੀ ਸਥਿਤੀ ਹੈ ਉਹ ਯੰਗ ਬੰਦਿਆਂ ਦੀ ਹੋਈ ਹੈ, ਔਰ ਚੰਨੀ ਸਾਹਿਬ ਵੀ ਯੰਗ ਨੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਦੋਂ ਯੰਗ ਬੰਦਾ ਜਿੱਦਾਂ ਤਾਂ ਯੰਗ ਟੀਮ ਆਪਣੇ ਆਪ ਹੀ ਬਣਦੀ ਹੈ, ਔਰ ਯੰਗ ਟੀਮ ਬਣ ਚੁੱਕੀ ਹੈ ਪੰਜਾਬ 'ਚ, ਔਰ ਕਾਂਗਰਸ ਦੇ ਵਿੱਚ ਬਣ ਚੁੱਕੀ ਹੈ। ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਮੈਂ। ਤੁਸੀਂ ਨਾਮ ਦੱਸੋਗੇ ਕੋਈ? ਦੇਖੋ ਮੈਂ ਹੁਣ ਤੁਹਾਨੂੰ ਇੱਕ ਨਾਮ ਲੈਣਾ ਚਾਹਾਂ ਤਾਂ ਬੜੇ ਦੋ ਦੇਖੋ ਮੈਂ ਤੁਹਾਨੂੰ ਦੱਸਦਾ, ਦੇਖੋ ਟਿਕਟਾਂ ਦਾ ਜਿਹੜਾ ਮਸਲਾ ਹੁੰਦਾ ਨਾ ਉਹ ਬੜਾ ਗੰਭੀਰ ਹੁੰਦਾ। ਮੈਂ ਤੁਹਾਨੂੰ ਐ ਕਹਤਾ ਫਿਰ ਤੁਸੀਂ ਮੈਨੂੰ ਪੁੱਛੋਗੇ ਉਹ ਕੌਣ, ਉਹ ਕਿੱਧਰੋਂ ਦੀ ਆਇਆ, ਉਹ ਕਿੱਥੋਂ ਦੀ ਆਇਆ। ਮੈਂ ਉਹਨਾਂ ਦੇ ਕਿਸੇ ਦੇ ਨਾਂ ਨਹੀਂ ਇਸ ਟਾਈਮ ਲੈਣਾ ਚਾਹੁੰਦਾ। ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ ਕਿ ਯੰਗ ਟੀਮ, ਯੰਗ ਬੰਦੇ ਦੇ ਨਾਲ ਯੰਗ ਟੀਮ ਆਟੋਮੈਟਿਕਲੀ ਆਉਂਦੀ ਹੈ, ਔਰ ਬੰਦੇ ਕਈ ਹੈਗੇ ਨੇ ਜਿਹੜੇ ਬੰਦੇ ਉਹਨਾਂ ਦੇ ਵਿੱਚ ਜਿਹਨਾਂ ਨੂੰ ਟਿਕਟਾਂ ਦਿੱਤੀਆਂ, ਜਿਹਨਾਂ ਇਹਨਾਂ ਨੇ ਕਿਹਾ ਵੀ ਉਹ ਬੜੇ ਗਰੀਬ ਨੂੰ ਟਿਕਟ ਦਿੱਤੀ। ਮੈਂ ਵੀ ਉਹਨਾਂ ਦਾ ਨਾਂ ਨਹੀਂ, ਗਰੀਬ ਵਿੱਚ ਨਹੀਂ ਕਰਨਾ ਚਾਹੁੰਦਾ, ਨਾ ਮੈਂ ਕੋਈ ਇਹੋ ਜਿਹੀ ਗੱਲ ਕਰਨਾ ਚਾਹੁੰਦਾ। ਜਦੋਂ ਇਹਨਾਂ ਨੇ ਹੋਰ ਕਹੀ ਕਿ 77 ਆਦਮੀਆਂ ਦੇ ਵਿੱਚੋਂ ਇੰਨੇ ਘਟ ਗਏ 117 ਸੀਟਾਂ ਤੇ ਚੁਣਾਵ ਲੜ ਰਹੇ, 77 ਤੇ ਨਹੀਂ ਲੜ ਰਹੇ। 77 ਅਸੀਂ ਜਿੱਤੀਆਂ ਸੀਗੀਆਂ, ਇਸ ਵਾਰ ਇਸ ਤੋਂ ਵੀ ਵੱਧ ਆਣਗੀਆਂ, ਮੈਂ ਤੁਹਾਨੂੰ ਇਹ ਗੱਲ ਦੀ ਗਾਰੰਟੀ ਦਿੰਦਾ। ਜਿਹੜੀਆਂ ਸੀਟਾਂ ਇਹਨਾਂ ਨੇ ਘਟਾਈਆਂ ਵੀ ਕੋਈ ਇਹੋ ਜਿਹੇ ਬੰਦੇ ਸੀਗੇ ਜਿਹੜੇ ਉਹਨਾਂ ਨਾਲ ਵੀ ਮਿਲੇ ਹੋਏ ਸੀ, ਇੱਧਰ ਵੀ ਮਿਲੇ ਹੋਏ ਸੀਗੇ। ਅੱਜ ਦੀ ਡੇਟ ਦੇ ਵਿੱਚ ਜਿਹੜਾ ਵੱਡਾ ਚਿਹਰਾ ਸੀਗਾ ਉਹ ਬਾਹਰ ਇਸ ਲਈ ਗਿਆ ਕਿਉਂਕਿ ਉਹਦੀਆਂ ਕੁਝ ਗਲਤੀਆਂ ਹੋਣੀਆਂ, ਔਰ ਕਾਂਗਰਸ ਹਾਈ ਕਮਾਂਡ ਨੇ ਦੇਖੀਆਂ ਹੋਣਗੀਆਂ, ਤਾਂ ਹੀ ਉਹਨਾਂ ਨੂੰ ਉਸ ਟਾਈਮ ਬਾਹਰ ਕਰਤਾ ਕਿ ਇਹ ਅਗਰ ਕਾਂਗਰਸ ਦਾ ਵਿੱਚ ਬੈਠ ਕੇ ਕਾਂਗਰਸ ਦਾ ਨੁਕਸਾਨ ਕਰ ਰਹੇ ਤੇ ਕਿਉਂ ਨਾ ਇਹਨਾਂ ਨੂੰ ਵੀ ਬਾਹਰ ਕੀਤਾ ਜਾਏ। ਔਰ ਜਿਹੜੇ ਲੋਕ ਕਿਤੇ ਨਾ ਕਿਤੇ ਕੋਈ ਨਾ ਕਨੈਕਸ਼ਨ ਦੀ ਗੱਲ ਜਿਹੜੀ ਕਰਦੇ ਹੋ, ਸਾਰੇ ਇਸ ਟਾਈਮ ਕਾਂਗਰਸ ਦੇ ਅੰਦਰ ਨੇ, ਔਰ ਕਾਂਗਰਸ ਹੀ ਜਿਹੜੀ ਪਾਰਟੀ ਹੈ ਉਹੀ ਇੱਕ ਵਿਪਕਸ਼ੀ ਪਾਰਟੀ ਹੈ ਦੇਸ਼ ਦੇ ਵਿੱਚ ਜਿਹੜੀ ਮੋਦੀ ਜੀ ਦੇ ਆਪੋਜ਼ਿਟ ਹੈ। ਨਹੀਂ ਕੈਪਟਨ ਤੁਹਾਡੇ ਵਿੱਚ 50 ਸਾਲ ਰਹੇ ਨੇ, 5 ਦਹਾਕੇ ਲਾਏ ਆ ਜ਼ਿੰਦਗੀ ਦੇ, ਉਹ ਨਹੀਂ ਤੁਹਾਡਾ ਕੋਈ ਨੁਕਸਾਨ ਕਰ ਸਕਦੇ? ਨਹੀਂ ਦੇਖੋ, ਉਹ ਤਾਂ ਹੁਣ ਇਲੈਕਸ਼ਨ 10 ਮਾਰਚ ਨੂੰ ਪਤਾ ਲੱਗ ਜੂਗਾ। ਅੱਜ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਜਿਹੜਾ ਬੰਦਾ ਆਪ ਦੀ ਹੰਕਾਰ ਦੇ ਵਿੱਚ ਵੱਡਾ ਹੋ ਜਾਂਦਾ ਨਾ, ਉਹਨੂੰ ਲੋਕ ਦੱਸ ਦਿੰਦੇ ਆ ਵੀ ਉਹ ਕਿੰਨਾ ਹੰਕਾਰ ਕਰ ਰਿਹਾ ਸੀਗਾ ਤੇ ਕੀ ਉਹਦਾ ਰਿਜ਼ਲਟ ਨਿਕਲਿਆ। ਉਹ ਤਾਂ ਸਾਰੀ ਚੀਜ਼ ਕਲੈਰਿਟੀ ਵਿੱਚ ਆਊਗੀ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਜੋ ਸਿਸਟਮ ਇਸ ਟਾਈਮ ਤੇ ਹੈਗਾ, ਅੱਜ ਉਹ ਪਿਛਲੇ ਵਾਲੇ ਚੁਣਾਵ ਨਹੀਂ ਕੀ ਵੀ ਪਹਿਲਾਂ ਆਹ ਵਾਲੇ ਆਏ ਫਿਰ ਆਹ ਵਾਲੇ ਆ ਗਏ ਫਿਰ ਅੱਜ ਚੇਂਜ ਹੋ ਗਿਆ ਸਾਰਾ ਸਿਸਟਮ ਪੰਜਾਬ ਦਾ, ਔਰ ਪੰਜਾਬ ਦੇ ਵਿੱਚ ਨਵੇਂ ਆਦਮੀਆਂ ਨੂੰ ਮੌਕਾ ਦਿੱਤਾ ਜਾ ਰਿਹਾ। ਅੱਜ 94 ਸਾਲ ਦਾ ਆਦਮੀ ਵੀ ਚੁਣਾਵ ਲੜ ਰਿਹਾ। ਇਹ ਤਾਂ ਕੋਈ ਗੱਲ ਨਹੀਂ ਹੈਗੀ, ਚੁਣਾਵ ਲੜਨ ਦਾ ਤਾਂ 94 ਸਾਲ ਦੇ ਆਦਮੀ ਨੂੰ ਵੀ ਅਧਿਕਾਰ ਹੈ। ਬਟ ਤੁਸੀਂ ਯੰਗ ਔਰ ਦੂਸਰੇ ਦੀ ਗੱਲ ਕਰਦੇ ਹੋ ਆਪਾਂ, ਤਾਂ ਦੂਸਰੇ ਦੀ ਵੱਲ ਵੀ ਦੇਖੋ ਕਿ ਉਹ ਕਿੰਨੇ ਯੰਗ ਤੇ ਕਿੰਨੇ ਉਹ, ਔਰ ਕਿਸ ਤਰ੍ਹਾਂ। ਦੇਖੋ ਮੁੱਖ ਮੰਤਰੀ ਦੀ ਔਰ ਦੂਜੇ ਦੀ ਵੀ ਲੜਾਈ ਹੈ, ਪਰ ਲੇਕਿਨ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ। ਦੇਖੋ ਮੈਂ ਤੁਹਾਡੀ ਗੱਲ ਦਾ ਜਵਾਬ ਦਿੱਤਾ, ਮੈਂ ਉਹਨਾਂ ਦੀ ਇੱਜ਼ਤ ਕਰਦਾ। ਪ੍ਰਕਾਸ਼ ਸਿੰਘ ਬਾਦਲ ਬਹੁਤ ਸੀਨੀਅਰ ਆਦਮੀ ਹੈ, ਬਟ ਮੈਂ ਇੱਕ ਜਸਟ ਇਹਨਾਂ ਦੀ ਗੱਲ ਦਾ ਜਵਾਬ ਦਿੱਤਾ। ਬਾਕੀ ਦੂਜੀ ਗੱਲ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਸਿਸਟਮ ਹੁਣ ਆ ਰਿਹਾ ਹੈ ਪੰਜਾਬ ਦੇ ਅੰਦਰ, ਜਿਹੜੀ ਸੋਚ ਆ ਰਹੀ ਹੈ ਉਹ ਕੰਮ ਕਰਨ ਦੀ ਸੋਚ ਆ ਰਹੀ ਹੈ, ਲੋਕਾਂ ਨੂੰ ਅੱਗੇ ਵਧਾਉਣ ਦੀ ਸੋਚ ਆ ਰਹੀ ਹੈ। ਅੱਜ ਦੇ ਜਿਹੜੇ ਮਸਲੇ ਹੈ, ਪਾਣੀਆਂ ਦੇ ਮਸਲੇ ਹੈ, ਬਿਜਲੀ ਦੇ ਨੇ, ਦੂਜੀ ਚੀਜ਼ਾਂ ਦੇ ਨੇ, ਉਹਨਾਂ ਨੂੰ ਵੱਡਾ ਕਰਨ ਦੀ ਗੱਲ ਆ ਰਹੀ ਹੈ ਕਿ ਲੋਕਾਂ ਨੂੰ ਅੱਜ ਜੌਬ ਚਾਹੀਦੀ ਹੈ, ਅੱਜ ਲੋਕਾਂ ਨੂੰ ਪਾਣੀ ਚਾਹੀਦਾ, ਅੱਜ ਲੋਕਾਂ ਨੂੰ ਬਿਜਲੀ ਚਾਹੀਦੀ ਹੈ, ਅੱਜ ਲੋਕਾਂ ਨੂੰ ਕੰਮ ਚਾਹੀਦੇ ਨੇ, ਤੇ ਉਹ ਸਿਰਫ ਕਾਂਗਰਸ ਸਰਕਾਰ ਦੇ ਸਕਦੀ ਹੈ। ਅੱਜ ਜਿੰਨੀ ਵੀ ਕਾਂਗਰਸ ਸਰਕਾਰ ਦੇ ਕੰਮ ਗਿਣ ਲਓ, ਉਹਨਾਂ ਦੇ ਸਿਸਟਮ ਗਿਣ ਲਓ, ਇਹ ਨਹੀਂ ਪੰਜਾਬ 'ਚ ਪੂਰੇ ਦੇਸ਼ ਉਹਨਾਂ ਨੇ ਸਿਰਫ ਕੰਮ ਕੀਤਾ, ਵਿਕਾਸ ਦੇ ਨਾਮ ਤੇ ਵੋਟ ਮੰਗੀ ਹੈ। ਕਦੀ ਵੀ ਅੱਜ ਤੱਕ ਇਹ ਫਿਰਕਾ ਪ੍ਰਸਤੀ ਵਿੱਚ ਪਈ ਹੀ ਨਹੀਂ ਪਾਰਟੀ, ਔਰ ਨਾ ਹੀ ਕਦੀ ਪਊਗੀ, ਨਾ ਹੀ ਕਦੀ ਇਹ ਜਵਾਬ ਦਊਗੀ, ਨਾ ਹੀ ਕਦੀ ਇਹ ਕੰਮ 'ਚ ਜਾਊਗੀ। ਫਿਰ ਵੀ ਲੋਕਾਂ ਦੀ ਮਰਜ਼ੀ ਹੈ, ਅਗਰ ਕਾਂਗਰਸ ਨੂੰ ਜਿਤਾਣਗੇ ਤਾਂ ਵਿਕਾਸ ਮਿਲੂਗਾ। ਬਿਲਕੁਲ। ਅੱਛਾ, ਇੱਕ ਸਵਾਲ ਬਾਬਾ ਜੀ ਤੁਸੀਂ ਦੱਸਣ ਲੱਗੇ ਮੇਰੇ ਜ਼ਿਹਨ 'ਚ ਆ ਗਿਆ। ਇੱਕ ਨਵੀਂ ਚੀਜ਼ ਅੱਜ ਦੇਖਣ ਨੂੰ ਮਿਲ ਰਹੀ ਹੈ, ਸਾਰੇ ਲੀਡਰ ਕਰ ਰਹੇ ਨੇ। ਸ਼ੁਰੂਆਤ ਵਿੱਚ ਕੇਜਰੀਵਾਲ ਪੰਜਾਬ ਆਏ, ਮੋਗਾ ਆਏ, ਕਾਟੋਵਾਲ ਦੇ ਘਰੇ ਰੋਟੀ ਖਾਣ ਚਲੇ ਗਏ। ਉਸ ਤੋਂ ਬਾਅਦ ਵੀਡੀਓ ਆਉਂਦਾ ਚੰਨੀ ਸੀਐਮ ਬਣਦੇ, ਚੰਨੀ ਫਿਰ ਰੇੜੀਆਂ ਤੇ ਖਾਣ ਲੱਗ ਪੈਂਦੇ ਆ। ਉਸ ਤੋਂ ਬਾਅਦ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੇ ਛੋਲੇ ਭਟੂਰੇ ਖਾਣ ਦਾ ਵੀਡੀਓ ਵਾਇਰਲ ਆਇਆ। ਸੁਖਬੀਰ ਬਾਦਲ ਦਾ ਜਲੇਬੀਆਂ ਤਲਣ ਦਾ ਵੀਡੀਓ ਜਿਹੜਾ ਸੀਗਾ ਉਹ ਵਾਇਰਲ ਹੋਇਆ। ਇਹ ਇਸ ਤਰ੍ਹਾਂ ਜਾ ਕੇ ਸਾਰੇ ਆਪਣੇ ਆਪ ਨੂੰ ਆਮ ਆਦਮੀ ਦਿਖਾਣ ਲੱਗੇ ਹੋਏ ਨੇ, ਕਾਮਨਵੈਲਥ। ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੋ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਤੁਸੀਂ ਸਵਾਲ ਪੁੱਛਿਆ ਬੜਾ ਵਧੀਆ ਸਵਾਲ ਪੁੱਛਿਆ, ਇਹਦਾ ਮੈਂ ਤੁਹਾਨੂੰ ਜਵਾਬ ਬੜਾ ਛੋਟੀ ਜਿਹੀ ਔਰ ਬੜਾ ਸੰਖੇਪ ਚ ਦੇਣਾ ਜੀ। ਸੁਖਬੀਰ ਜੀ ਦਾ ਤਾਂ ਆਪਾਂ ਜਦੋਂ ਸੀਐਮ ਸੀ, ਆਪਾਂ ਟਰੈਕ ਰਿਕਾਰਡ ਚੈੱਕ ਕਰਾਂਗੇ, ਤੁਸੀਂ ਪੱਤਰਕਾਰਤਾ ਤੇ ਹੁਣ ਨਵੇਂ ਨੇ ਕੁਮਾਰ ਸਾਹਿਬ ਵੀ, ਹਾਂ, ਉਹ ਜਦੋਂ ਸੁਖਬੀਰ ਬਾਦਲ ਸਾਹਿਬ ਜਦੋਂ ਸੀਐਮ ਸੀ, ਡਿਪਟੀ ਸੀਐਮ ਸੀ, ਤਾਂ ਵੀ ਇਹ ਕੰਮ ਕਰਦੇ ਰਹਿੰਦੇ ਸੀ। ਜਿੱਥੇ ਉਹਨਾਂ ਨੂੰ ਜੀ ਕਰਦਾ ਸੀ ਢਾਬੇ ਤੇ ਰੋਕ ਕੇ ਖੜ ਲਿਆ। ਦੀਪਕ ਢਾਬੇ ਤੇ ਤੁਹਾਨੂੰ ਯਾਦ ਹੈ ਜਿੱਥੋਂ ਉਹਨਾਂ ਦੀ ਕੰਟਰੋਵਰਸੀ ਸ਼ੁਰੂ ਹੋਈ ਕਿ ਦੀਪਕ ਢਾਬੇ ਜਿਨ੍ਹਾਂ ਨੇ ਹਿੱਸਾ ਪਾ ਲਿਆ, ਉਹ ਸਿਰਫ ਜਾਂਦੇ ਰੋਟੀ ਖਾਣ ਵਾਸਤੇ ਰੁਕ ਗਏ ਸੀ।
उन्होंने कंट्रोवर्सी च पाता कि नाना दीपक ढाबे जिन्हों ने हिस्सा पा लिया। ऐसा कुछ नहीं, सुखबीर की शुरू तो ऐसे काम करते आए हैं, ਅਸੀਂ ਨਾਲ ਹੋ ਕੇ ਵੀ ਕਈ ਵਾਰੀ ਚੀਜ਼ਾਂ ਦੇਖੀਆਂ ਕਿ ਰੋਕ ਕੇ ਆਪਣੇ ਗਨਸ ਨੂੰ ਔਰ ਆਪ ਸਾਰੀ ਸਿਕਿਉਰਿਟੀ ਨੂੰ ਕਹਿਣਾ ਯਾਰ ਕਿਤੇ ਲਾ ਲਓ ਚਾਹ ਪੀ ਲਈਏ, ਉਹ ਕਿਸੇ ਢਾਬੇ ਤੇ ਵੀ ਰੁਕ ਜਾਂਦੇ, ਉਹ ਸ਼ੁਰੂ ਤੋਂ ਆਦਤ ਹੈ। ਜਿਹੜਾ ਕੇਜਰੀਵਾਲ ਸਾਹਿਬ ਨੇ, ਰਾਜਾ ਵੜਿੰਗ ਸਾਹਿਬ ਨੇ, ਗਾਂਧੀ ਸਾਹਿਬ ਨੇ, ਇਹ ਸਾਰਿਆਂ ਨੇ ਕੰਮ ਕਰਿਆ ਨਾ, ਇਹ ਥੋੜਾ ਚੰਨੀ ਹੋਰਾਂ ਨੇ ਇਹ ਥੋੜਾ ਜਿਹਾ ਰੋਸਟਡ ਪੋਲਿਟਿਕਸ ਕੀਤੀ ਹੈ। ਜਿਹੜਾ ਚੰਨੀ ਸਾਹਿਬ ਬਿਲਕੁਲ, ਜਿਹੜਾ ਚੰਨੀ ਸਾਹਿਬ ਨੂੰ ਪੁੱਛੋ ਜਦੋਂ ਮੰਤਰੀ ਸੀ ਤਾਂ ਕੁਝ ਕਰਿਆ ਸੀ ਐਸਾ ਨਹੀਂ ਕਰਿਆ, ਕਿਉਂਕਿ ਤਾਂ ਉਹ ਕੈਮਰੇ ਥੋੜਾ ਇਹਨਾਂ ਨੂੰ ਇੰਨਾ ਮਿਲ ਨਹੀਂ ਨਾ ਰਿਹਾ ਸੀ, ਲਾਈਮਲਾਈਟ ਤੋਂ ਥੋੜਾ ਦੂਰ ਸੀ, ਤਾਂ ਨਹੀਂ ਐਸਾ ਕੁਝ ਕਰਿਆ। ਤਾਂ ਇਹਨਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਟੈਂਟ ਲਾਉਂਦਾ ਰਿਹਾ, ਮੈਂ ਮਾਈਕ ਹੈ ਕਿ ਮਤਲਬ ਪਬਲਿਕ ਨੂੰ ਕੀ ਦਿਖਾਣਾ ਚਾਹੁੰਦੇ ਆ, ਕੋਈ ਕਿ ਵੀ ਇਹਨੇ ਪਬਲਿਕ ਨੂੰ ਨਾ ਐਸੇ ਲੀਡਰ ਕਿਆ ਸ਼ੋ ਕਰਨਾ ਚਾਹੁੰਦੇ ਕਿ ਅਸੀਂ ਤਾਂ ਤੁਹਾਡੇ ਵਿੱਚੋਂ ਹਾਂ, ਤੁਸੀਂ ਸਾਨੂੰ ਆਪਣਾ ਕਨੈਕਸ਼ਨ ਬਣਾਉਣਾ ਚਾਹੁੰਦੇ ਆ। ਉਹ ਕਨੈਕਸ਼ਨ ਇਦਾਂ ਸਟੈਬਲਿਸ਼ ਨਹੀਂ ਹੁੰਦਾ, ਲੋਕਾਂ ਨਾਲ ਕੰਮ ਕਰਨ ਨਾਲ ਸਟੈਬਲਿਸ਼ ਹੁੰਦਾ। ਜਿਹੜੀ ਭਾਈ ਸਾਹਿਬ ਨੇ ਇਹ ਗੱਲ ਕਹੀ ਕਿ ਬੜੇ ਕੰਮ ਕਰੇ, ਇਹ ਕਰਿਆ ਉਹ ਕਰਿਆ 111 ਦਿਨਾਂ ਚ, ਮੈਂ ਹਾਂ ਬਿਲਕੁਲ ਬਿਲਕੁਲ ਨਹੀਂ 120 ਸੀਟਾਂ ਮਿਲਣੀਆਂ ਇਹਨਾਂ ਨੂੰ। ਤੇ ਮੈਂ ਗੱਲ ਕਰਦਾ, ਮੈਂ ਕੋਠੀ ਬਣਾ ਰਿਹਾ 68 ਚ, ਰੇਤਾ ਮੈਂ ਲੈ ਕੇ ਆਣਾ ਅੱਜ ਵੀ 26 ਰੁਪਏ ਮਿਲਦਾ। ਭਾਈ ਸਾਹਿਬ ਨੂੰ ਕਹੋ ਅਗਰ ਰੇਤਾ 5 ਰੁਪਏ 6 ਰੁਪਏ ਮਿਲ ਰਿਹਾ ਹੈ ਤੇ ਮੈਂ ਹੁਣੇ ਜਿੰਨੇ ਦਾ ਕਹਿੰਦੇ ਮੈਨੂੰ 5-7 ਗੱਡੀਆਂ ਦਾ ਰੇਤਾ ਮੈਨੂੰ ਭਿਜਵਾ ਦੇਣ, ਹਾਂਜੀ ਮੈਂ ਪੇਮੈਂਟ ਹੁਣੇ ਦੇ ਦੇਣਾ, ਕਿਤੇ ਦਵਾ ਦੇਣ ਚੰਨੀ ਸਾਹਿਬ ਨਾਲ ਕੋਈ ਗੱਲ ਕਰਕੇ। ਦੂਜੀ ਗੱਲ ਜਿਹੜੀ ਆਪਣੇ ਪਿੰਡਾਂ ਦੇ ਨੇੜੇ ਜਿਹੜੇ ਦੇ ਪਿੰਡ ਆ ਨਾ, ਇਹਨਾਂ ਨੇ ਕਿਹਾ ਸੀ ਕਿ ਰੈੱਡ ਲਾਈਨ ਦੇ ਅੰਦਰ ਵਾਲੀ ਜਿਹੜੀ ਜ਼ਮੀਨ ਹੈ ਨਾ ਉਹਦੀ ਮਾਲਕੀਅਤ ਮਿਲੇਗੀ, ਉਹ ਵੀ ਕਰਾ ਦਿਓ ਜੀ। ਮੇਰੀ ਗਿੱਗੇ ਮਾਜਰੇ ਜ਼ਮੀਨ ਪਈ ਹੈ, ਮੇਰੀ ਭਣੋਂਜੀਆਂ ਚ ਪਈ ਹੈ, ਸਾਰੀ ਜ਼ਮੀਨ 2-3 ਜਗ੍ਹਾ ਮੇਰੇ ਪਿੰਡਾਂ ਵਾਲੀ ਜ਼ਮੀਨ ਪਈ ਹੈ, ਉਹ ਮੜੀ ਜੀ ਰਜਿਸਟਰੀ ਕਰਾ ਦਿਓ ਜੀ, ਇੰਨਾ ਕੁ ਤਾਂ ਕੰਮ ਬੈਠਿਆਂ ਦਾ ਆਪਾਂ ਕਰਵਾ ਦੂੰਗੇ। ਠੀਕ ਹੈ। ਤੀਜੀ ਗੱਲ ਜਿਹੜੀ ਬਿਜਲੀ ਦੇ ਰੇਟ ਇਹਨਾਂ ਨੇ ਸਸਤੇ ਕੀਤੇ, ਉਹ ਕਿੰਨੇ ਟਾਈਮ ਤੱਕ ਕੀਤੇ ਉਹ ਆਪਾਂ ਨੂੰ ਪਤਾ ਹੈ, ਅੰਟਿਲ ਦਿਸ ਡੇਟ ਇਹ ਰੇਟ ਇੰਨੇ ਸਸਤੇ ਹੋਣਗੇ। ਬਸ ਜੀ ਬਸ ਮਹਾਰਾਜ ਦੀ ਮਿਹਰ ਰਹੀ, ਇੰਨੇ ਕੁ ਚੱਲ ਗਏ ਇੱਥੇ ਤੱਕ, ਇਹ ਤੋਂ ਬਾਅਦ ਫਿਰ ਵਧਾ ਛੱਡਣੇ ਇਹਨਾਂ ਨੇ, ਕਿਉਂਕਿ ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਹੈ। ਦੂਜੀ ਗੱਲ, ਮੈਂ ਇੱਕ ਚੀਜ਼ ਤੋਂ ਸਿਰਫ ਔਰ ਸਿਰਫ ਡਿਫਰ ਕਰਦਾ, ਇਹਨਾਂ ਚੀਜ਼ਾਂ ਨੂੰ ਡਿਫਰ ਕਰਦਾ, ਇਹੀ ਚੰਨੀ ਸਾਹਿਬ ਚਾਹੇ ਕੰਮ ਜਿਹੜੇ ਐਲਾਨ ਕਰੀ ਗਏ ਬੜੇ ਬੜੇ, ਜਿਵੇਂ ਮੋਹਾਲੀ ਚ ਨੀਂਹ ਪੱਥਰ ਲਾ ਕੇ ਇਹਨਾਂ ਨੇ ਪੂਰਾ ਮੋਹਾਲੀ ਭਰਤਾ। ਤੁਸੀਂ ਮੋਹਾਲੀ ਚ ਘੁੰਮਦੇ ਰਹੇ ਹੋ, ਤੁਸੀਂ ਆਪ ਮੋਹਾਲੀ ਦੇ ਵਸਨੀਕ ਹੋ, ਤੁਹਾਨੂੰ ਪਤਾ ਨੀਂਹ ਪੱਥਰ ਰੱਖ ਕੇ ਇਹਨਾਂ ਨੇ ਪੂਰਾ ਮੋਹਾਲੀ ਭਰਤਾ, ਕੰਮ ਦੇ ਨਾਮ ਤੇ ਕੁਝ ਨਹੀਂ ਕਰਿਆ। ਉਦਾਂ ਹੀ ਅਗਰ ਚੰਨੀ ਸਾਹਿਬ ਸਿਰਫ 5-4 ਚੀਜ਼ਾਂ ਕਰ ਦਿੰਦੇ ਨਾ, ਸਿਰਫ ਐਲਾਨ ਨਾ ਕਰਦੇ, ਪੂਰੇ ਪੰਜਾਬ ਨੇ ਇਹਨਾਂ ਨੂੰ ਐਲਾਨਜੀਤ ਕਹਿਣਾ ਕਿਉਂ ਸ਼ੁਰੂ ਕਰਿਆ ਕਿ ਇਹਨਾਂ ਨੇ ਐਲਾਨ ਤਾਂ ਬੜੇ ਬੜੇ ਕਰੇ ਔਰ ਕੁਝ ਆਇਆ ਨਹੀਂ। ਦੂਜੀ ਗੱਲ, ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਵੀ ਸਾਡੇ ਪ੍ਰਵਾਸੀ ਭਰਾਵਾਂ ਨੂੰ ਇਹਨਾਂ ਨੇ ਉਹ ਆਪਣੇ ਉਹ ਕੋਈ ਇਸ਼ੂ ਨਹੀਂ, ਉਹਨਾਂ ਨੇ ਵਰਡਸ ਵਾਪਸ ਲੈ ਲਏ। ਕੀ ਮੈਂ ਭਾਜੀ ਕੀ ਮੈਂ ਕਿਸੇ ਬੰਦੇ ਨੂੰ ਆਪਣੇ ਨਾਲ ਦੇ ਨੂੰ ਗਾਲ ਕੱਢ ਕੇ ਕਹਾਂ ਸੌਰੀ ਯਾਰ ਗਾਲ ਵਾਪਸ ਲੈ ਲੈਣਾ, ਉਹ ਬੰਦੇ ਦੀ ਉਹ ਵਾਪਸ ਆ ਜਾਏਗੀ ਗੱਲ, ਉਹ ਇੱਜ਼ਤ ਵਾਪਸ ਆ ਜਾਏਗੀ? ਬਿਲਕੁਲ ਨਹੀਂ, ਬਿਲਕੁਲ ਆ ਜਾਏਗੀ। ਤੀਜੀ ਗੱਲ, ਜੇ ਕਹਿ ਰਹੇ ਕਿ ਸਾਡੇ ਚੰਨੀ ਸਾਹਿਬ ਇਦਾਂ ਦਾ, ਜਿਹੜਾ ਬੰਦਾ ਆਪਣਾ ਘਰ ਨਹੀਂ ਸਾਂਭ ਸਕਦਾ ਉਹ ਦੇਸ਼ ਕੀ ਸਾਂਭੇਗਾ, ਉਹ ਸਟੇਟ ਕੀ ਸਾਂਭੇਗਾ? ਉਹਨਾਂ ਦਾ ਹੀ ਬ੍ਰਦਰ ਆਜ਼ਾਦ ਉਮੀਦਵਾਰ ਲੜ ਰਿਹਾ ਇਲੈਕਸ਼ਨ, ਡੈਂਟ ਡਾਇਰੈਕਟ ਔਰ ਇਨਡਾਇਰੈਕਟ ਕਾਂਗਰਸ ਨੂੰ ਪੈ ਰਿਹਾ। ਉਹ ਡਾਕਟਰ ਮਨੋਹਰ ਦੀ ਗੱਲ ਕਰ ਰਹੇ, ਬਿਲਕੁਲ ਉਹ ਜੀਪੀ ਉੱਥੋਂ ਕੈਂਡੀਡੇਟ ਹੈ ਇਹਨਾਂ ਦਾ, ਉਹਨੂੰ ਡੈਂਟ ਪਾਇਆ ਇਹਨਾਂ ਨੇ ਕਿ ਨਹੀਂ ਪਾਇਆ? ਫਰਕ ਤਾਂ ਪਏਗਾ ਬਿਲਕੁਲ। ਇਹ ਤੀਸਰੀ ਗੱਲ, ਇਹਨਾਂ ਨੂੰ ਇਹ ਪੁੱਛਿਆ ਜੇ ਇਹ ਇੰਨੇ ਹੀ ਸਟਰੋਂਗ ਸੀ, ਜੇ ਬਿਲਕੁਲ ਇੰਨੇ ਸਟਰੋਂਗ ਸੀ ਤਾਂ ਇਹਨਾਂ ਨੂੰ 2 ਸੀਟਾਂ ਲੜਨ ਦੀ ਕੀ ਲੋੜ ਪੈ ਰਹੀ ਸੀ? ਇਹਨਾਂ ਨੂੰ ਦਿਖ ਰਿਹਾ ਕਿ ਚਮਕੌਰ ਸਾਹਿਬ ਤੋਂ ਲੋਕਾਂ ਨੇ ਇਹਨਾਂ ਨੂੰ ਬਿਸਤਰਾ ਪੈਕ ਕਰਤਾ, ਤਾਂ ਇਹਨਾਂ ਨੂੰ ਦੂਸਰੀ ਜਗ੍ਹਾ ਜਾਣ ਦੀ ਲੋੜ ਪੈ ਰਹੀ ਹੈ। ਜਿਵੇਂ ਰਾਹੁਲ ਗਾਂਧੀ ਨੇ ਯਾਦ ਹੋਏਗਾ ਤੁਹਾਨੂੰ, ਐਮਪੀ ਇਲੈਕਸ਼ਨ 2 ਜਗ੍ਹਾ ਸੀਟਾਂ ਲੜੀਆਂ ਨਾ, ਉਹਨਾਂ ਨੂੰ ਪਤਾ ਹੀ ਇੱਕ ਪਾਸੇ ਬਿਸਤਰਾ ਪੈਕ ਹੋ ਗਿਆ, ਦੂਜੇ ਪਾਸੇ ਜਾ ਕੇ ਡੇਰਾ ਲਾ ਲਈਏ, ਇਹ ਹਾਲ ਹੈ। ਇਸ ਵਾਸਤੇ ਮੈਂ ਬਹੁਤਾ ਆਪਾਂ ਦੂਸ਼ਣਬਾਜ਼ੀ ਚ ਪਈਏ ਕਿ ਨਹੀਂ ਇਹ ਨਹੀਂ ਕੀਤਾ ਉਹਨੇ ਕੀਤਾ, ਦੁਨੀਆ ਨੂੰ ਸਭ ਜ਼ਾਹਰ ਹੈ ਕੀ ਹੋ ਰਿਹਾ ਹੈ, ਕਿੱਦਾਂ ਹੋ ਰਿਹਾ, ਕੌਣ ਕੀ ਕਰ ਰਿਹਾ, ਕੌਣ ਲੋਕ ਨੂੰ ਮੂਰਖ ਨਹੀਂ ਰਹੇ। ਮੈਂ ਲੰਬਾ ਕੰਮ ਨਾ ਕਰਾਂ ਜੀ, ਪੰਚਮ ਸੁਸਾਇਟੀ ਹੈ, ਮੂਰਖ ਬਣਾਉਣ ਦੀ ਰਾਜਨੀਤੀ ਦੱਸ ਰਿਹਾ ਮੈਂ ਤੁਹਾਨੂੰ। ਅਸੀਂ ਆਪਣੇ ਜਿਹੜਾ ਸਾਡਾ ਲੀਡਰ ਹੈ ਸੁਖਬੀਰ ਸਿੰਘ ਬਾਦਲ, ਉਸ ਤੇ ਅੱਖਾਂ ਬੰਦ ਕਰਕੇ ਮਾਨ ਇਸ ਵਾਸਤੇ ਕਰਦੇ ਹਾਂ, ਜਿਹੜਾ ਕਹਿੰਦਾ ਕਰਕੇ ਦਿਖਾਉਂਦਾ। ਇਹਨਾਂ ਨੇ ਉਸ ਬੰਦੇ ਦਾ ਮਜ਼ਾਕ ਬਣਾਇਆ ਕਿ ਵੀ ਬੰਬ ਗੇਰ ਦੋ ਸੜਕਾਂ ਤੇ ਨਹੀਂ ਟੁੱਟਣਗੇ, ਅੱਜ ਬਣਾਈਆਂ ਉਹਨੇ ਸੜਕਾਂ, 5 ਸਾਲ ਹੋ ਗਏ ਇਹਨਾਂ ਨੂੰ ਕਾਰਪੇਟਿੰਗ ਦੀ ਲੋੜ ਨਹੀਂ ਪਈ ਉਹ ਸੜਕਾਂ ਤੇ, ਅੱਜ ਵੀ ਉਹ ਸੜਕਾਂ ਐਨ ਵਧੀਆ ਉਸੇ ਹਿਸਾਬ ਨਾਲ ਚੱਲ ਰਹੀਆਂ। ਪਾਣੀ ਦੀ ਬੱਸ ਚਲਾ ਕੇ ਦਿੱਤੀ, ਸਿੱਧੂ ਨੂੰ ਆਂਦੇ ਸਰ ਵਿੱਚ ਹੀ ਹਰ ਕੰਮ ਕਰਿਆ, ਉਹ ਜੋ ਬੰਦੇ ਨੇ ਕਿਹਾ ਉਹ ਕਰਕੇ ਦਿਖਾਇਆ। ਪਿੰਡਾਂ 'ਚ ਜਿੰਨਾ ਉਹਨੇ ਪੈਸਾ ਲਾਇਆ ਕਿਸੇ ਨੇ ਨਹੀਂ ਲਾਇਆ, ਜਿੰਨੇ ਵਿਕਾਸ ਦੀ ਗੱਲ ਉਹਨਾਂ ਨੇ ਕੀਤੀ ਕਰਕੇ ਦਿਖਾਈ। ਇਹਨਾਂ ਆਪਾਂ ਦੂਰ ਨਾ ਜਾਈਏ, ਇਹਨਾਂ ਦੇ ਮੋਹਾਲੀ ਦੀ ਆਪਾਂ ਗੱਲ ਲੈ ਲਈਏ, ਮੋਹਾਲੀ 'ਚ ਵਾਰਡ ਨੰਬਰ 30 ਪੈਂਦਾ 68 ਸੈਕਟਰ 'ਚ, ਉਹਦੇ 'ਚ ਪੰਚਮ ਸੁਸਾਇਟੀ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਤੁਸੀਂ ਮੇਰੇ ਖਿਆਲ ਨਾਲ ਕਵਰ ਵੀ ਅੱਜ ਨਹੀਂ ਤਾਂ ਕੱਲ ਕੀਤੀ ਹੋਣੀ ਹੈ। ਉਹਦੇ 'ਚ ਪੌਣੇ 500 ਫਲੈਟ ਪੈਂਦੇ ਆ, ਪੌਣੇ 500 ਫਲੈਟਾਂ ਦਾ ਲੈਂਡ ਕਾਸਟ ਦੀ ਪ੍ਰੋਬਲਮ ਸੀ। ਸਿੱਧੂ ਸਾਹਿਬ ਨੇ ਕਾਂਗਰਸ ਔਰ ਇੰਨਾ ਬੁਰਾ ਹਾਲ ਕੀਤਾ ਲੋਕਾਂ ਨਾਲ, ਔਰ ਜਿਵੇਂ ਰਾਮ ਮੰਦਿਰ ਦਾ ਇੱਕ ਮੁੱਦਾ ਨਹੀਂ ਬਣ ਗਿਆ ਸੀ, ਹਰ ਵਾਰੀ ਇਲੈਕਸ਼ਨਾਂ 'ਚ ਕਹਿਣਾ ਐਤਕੀ ਆ ਗਿਆ ਜੀ, ਮੈਂ ਪਹਿਲਾਂ ਮੰਤਰੀ ਨਹੀਂ ਨਾ ਬਣਿਆ, ਸਾਡੀ ਸਰਕਾਰ ਨਹੀਂ ਸੀ, ਕੰਮ ਨਹੀਂ ਹੋਇਆ, ਐਤਕੀ ਸਰਕਾਰ ਬਣ ਜਾਣੀ ਮੈਂ ਕਰਾ ਦੇਣਾ, ਫਿਰ ਸਰਕਾਰ ਨਹੀਂ ਬਣੀ, ਉਹ ਜੀ ਕੋਈ ਨਹੀਂ ਮੈਂ ਕਰਾ ਦੇਣਾ,
ਫਿਰ ਬਣ ਗਈ ਸਰਕਾਰ, ਬਣ ਗਈ। अब लैंड चेस्टर ਦੀ ਜ਼ਮੀਨ ਵਾਸਤੇ ਤਾਂ ਸੀਐਮ ਕੋਲ ਵੀ ਚਲੇ ਗਏ, ਬੜੀ ਅਥਾਰਟੀਜ਼ ਕੋਲ ਚਲੇ ਗਏ। ਜਿਹੜੇ ਪੰਚਮ ਸੁਸਾਇਟੀ ਦਾ ਰੌਲਾ ਸੀ, ਓਹੋ ਮੈਂ ਕਰਾ ਰਿਹਾ। ਜਦੋਂ ਮੰਤਰੀਸ਼ਿਪ ਤੋਂ ਹਟਾਤਾ, ਕਰਾ ਰਿਹਾ। ਜਦੋਂ ਲੋਕਾਂ ਨੇ ਗਲ 'ਚ ਗੁੱਠਾ ਕਰਿਆ ਨਾ, ਆ ਕੇ ਲੋਕਾਂ ਨੂੰ ਝੂਠੀ ਲੈਟਰ ਦਿਖਾ ਕੇ ਆਹ ਲੈਟਰ ਕਰਾਤੀ ਕੰਮ, ਆ ਬਸ ਤੁਹਾਡਾ ਹੋ ਗਿਆ, 4 ਕਰੋੜ 'ਚ ਨਿਬੇੜਤਾ, ਤੁਹਾਡਾ ਇੰਟਰਸਟ ਮਾਫ ਹੋ ਗਿਆ। ਜਦੋਂ ਲੋਕਾਂ ਨੇ ਲੈਟਰ ਮੰਗੀ, ਲੈਟਰ ਅੱਜ ਤੱਕ ਨਹੀਂ ਦਿੱਤੀ। ਬਸ ਉਹ ਇਲੈਕਸ਼ਨ ਪਹਿਲਾਂ ਐਮਪੀ ਇਲੈਕਸ਼ਨਾਂ 'ਚ ਕਹਿ ਕੇ ਗਏ ਕਿ ਲੈਟਰ ਆ ਗਈ, ਫਿਰ ਐਮਸੀ ਇਲੈਕਸ਼ਨਾਂ 'ਚ ਕਹਿ ਕੇ ਗਏ, ਹੁਣ ਐਮਐਲਏ ਇਲੈਕਸ਼ਨ ਦੁਬਾਰਾ ਆ ਗਏ, ਕਹਿੰਦਾ ਬਸ ਲੈਟਰ ਆ ਗਈ, ਉਹ ਚੋਣ ਜਾਬਤਾ ਲੱਗ ਗਿਆ ਨਾ ਜੀ, ਹੁਣ ਇਲੈਕਸ਼ਨ ਤੋਂ ਬਾਅਦ ਆ ਜਾਏਗੀ, ਤੁਸੀਂ ਵੋਟਾਂ ਪਾਓ, ਬਸ ਕਰਾਉਂਦੇ ਆ। ਦੇਖੋ ਇੱਕ ਮਿੰਟ, ਤੀਜੀ ਗੱਲ, ਜੇ ਤੁਸੀਂ ਤੁਹਾਡੀ ਵਾਲੀ ਨਾ ਇੱਕ ਗੱਲ ਬੜੀ ਵਧੀਆ ਸੀ ਪਰਮਾਰ ਸਾਹਿਬ ਵਾਲੀ, ਕਿ ਬਈ ਜੇ ਜਿਹੜੇ ਦਾਗੀ ਉਹ ਸੀ ਉਹਨਾਂ ਨੂੰ ਕੱਢ ਦਿੰਦੇ, ਬਾਗੀ ਔਰ ਦਾਗੀਆਂ ਨੂੰ ਕੱਢ ਦਿੰਦੇ। ਜੇ ਤੁਸੀਂ ਕਹਿੰਦੇ ਹੋ ਕਿ ਵੀ ਇਹਨਾਂ ਨੇ ਦਾਗੀਆਂ ਨੂੰ ਸਾਈਡ ਕੀਤਾ, ਫਿਰ ਦਾਗੀਆਂ ਨੂੰ ਟਿਕਟਾਂ ਦੇ ਕੇ ਕਿਉਂ ਨਵਾਜਿਆ? ਕਿਹੜੇ ਨੇ? ਆ ਬਲਬੀਰ ਸਿੰਘ ਸਿੱਧੂ ਕੱਢਿਆ ਨਾ ਮੰਤਰੀਸ਼ਿਪ ਤੋਂ, ਉਹ ਕੈਮਰੇ ਤੇ ਬੈਠ ਕੇ ਰੋ ਰਿਹਾ ਸੀ, ਤੁਹਾਡਾ ਵੀ ਉੱਥੇ ਹੀ ਸੀ, ਗੁਰਪ੍ਰੀਤ ਕਾਂਗੜ ਦੇ ਨਾਲ ਉਹਨਾਂ ਦੇ, ਹਾਂ ਰੋ ਰਹੇ ਸੀ ਨਾ ਬੈਠ ਕੇ, ਫਿਰ ਟਿਕਟਾਂ ਕਿਉਂ ਦੇਤੀਆਂ? ਇਸ ਵਾਸਤੇ ਕਾਂਗਰਸ ਪਾਰਟੀ ਦਾ ਹਾਲ ਹੋਇਆ ਹੈ, ਹਾਥੀ ਦੇ ਦੰਦ ਦਿਖਾਣ ਦੇ ਹੋਰ ਔਰ ਖਾਣ ਦੇ ਹੋਰ। ਇਸ ਵਾਸਤੇ ਲੋਕ ਹੁਣ ਮੂਰਖ ਨਹੀਂ ਬਣਨਗੇ, ਜਿੰਨਾ ਮੂਰਖ ਬਣਾਉਣਾ ਸੀ ਤੁਸੀਂ ਰੱਜ ਕੇ ਬਣਾ ਲਿਆ, ਹੁਣ ਨਹੀਂ ਮੂਰਖ ਬਣਦੇ ਲੋਕ। ਜੀ ਸੋ ਪਰਮਾਰ ਸਾਹਿਬ, ਇੱਕ ਐਤਕੀ ਦੇਖਿਆ ਹੋਣਾ ਤੁਸੀਂ, ਲੀਡਰ ਨਾ ਇੱਕ ਨਵਾਂ ਜਿਹਾ ਵਾਅਦਾ ਕਰਦੇ ਆ ਰਹੇ ਨੇ। ਗੱਲ ਸ਼ੁਰੂ ਹੋਈ ਸੀ ਕੇਜਰੀਵਾਲ ਦੀ ਉਹ ਬਿਜਲੀ ਵਾਲੀ ਗਾਰੰਟੀ ਤੋਂ 200 ਯੂਨਿਟ 400 ਯੂਨਿਟ, ਅਕਾਲੀਆਂ ਨੇ ਪਹਿਲਾਂ ਸ਼ੁਰੂ ਕੀਤਾ ਸੀ ਆਟਾ ਫ੍ਰੀ, ਕਣਕ ਫ੍ਰੀ, ਦਾਲ ਫ੍ਰੀ। ਇਹ ਜਿਹਾ ਸੂਬਾ ਪੰਜਾਬ ਐਗਰੀਕਲਚਰ ਸਟੇਟ ਹੋਵੇ, ਐਗਰੀਕਲਚਰ ਲੈਂਡ ਜਿਹੜੀ ਸਭ ਤੋਂ ਜ਼ਿਆਦਾ ਕਣਕ ਦੇ ਰਹੀ ਹੈ, ਸਭ ਤੋਂ ਜ਼ਿਆਦਾ ਚੀਨੀ ਦੇ ਰਹੀ ਹੈ, ਤੇ ਜਿੱਥੇ ਆਪਣੇ ਥਰਮਲ ਪਲਾਂਟ ਨੇ, ਬਿਜਲੀ ਅਸੀਂ ਪੈਦਾ ਕਰ ਸਕਦੇ ਹਾਂ, ਉੱਥੇ ਦੇ ਵੋਟਰਾਂ ਨੂੰ ਆ ਨਿੱਕੇ ਲਾਲਚ ਦੇ ਕੇ ਲੋਕ ਇਹਨਾਂ 'ਚ ਘਿਰ ਕੇ ਰਹਿ ਜਾਣ। ਇਹ ਲੀਡਰਾਂ ਦੀ ਕੀ ਫਿਲਾਸਫੀ ਚੱਲ ਰਹੀ ਹੈ? ਇਹ ਫਿਲਾਸਫੀ ਨਹੀਂ ਜੀ, ਇਹ ਨਾ ਇੱਕ ਬੜੀ ਸੋਚੀ ਸਮਝੀ ਬੜੇ ਸਾਲਾਂ ਤੋਂ ਚਾਲ ਚੱਲਦੀ ਆ ਰਹੀ ਹੈ ਕਿ ਲੋਕਾਂ ਨੂੰ ਪਾ ਕੇ ਰੱਖ ਦਿਓ। ਨਹੀਂ ਤੁਸੀਂ ਇਹਦੀ ਅਸਲੀ ਗੱਲ ਨਹੀਂ ਸਮਝਦੇ ਤੁਸੀਂ। ਜੜ ਦੱਸੋ ਫਿਰ ਤੁਸੀਂ ਪਤਾ ਨਹੀਂ ਲੋਕ ਕਿਉਂ ਕਹਿਣਗੇ ਕਿ ਮੈਂ ਕਿਉਂ ਆਰਐਸਐਸ ਦੀ ਗੱਲ ਕਰਦਾ। ਇਹ ਆਰਐਸਐਸ ਦੀ ਇੱਕ ਸਟ੍ਰੈਟਜੀ ਹੈ ਕਿ ਪੂਰੇ ਦੇਸ਼ ਤੇ ਹਿੰਦੂਤਵ ਕਿਵੇਂ ਲਿਆਉਣਾ। ਇਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਏਜੰਡਾ ਹਿੰਦੂਤਵ ਤਾਂ ਓਪਨਲੀ ਕਹਿੰਦੇ। ਠੀਕ ਹੈ। ਯੂਪੀ ਦਾ ਚੀਫ ਮਿਨਿਸਟਰ ਕਹਿੰਦਾ ਲੜਾਈ 80-20 ਦੀ ਹੈ, 80% ਹਿੰਦੂ ਤੇ 20% ਮੁਸਲਮਾਨ, ਉਹ ਤਾਂ ਓਪਨਲੀ ਸਟੇਟਮੈਂਟ ਕਹਿ ਰਿਹਾ ਸਟੇਜ ਤੇ। ਸੋ ਅਲਟੀਮੇਟਲੀ ਇਹ ਜਿਹੜਾ ਹਿੰਦੂ ਰਾਜ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਆ, ਮਾੜੀਆਂ ਮੋਟੀਆਂ, ਹਾਲਾਂਕਿ 80% ਮੈਜੋਰਟੀ ਕੋਈ ਘੱਟ ਨਹੀਂ ਹੁੰਦੀ ਜੀ, ਲੇਕਿਨ ਇਹ ਉਹਦੇ ਕਰਕੇ ਨਾ ਫਰੰਟ ਆਰਗੇਨਾਈਜੇਸ਼ਨ ਬਹੁਤ ਬਣਾਉਂਦੇ ਆ। ਤੁਹਾਨੂੰ ਪਤਾ ਨਹੀਂ ਹੋਣਾ ਕਿ 13,000 ਤੋਂ ਜ਼ਿਆਦਾ NGOs RSS ਨਾਲ ਐਫੀਲੀਏਟਡ ਹਿੰਦੁਸਤਾਨ ਦੇ ਡਿਫਰੈਂਟ ਹਿੱਸਿਆਂ 'ਚ ਕੰਮ ਕਰ ਰਹੇ, ਬਹੁਤ ਕੰਮ ਕਰਦੇ ਹੋ। ਠੀਕ ਹੈ। ਟ੍ਰਾਈਬਲ ਏਰੀਆ ਜਾ ਕੇ, ਪਹਾੜਾਂ 'ਚ ਜਾ ਕੇ, ਜੰਗਲਾਂ ਬੜੇ ਸਾਲਾਂ ਚੱਲ ਰਿਹਾ। ਔਰ ਪੰਜਾਬ ਨੂੰ ਕਾਬੂ ਕਰਨ ਦੀ ਜਿਹੜੀ ਪਲੈਨਿੰਗ ਅਸੀਂ ਕਹਿ ਸਕਦੇ ਹਾਂ, ਉਹਨੂੰ ਸਾਜ਼ਿਸ਼ ਨਾ ਕਹੀਏ ਆਪਾਂ, ਉਹਨਾਂ ਦੀ ਇੱਕ ਆਪਣਾ ਏਜੰਡਾ ਹੈ, ਉਹਨੂੰ ਪੂਰਾ ਕਰਨ ਲਈ ਕੁਝ ਵੀ ਕਰ ਸਕਦੇ। ਆਰਮੀ ਵਾਂਗੂ ਸਟ੍ਰੈਟਜੀ ਬਣਾਉਂਦੇ ਆ ਉਹ। ਜਿਹੜੀ ਆਰਮੀ ਹੈ ਨਾ, ਉਹ ਵੀ 25 ਸਾਲ ਪਹਿਲਾਂ ਦੀ ਸਟ੍ਰੈਟਜੀ ਬਣਾਉਂਦੀ ਹੈ ਵੀ ਅੱਜ ਤੋਂ 25 ਸਾਲ ਬਾਅਦ ਸਾਡਾ ਦੁਸ਼ਮਣ ਕਿੰਨੇ ਕੁ ਸਟੇਜ ਤੇ ਹੋਊਗਾ, ਉਹਦੇ ਹਿਸਾਬ ਨਾਲ ਆਪਣੀ ਆਰਮੀ ਨੂੰ ਟ੍ਰੇਨ ਕੀਤਾ ਜਾਂਦਾ। ਤਾਂ ਇਹਨਾਂ ਨੇ ਜਿਹੜਾ ਏਜੰਡਾ ਪੰਜਾਬ ਸੀਗਾ ਕਿ ਇੱਥੋਂ ਇੱਕ ਜਿਹੜੀ ਸਿੱਖ ਕੌਮ ਹੈ ਨਾ, ਪੰਜਾਬੀ ਕੌਮ ਮਿਲਾ ਕੇ ਦੋਨੋਂ, ਅੱਜ ਕੱਲ੍ਹ ਤਾਂ ਹਿੰਦੂ ਸਿੱਖ ਦਾ ਪਤਾ ਨਹੀਂ ਲੱਗਦਾ, ਅੱਧੇ ਸਿੱਖਾਂ ਦੇ ਵਾਲ ਬਣਾਏ ਹੋਏ ਤੇ ਅੱਧੇ ਹਿੰਦੂਆਂ ਨੇ ਪੱਗਾਂ ਬੰਨ੍ਹੀਆਂ ਹੋਈਆਂ, ਪਤਾ ਹੀ ਨਹੀਂ ਲੱਗਦਾ। ਤੇ ਉਹ ਜਿਹੜਾ ਪੰਜਾਬੀਆਂ ਨੂੰ ਥੱਲੇ ਲਾਉਣ ਦਾ ਏਜੰਡਾ, ਜਿਹੜਾ ਜਿੰਨੀ ਜ਼ਿਆਦਾ ਪੰਜਾਬ ਥੱਲੇ ਨਹੀਂ ਲੱਗੇਗਾ, ਹਿੰਦੂਤਵ ਹਿੰਦੁਸਤਾਨ 'ਚ ਨਹੀਂ ਆ ਸਕਦਾ। ਦੂਜਾ ਬੰਗਾਲ ਸੀ, ਤੀਜਾ ਮਹਾਰਾਸ਼ਟਰ। ਇਹ 3 ਸਟੇਟਸ ਜਿਹੜੀਆਂ ਨੇ ਇਹ RSS ਲਈ ਬੜੀਆਂ ਟਰਬਲਸਮ ਸਟੇਟ ਸੀਗੀਆਂ। ਹਾਲਾਂਕਿ RSS ਦਾ ਹੈੱਡਕੁਆਟਰ ਜਿਹੜਾ ਉਹ ਮਹਾਰਾਸ਼ਟਰ 'ਚ ਹੈ, ਲੇਕਿਨ ਉੱਥੇ ਉਹਨਾਂ ਦੀ BJP ਇੰਨੀ ਸਟਰੋਂਗ ਨਹੀਂ ਹੋਈ ਜਿੰਨੀ ਬਾਕੀ ਰਾਜਾਂ 'ਚ ਹੋ ਗਈ। ਉਹਨਾਂ ਨੇ ਫਿਰ ਪਹਿਲਾਂ ਤਾਂ ਮਰਾਠਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਬੰਗਾਲ 'ਚ ਬੰਗਾਲੀਆਂ ਦਾ ਜਿਹੜਾ ਇੱਕ ਕਰੈਕਟਰ ਹੈ, ਬੰਗਾਲੀ ਕਰੈਕਟਰ ਰੈਬੈਲੀਅਨ ਕਿਸਮ ਦਾ, ਰੈਬੈਲਸ ਕਰੈਕਟਰ, ਕ੍ਰਾਂਤੀਕਾਰੀ ਕਿਸਮ ਦੀ ਸੋਚ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਬਾਕੀ ਬਚਿਆ ਪੰਜਾਬ। ਪਹਿਲਾਂ ਤਾਂ ਪੰਜਾਬ ਨੂੰ ਠੀਕ ਹੈ, ਲਿੰਗੁਇਸਟਿਕ ਆਧਾਰ ਤੇ ਸਟੇਟਾਂ ਬਣ ਗਈਆਂ, ਪਰ ਅੰਦਰ ਖਾਤੇ ਉਹ ਵੀ ਸੈਂਟਰ ਦੀ ਚਾਲ ਸੀ ਟੂ ਵੀਕਨ ਪੰਜਾਬ। ਹਰਿਆਣਾ ਬਣਾਤਾ, ਹਿਮਾਚਲ ਬਣਾਤਾ, ਹਾਲਾਂਕਿ ਉਹਨਾਂ ਨੇ ਕਦੇ ਇੰਡੀਪੈਂਡੈਂਟ ਸੂਬਾ ਮੰਗਿਆ ਨਹੀਂ ਸੀ। ਉਹ ਤਾਂ ਉਹ ਦਾਨ 'ਚ ਮਿਲ ਗਿਆ, ਉਹਨਾਂ ਨੂੰ ਪੰਜਾਬ ਬਣਾਉਣਾ ਸੀ, ਇਸ ਕਰਕੇ ਉਹਨਾਂ ਨੂੰ ਮਿਲ ਗਿਆ। ਫਿਰ RSS ਦੀ ਸਟ੍ਰੈਟਜੀ ਜਿਹੜੀ ਸੀਗੀ, ਸਿੱਖਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਥੱਲੇ ਲਾਉਣਾ, ਸਬਜੂਗੇਟ ਕਰਨਾ, ਇਹਨਾਂ ਦੀ ਜਿਹੜੀ ਤਾਕਤ ਉਹਨੂੰ ਘੱਟ ਕਰਨਾ। ਉਹਦੇ ਲਈ ਕੀ ਸੀਗਾ, ਪੰਜਾਬ ਖੇਤੀ ਪ੍ਰਧਾਨ ਸੂਬਾ ਸੀ, ਇਹਦੀ ਪਹਿਲਾਂ ਤਾਂ ਖੇਤੀ ਦਾ ਨਸ਼ਟ ਕਰੋ।
ਠੀਕ ਹੈ। ਪੰਜਾਬ ਦੀ ਖੇਤੀ ਦਾ ਨਸ਼ਟ ਕਰਤਾ, ਕਿਸਾਨ ਦਾ 60% ਕਿਸਾਨ ਆਪੇ ਮਰ ਜੂਗਾ ਤੇ ਕਮਜ਼ੋਰ ਹੋ ਜੂਗਾ। ਬਿਲਕੁਲ। ਦੂਜਾ ਪੰਜਾਬ ਦੀ ਓਵਰਆਲ ਇਕਨੋਮੀ ਉਹਨੂੰ ਨਸ਼ਟ ਕਰੋ। ਉਹ ਇਹਨਾਂ ਨੇ ਇਕਨੋਮੀ ਜਿਹੜੀ ਸੀ ਉਹ ਬੜੇ ਤਰੀਕੇ ਨਾਲ 1984 80 ਤੋਂ ਲੈ ਕੇ 1990 ਤੱਕ ਦੇ 10 ਸਾਲਾਂ 'ਚ 70% ਇੰਡਸਟਰੀ ਪੰਜਾਬ ਦੀ ਕੱਢ ਕੇ ਬਾਹਰ ਲੈ ਗਏ। ਜੀ ਜੀ। ਲੁਧਿਆਣੇ ਤੋਂ, ਮੰਡੀ ਗੋਬਿੰਦਗੜ੍ਹ ਤੋਂ, ਇਧਰ ਅੰਮ੍ਰਿਤਸਰ ਤੋਂ, ਜਿੱਥੇ ਇੱਥੇ ਇੰਡਸਟਰੀ ਸੈਂਟਰ ਸੀ। ਤੁਸੀਂ ਅੱਜ ਜਲੰਧਰ ਜਾਓ, ਐਕਸਪੋਰਟ ਪ੍ਰੋਮੋਸ਼ਨ ਜ਼ੋਨ ਜਿਹੜਾ ਹੈਗਾ, ਜਿੱਥੇ ਲੈਦਰ ਕੋਟ ਦਾ ਕਪੂਰਥਲਾ ਰੋਡ ਤੇ 70% ਫੈਕਟਰੀਆਂ ਬੰਦ ਪਈਆਂ ਜੀ, ਸ਼ੋਰੂਮ ਬੰਦ ਪਏ ਆ, ਥੋੜੀਆਂ ਜੇ ਚੱਲ ਰਹੀਆਂ। ਇਹ ਹਾਲ ਹਰ ਕਿਸਮ ਦਾ ਹੈ। ਜਦੋਂ ਤੁਹਾਡੇ ਕੋਲੇ ਇੰਡਸਟਰੀ ਚਲੀ ਜਾਂਦੀ ਹੈ, ਬੇਰੁਜ਼ਗਾਰੀ ਹੋਊਗੀ। ਸਰਕਾਰ ਨੇ ਕੀ ਕੀਤਾ ਫਿਰ? ਬੰਦ ਕਿਉਂ ਹੋ ਗਈਆਂ? ਰਿਸਪੌਂਸਿਬਿਲਟੀ ਕਿੱਥੇ ਗਈ? ਸਰਕਾਰਾਂ ਗੱਲ ਉਹੀ ਹੈ ਕਿ ਸੌਰੀ ਟੂ ਸੇ ਕਿ ਦੋ ਪੋਲੀਟੀਕਲ ਲੀਡਰ ਮੇਰੇ ਖੱਬੇ ਸੱਜੇ ਬੈਠੇ ਆ, ਪਰ ਸਭ ਤੋਂ ਜ਼ਿਆਦਾ ਬਲੇਮ ਜਿਹੜਾ ਉਹ ਪੋਲੀਟੀਕਲ ਕਲਾਸ ਨੂੰ ਕਰਨਾ ਚਾਹੀਦਾ, ਕਿਉਂਕਿ ਉਹ ਆਪਣੇ ਰਾਜ ਲਈ ਜਾਂ ਆਪਣੇ ਸਟੇਟ ਲਈ ਘੱਟ ਸੋਚਦੇ ਆ, ਆਪਣੇ ਮਫਾਦਾਂ ਲਈ ਜ਼ਿਆਦਾ ਸੋਚਦੇ ਆ। ਜਿੱਦਣੇ ਉਹਨਾਂ ਦੀ 70% ਜਿਹੜੀ ਅਟੈਂਸ਼ਨ ਔਰ ਇੰਟੈਂਸ਼ਨ ਦੋਨੋਂ ਸਟੇਟ ਹੋ ਗਈ, ਉਹ ਸਟੇਟ ਹੋ ਗਈ, ਉਹਦੇ ਕਲਿਆਣ ਹੋ ਜਾਊਗਾ। ਤੁਸੀਂ ਮੈਨੂੰ ਇਹ ਦੱਸੋ ਕਿ ਕੋਈ ਇਹੋ ਜਿਹਾ ਲੀਡਰ ਦੱਸ ਦਿਓ ਕਿਸੇ ਪਾਰਟੀ ਦਾ ਜਿਹਨੇ 1900 ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ 2002 ਚ ਸ਼ੁਰੂ ਕਰ ਲਈਏ, ਉਦੋਂ ਜਦੋਂ ਉਹਨੇ ਐਫੀਡੇਵਿਟ ਦਿੱਤਾ ਹੋਇਆ ਕਿ ਮੇਰੀ ਜਿਹੜੀ ਟੋਟਲ ਅਸੈਟਸ ਹੈ 50 ਰੁਪਏ, ਹੁਣ ਅੱਜ ਤੱਕ ਇਲੈਕਸ਼ਨ ਦੇ ਦਿਨ ਤੱਕ ਮੇਰੇ ਫਾਰਮ ਭਰਨ ਤੱਕ ਉਹ 1 ਕਰੋੜ ਹੈ। 2002 ਤੋਂ ਹੁਣ 2022 ਆ ਗਿਆ, 20 ਸਾਲਾਂ 'ਚ ਮੇਰੇ ਕੋਲ 2 ਜਾਂ 4 ਬੰਦੇ ਇਹੋ ਜਿਹੇ ਹੋਣੇ ਆ ਜਿਨ੍ਹਾਂ ਦੀ ਆਮਦਨੀ ਘਟੀ। ਉਹ ਵੀ ਉਦੋਂ ਘਟੀ ਜਦੋਂ ਪਹਿਲੀ ਵਾਰੀ ਬਾਅਦ MLA ਨਹੀਂ ਬਣੇ। ਉਹਦੇ ਬਾਅਦ ਮਤਲਬ ਪੋਲੀਟੀਕਲ ਫਿਊਚਰ ਉਹਨਾਂ ਦਾ ਖਰਾਬ ਹੋ ਗਿਆ, ਕੈਰੀਅਰ ਖਰਾਬ ਹੋ ਗਿਆ। ਬਿਲਕੁਲ। ਬਾਕੀ ਸਭ ਦਾ ਜਿਹਨਾਂ 2002 'ਚ 1 ਕਰੋੜ ਦੀ ਪ੍ਰਾਪਰਟੀ ਦੱਸੀ ਸੀ, ਮੂਵੇਬਲ ਇਮੂਵੇਬਲ, ਉਹ ਅੱਜ ਸਾਰਿਆਂ ਦੀ 15 2002 ਚ ਜਿਹੜਾ MLA ਪਹਿਲੀ ਵਾਰੀ ਜਿੱਤ ਕੇ ਆਇਆ ਸੀ ਉਹ ਕਿੱਥੇ ਰਹਿੰਦਾ ਸੀ, ਅੱਜ 2022 ਚ ਕਿੱਥੇ ਰਹਿ ਰਿਹਾ। ਠੀਕ ਹੈ। ਉਦੋਂ ਉਹਦੇ ਕੋਲੇ ਮੂਰਤੀ 800 ਸੀ ਤੇ ਅੱਜ ਕਿਹੜੀ ਗੱਡੀ ਉਹ ਵੀ ਦੇਖ ਲਓ। ਅੱਜ ਕਿੰਨੇ ਟਰੱਕ ਹੋ ਗਏ, ਕਿੰਨੇ ਟਰਾਲੇ ਹੋ ਗਏ, ਕਿੰਨਾ ਦੁਕਾਨਾਂ, ਸ਼ੋਰੂਮ, ਕਮਰਸ਼ੀਅਲ ਪ੍ਰਾਪਰਟੀ ਜਿਹੜੀ ਕਿਰਾਏ ਤੇ ਦੇ ਕੇ ਉਹ ਕੋਈ ਮਾੜੀ ਗੱਲ ਨਹੀਂ ਹੈ ਬਿਜ਼ਨਸ ਕਰਨਾ, ਲੇਕਿਨ ਜਿੰਨਾ ਜ਼ੋਰ ਤੁਸੀਂ ਆਪਣੇ ਪਰਸਨਲ ਬਿਜ਼ਨਸ ਨੂੰ ਵਧਾਉਣ ਤੇ ਲਾਉਂਦੇ ਹੋ, ਉਹਨਾਂ ਜੇ ਕਿਤੇ ਪੰਜਾਬ ਲਈ ਲਾ ਦਿਓ। ਅੱਜ ਤੁਸੀਂ ਦੱਸੋ ਪੰਜਾਬ ਦੇ ਰੈਵਨਿਊ ਦੇ ਸਾਧਨ ਕੀ ਹੈ, ਰੈਵਨਿਊ ਕਲੈਕਸ਼ਨ ਕੀ ਹੈ ਤੁਹਾਡੀ, ਤੇ ਫਾਈਨੈਂਸ਼ੀਅਲ ਬਜਟ ਕਿੰਨਾ ਤੁਹਾਡਾ, ਆਮਦਨ ਹੈ ਨਹੀਂ, ਖਰਚਾ ਕਰੀ ਜਾਓਗੇ। ਔਰ ਇਹ ਜਿਹੜਾ ਤੁਸੀਂ ਗੱਲ ਕੀਤੀ ਸੀ 3 ਰੁਪਏ ਕਿਲੋ, 3 ਰੁਪਏ ਬਿਜਲੀ, 2 ਰੁਪਏ ਕਿਲੋ ਕਣਕ, ਮਤਲਬ ਤੁਸੀਂ ਤੁਹਾਡਾ ਕੋਈ ਕੰਟਰੋਲ ਹੈ ਤੇ ਸਿਸਟਮ ਹੈ। ਜਿਹੜੇ ਬੰਦੇ 2 ਰੁਪਏ ਕਿਲੋ ਕਣਕ ਲੈ ਰਹੇ ਨੇ ਤੁਹਾਡੇ ਕੋਲੋਂ, ਉਹ ਬਲੂ ਕਾਰਡ ਵਾਲੀ, ਨੀਲੇ ਕਾਰਡ ਵਾਲੀ ਸਿਸਟਮ, ਪਾਵਰਟੀ ਲਾਈਨ ਵਾਲੇ, ਤੁਸੀਂ ਉਹਦਾ ਤੇ ਕਦੇ ਚੈੱਕ ਕਰਕੇ ਦੇਖਿਆ? ਇੱਕ ਤਾਂ ਖੜੇ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਦਿਖਾਉਂ ਜੋ ਕਣਕ ਆਉਂਦੇ ਚ ਤੇ ਡਿਸਟ੍ਰੀਬਿਊਟ ਹੁੰਦੀ ਹੈ ਅੱਡਿਆਂ ਤੇ, ਉੱਥੇ 50% ਬੰਦੇ ਉਹ ਨੇ ਜਿਹੜੇ ਕਾਰਾਂ ਲੈ ਕੇ ਆਉਂਦੇ ਨੇ ਔਰ ਬੜਾ ਕੱਟਾ ਡਿੱਕੀ ਚ ਰੱਖ ਕੇ ਲੈ ਜਾਂਦੇ ਆ, ਉਹ ਬਲੂ ਪਾਵਰਟੀ ਲਾਈਨ ਆ। ਮਤਲਬ ਲੋਕਾਂ ਨੇ, ਬੁੜਿਆਂ ਨੇ ਆਪਣੀ ਪੂਰੀ ਜਿਹੜੀ 2.5-3 ਏਕੜ ਜ਼ਮੀਨ ਹੈ ਉਹ ਆਪਣੇ ਮੁੰਡਿਆਂ ਦੇ ਤੇ ਪੋਤੇ ਪੋਤੀਆਂ ਦੇ ਨਾਂ ਤੇ ਲਵਾ ਕੇ ਆਪੋ ਬੇਜ਼ਮੀਨਾ ਹੋ ਗਿਆ, ਤੇ ਨੀਲਾ ਕਾਰਡ ਬਣਾ ਕੇ 2 ਰੁਪਏ ਕਿਲੋ ਰਾਸ਼ਨ ਲਈ ਜਾਂਦਾ, ਔਰ ਮਰੂਤੀ ਲੈ ਕੇ ਆਉਂਦਾ ਗੱਡੀ ਨਾਲ, ਜਾਂ ਜੀਪ ਲੈ ਕੇ ਆਉਂਦਾ, ਲੈ ਕੇ ਜਾਂਦਾ, ਔਰ ਸਾਰੇ ਘਰ ਦੇ ਉਹ ਲੈ ਕੇ ਜਾਂਦਾ, ਔਰ ਘਰ ਵੀ ਲੈ ਕੇ ਜਾਂਦਾ ਕਣਕੋ, ਉੱਥੋਂ ਗੱਡੀ ਚ ਪਾਊਗਾ 10-12 ਕੱਟੇ ਉਹ 20 ਕਿਲੋ ਦੇ, ਉਹ ਅੱਧ ਕੁ ਮੀਲ ਤੇ ਆਟੇ ਦੀ ਚੱਕੀ ਹੁੰਦੀ ਆ, ਉਹਨੂੰ ਜਾ ਕੇ ਉਹ ਵੇਚ ਦਿੰਦਾ ਉੱਥੇ, ਉਦੋਂ ਕੈਸ਼ ਲੈ ਕੇ ਉਹਨੇ ਘਰ ਚਲੇ ਜਾਣਾ। ਮਤਲਬ ਇਹ ਇੱਕ ਐਗਜ਼ਾਮਪਲ ਹੈ ਕਰਪਸ਼ਨ ਦੀ। ਤੁਸੀਂ ਭਲਾ ਤਾਂ ਕਰਨਾ ਚਾਹੁੰਦੇ, ਇਹਦੇ ਪਰ ਸਟੇਟ ਕਹਿੰਦੇ ਇਹ ਅੱਧੇ ਪੈਸੇ ਤਾਂ ਸੈਂਟਰ ਦਿੰਦਾ ਸਾਨੂੰ, ਸਾਡਾ ਨੁਕਸਾਨ ਕੋਈ ਨਹੀਂ, ਸੈਂਟਰ ਦਾ ਨੁਕਸਾਨ ਹੈ। ਜਿੰਨੀਆਂ ਸਕੀਮਾਂ ਚੱਲਦੀਆਂ ਸੈਂਟਰ ਦੀਆਂ ਜਾਂ ਪੰਜਾਬ ਦੀਆਂ, ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਹਾਰਡਲੀ 12 ਜਾਂ 13% ਹੈ, ਇਹ ਡਾਟਾ ਕਹਿੰਦਾ। ਬਾਕੀ ਜਿਹੜੀਆਂ ਸਕੀਮਾਂ ਫੇਲ ਹੋ ਜਾਂਦੀਆਂ। ਤੁਸੀਂ ਪੰਜਾਬ ਦਾ ਤੁਸੀਂ ਬਾਬਾ ਸਾਹਿਬ ਕਿਸਾਨੀ ਚੋਂ ਆਏ, ਤੁਸੀਂ ਆਏ ਵੀ ਕਿਸਾਨਾਂ ਨੂੰ ਜਾਣਦੇ ਹੋਣੇ ਆ। ਅੱਜ ਪੁੱਛ ਲਓ ਮੋਦੀ ਦੀਆਂ ਜਿਹੜੀਆਂ ਕਿਸਾਨਾਂ ਵਾਲੀਆਂ ਸਕੀਮਾਂ 18,000 ਪਤਾ ਨਹੀਂ 12,000 ਸਾਲ ਦਾ ਦਿਆ ਕਰਾਂਗੇ ਸਾਰੇ ਗਰੀਬ ਕਿਸਾਨਾਂ ਨੂੰ, ਉਹ ਕਿੰਨੇ ਕਿਸਾਨਾਂ ਨੂੰ ਮਿਲਦਾ, ਕਿੰਨੂੰ ਨਹੀਂ ਮਿਲਦਾ, ਜਿਹੜਾ ਪਤਾ ਕਰਕੇ ਦੇਖੋ। ਆਯੁਸ਼ਮਾਨ ਸਕੀਮ 'ਚ ਲੋਕਾਂ ਦੇ ਹਸਪੀਟਲ ਬੰਦ ਪਏ ਆ, ਕੋਈ ਨਾ ਉੱਥੇ ਡਾਕਟਰ, ਨਾ ਦਵਾਈਆਂ, ਨਾ ਕੁਛ, ਲੋਕਾਂ ਦੇ ਡੰਗਰ ਬੰਨੇ ਹੋਏ ਆ ਆਪਣੇ, ਬਾਕੀ ਖਾਲੀਆਂ 'ਚ ਕੁੱਤੇ ਸੌਂਦੇ ਰਾਤ ਨੂੰ, ਬੰਦਾ ਕੋਈ ਨਹੀਂ ਜਾਂਦਾ। ਖੈਰ ਇਹ ਇੰਪਲੀਮੈਂਟੇਸ਼ਨ ਸਾਡੀ ਇੰਨੀ ਮਾੜੀ ਹੈ, ਜਦ ਤੱਕ ਅਸੀਂ ਆਪਣਾ
ਰਿਸੋਰਸ ਜਨਰੇਸ਼ਨ ਨਹੀਂ ਕਰਦੇ, ਜਦੋਂ ਤੱਕ ਸਟੇਟ ਆਪਣੀ ਆਮਦਨੀ ਦੇ ਸਾਧਨ ਨਹੀਂ ਵਧਾਉਂਦਾ, ਤੁਹਾਡਾ ਟੈਕਸ ਕਲੈਕਸ਼ਨ ਸਿਸਟਮ ਕਰਪਸ਼ਨ ਫਰੀ ਨਹੀਂ ਹੁੰਦਾ, ਤੁਹਾਡੇ ਦਾ ਆਪਣਾ ਪੈਸਾ ਨਹੀਂ ਹੈ, ਤੁਸੀਂ ਲੋਕਾਂ ਦਾ ਭਲਾ ਨਹੀਂ ਕਰ ਸਕਦੇ। ਇਹ ਸੈਂਟਰ ਦੀਆਂ ਸਕੀਮਾਂ ਤੋਂ ਗ੍ਰਾਂਟਸ ਆਉਂਦੀਆਂ ਗਰੀਬਾਂ ਦੀਆਂ ਦੂਜੀਆਂ, ਉਹਨੂੰ ਅੱਗੇ ਆਪਣਾ ਲੇਬਲ ਲਾ ਕੇ ਵੰਡੀ ਜਾਂਦੇ। ਜਿਵੇਂ ਇੱਕ ਵਾਰੀ ਉਹ ਐਂਬੂਲੈਂਸ ਆਈਆਂ 108 ਨੰਬਰ ਵਾਲੀਆਂ, ਉਹਦੇ ਤੇ ਬਾਦਲ ਸਾਹਿਬ ਦੀ ਫੋਟੋ ਲਾਤੀ ਸੀ, ਹਾਲਾਂਕਿ ਐਂਬੂਲੈਂਸ ਸੈਂਟਰ ਤੋਂ ਆਈਆਂ ਸੀ। ਮਤਲਬ ਅਸੀਂ ਖੁਦ ਪ੍ਰਮੋਸ਼ਨ 'ਚ ਲੱਗ ਜਾਂਦੇ ਹਾਂ, ਜਿਹੜੇ ਪਰਪਸ ਲਈ ਫੰਡਸ ਆਉਂਦੇ ਆ ਉੱਥੇ ਖਰਚ ਨਹੀਂ ਕਰਦੇ। ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦੇ ਪਿਛਲੇ 5 ਸਾਲਾਂ 'ਚ 5 ਸਾਲ ਕਾਂਗਰਸ ਦੇ, ਉਦੋਂ ਪਹਿਲਾਂ 5 ਸਾਲ ਅਕਾਲੀਆਂ ਦੇ, ਕਿੰਨੇ ਇਹਨਾਂ ਨੇ IAS IPS ਔਰ PCS ਅਫਸਰਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਰੀਐਮਪਲਾਇਮੈਂਟ ਦਿੱਤੀ ਹੈ, ਲੱਖ ਲੱਖ ਰੁਪਈਆ ਤਨਖਾਹ ਨਾਲ ਘਟੀਆਂ ਦਿੱਤੀਆਂ। ਮਤਲਬ ਇੰਨੇ ਵੱਡੇ ਲੈਵਲ ਤੇ ਰੀਐਮਪਲਾਇਮੈਂਟ ਜਿਹੜੀ ਬਾਦਲਾਂ ਦੇ ਟਾਈਮ ਤੇ ਸ਼ੁਰੂ ਹੋਈ ਦੂਸਰੇ ਸੈਕੰਡ ਟਰਮ 'ਚ, ਮੇਰੇ ਘੱਟੋ ਘੱਟ ਮੇਰੇ ਕੋਲ ਮੇਰੇ ਮੋਬਾਈਲ 'ਚ ਅੱਜ ਤੱਕ PCS ਔਰ IAS ਅਫਸਰਾਂ ਦੇ 117 ਬੰਦੇ ਮੇਰੇ ਸਰਕਲ ਦੇ PCS IAS ਰੀਐਮਪਲਾਇਮੈਂਟ ਕਰਕੇ ਲੱਗੇ। ਵੀ ਤੁਸੀਂ ਨਵੇਂ ਬੰਦੇ ਭਰਤੀ ਕਿਉਂ ਨਹੀਂ ਕਰਦੇ? ਅੱਜ ਤੁਸੀਂ ਬਾਦਲ ਰਾਜਾ ਅਮਰਿੰਦਰ ਦੀ ਗੱਲ ਕਰਦੇ ਸੀ, ਰਾਜਾ ਅਮਰਿੰਦਰ ਸਿੰਘ ਦੇ CM ਆਫਿਸ 'ਚ 27 ਬੰਦੇ ਰਿਟਾਇਰਡ IAS ਔਰ IPS ਔਰ PCS ਉਹਦਾ ਆਫਿਸ ਚਲਾਉਂਦੇ ਸਾਰੇ, ਕਿ ਨਵਾਂ ਬੰਦਾ ਕੰਮ ਦਾ ਨਹੀਂ ਕੋਈ। ਸੋ ਦਰਸ਼ਕੋ, ਜੇਕਰ ਆਪਾਂ ਗੱਲ ਕਰੀਏ ਕਿ ਗੱਲ ਕਿੱਥੇ ਆਈ ਹੈ, ਨਿਚੋੜ ਜੋ ਸਾਡੀ ਅੱਜ ਦੀ ਇਸ ਚਰਚਾ ਦਾ, ਇਸ ਬਹਿਸ ਦਾ ਜੋ ਨਿਕਲ ਕੇ ਸਾਹਮਣੇ ਆਇਆ ਹੈ ਕਿ ਰਾਜਨੀਤਿਕ ਪਾਰਟੀਆਂ ਜਦੋਂ ਵੀ ਚੋਣਾਂ ਆ ਜਾਂਦੀਆਂ ਨੇ, ਕਿਸੇ ਵੀ ਪੱਧਰ ਦੀਆਂ ਚੋਣਾਂ ਆ ਜਾਣ, ਦਾਅਵੇ ਜ਼ਰੂਰ ਕਰਦੀਆਂ ਨੇ ਸੂਬੇ ਦੇ ਵਿਕਾਸ ਦੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਨਿੱਜੀ ਮੁਫਾਦ ਜਿਹੜੇ ਹੁੰਦੇ ਨੇ ਉਮੀਦਵਾਰਾਂ ਦੇ, ਰਾਜਨੀਤਿਕਾਂ ਦੇ, ਪੋਲੀਟੀਸ਼ੀਅਨਾਂ ਦੇ, ਉਹ ਇੱਕ ਵੱਡਾ ਰੋੜਾ ਬਣਦੇ ਨੇ। ਜਦੋਂ ਕਹਿੰਦੇ ਨੇ ਸੂਬਾ ਨਹੀਂ ਪਹਿਲਾਂ ਮੈਂ, ਤੇ ਫਿਰ ਉਹ ਜੇ ਸੂਬੇ ਦੇ ਆਪਾਂ ਵਿਕਾਸ ਦੀ ਆਸ ਨਹੀਂ ਰੱਖ ਸਕਦੇ, ਬੇਰੋਜ਼ਗਾਰੀ ਦੂਰੀ ਹੋਣ ਦੀ ਆਪਾਂ ਆਸ ਨਹੀਂ ਰੱਖ ਸਕਦੇ, ਤਰੱਕੀ ਦੀ ਆਸ ਨਹੀਂ ਰੱਖ ਸਕਦੇ। ਸੋ ਕਿਤੇ ਨਾ ਕਿਤੇ ਇੱਕ ਇਮਾਨਦਾਰ ਸਿਸਟਮ ਜਿਹੜਾ ਹੈਗਾ ਖੜਾ ਕਰਨ ਦੀ ਰੋਲ ਹੈ, ਤੇ ਜਨਤਾ ਇਸ ਚੀਜ਼ ਨੂੰ ਬੜੀ ਭਲੀ ਭਾਂਤੀ ਸਮਝ ਚੁੱਕੀ ਹੈ। ਐਤਕੀ ਉਹ ਇਸ ਮੈਂਡੇਟ ਨਾਲ, ਇਸ ਮਕਸਦ ਨਾਲ ਆਪਣਾ ਮਤਦਾਨ ਵੋਟਦਾਨ ਜਿਹੜਾ ਹੈਗੀ ਉਹ ਕਰ ਰਹੀ ਹੈ ਕਿ ਜ਼ਰੂਰ ਇੱਕ ਇਮਾਨਦਾਰ ਸਰਕਾਰ ਆਵੇ। ਇਮਾਨਦਾਰ ਭਾਵ ਘੱਟੋ ਘੱਟ ਉਹ ਸੂਬੇ ਦੇ ਵਿਕਾਸ ਲਈ ਤਾਂ ਸੋਚੇ, ਬੇਰੋਜ਼ਗਾਰੀ ਦੂਰ ਕਰਨ ਲਈ ਸੋਚੇ, ਤੇ 10 ਮਾਰਚ ਨੂੰ ਕੀ ਅਜਿਹਾ ਮੈਂਡੇਟ ਮਿਲਦਾ ਜਾਂ ਜਿਹਨੂੰ ਇਹ ਜ਼ਿੰਮੇਵਾਰੀ ਮਿਲਦੀ ਹੈ ਉਹ ਅਗਲੇ 5 ਸਾਲ ਆਪਣੇ ਇਸ ਮਕਸਦ ਨਾਲ, ਇਸ ਲਕਸ਼ ਨਾਲ ਪੂਰੇ ਕਰ ਪਾਉਣਗੇ। ਇਹ ਸਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਸੋ ਕੈਪਟਨ ਸਾਹਿਬ, ਪਰਮਾਰ ਸਾਹਿਬ ਤੇ ਢਿੰਗਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਚਰਚਾ ਜੁੜੇ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਤੁਹਾਨੂੰ ਪਲ ਪਲ ਮਿਲ ਰਹੀਆਂ ਨੇ VOTING ਲੈ ਕੇ, ਉਹ ਹੋਰ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਹੁਣ ਦਿਓ ਬਲਜੀਤ ਪ੍ਰਵਾਹ ਨੂੰ ਇਜਾਜ਼ਤ, ਸ਼ੁਕਰੀਆ।